कमल जी ਤੁਹਾਡੀ ਨੋ ਤੁਹਾਡੇ ਤੇ ਦੋਸ਼ ਲਾ ਰਹੀ ਹੈ, ਤੁਹਾਡੇ ਘਰ ਵਾਲੇ ਦੋਸ਼ ਲਾਈ ਇੱਥੋਂ ਤੱਕ ਕਿ ਇਹ ਵੀ ਕਹਿ ਰਹੀ ਹੈ ਕਿ ਮੇਰੇ ਘਰ ਵਾਲੇ ਗੁਰਪ੍ਰੀਤ ਨੇ ਕਿਹਾ ਹੈ ਕਿ ਜੇ ਮੇਰਾ ਜਿਹੜਾ ਡੈਡੀ ਹੈ ਸੁਰਿੰਦਰ ਹੈ ਤੇ ਨਾਲ ਰਿਲੇਸ਼ਨ ਬਣਾਉਣਾ ਤੂੰ ਬਣਾਈ ਰੱਖ ਤੇ ਮੇਰੀ ਮਾਂ ਦੀ ਰਿਲੇਸ਼ਨ ਮੇਰੇ ਦਾਦੇ ਨਾਲ ਸੀ 10 ਸਾਲ। ਇਹਦੇ ਬਾਰੇ ਵਿੱਚ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਇਹ ਕੀ ਹੋ ਰਿਹਾ ਆਪਣੀ ਹੱਡ ਵੀ ਤਾਂ ਸੁਣਾ ਰਹੀ ਹੈ ਹੁਣ ਅਸੀਂ। ਕਮਲ ਜੀ ਬਹੁਤ ਵੱਡਾ ਦੋਸ਼ ਹੈ ਕਿ ਤੁਹਾਡੇ ਘਰ ਵਾਲੇ ਨੇ ਤੁਹਾਡੀ ਨੂੰਹ ਦੇ ਨਾਲ ਸੰਬੰਧ ਜ਼ਬਰਦਸਤੀ ਬਣਾਏ ਆ ਔਰ ਇਹ ਦੋਸ਼ ਜਿਹੜੇ ਨੇ ਬਹੁਤ ਸਾਡੇ ਸਮਾਜ ਦੇ ਵਿੱਚ ਇੱਕ ਬਹੁਤ ਵੱਡੀ ਲਾਹਨਤ ਹੈ। दूसरे मेरे दो क्वेश्चन है जो हमारे आंसर ले दो। बोलो। एक ये है कि सौरे ने कल्ले हाथ उठी लाए कि कोई रिलेशन भी बनया। अच्छा ये ਤੁਸੀਂ ਉਹਨੂੰ ਪੁੱਛੋ, ਮੈਂ ਨਹੀਂ ਇਹਦੇ ਬਾਰੇ ਕਹਿ ਸਕਦਾ। ਮਨਪ੍ਰੀਤ ਤੁਹਾਨੂੰ ਪੁੱਛਿਆ ਜਾ ਰਿਹਾ ਸਾਫ਼ ਸਪਸ਼ਟ ਕਿ ਤੁਹਾਨੂੰ ਟੱਚ ਹੀ ਕੀਤਾ, ਟੱਚ ਤੱਕ ਹੀ ਸੀਮਤ ਰਹੇ ਨੇ ਜਾਂ ਫਿਰ ਉਹਨਾਂ ਨੇ ਰਿਲੇਸ਼ਨ ਜ਼ਬਰਦਸਤੀ ਬਣਾ ਲਏ, ਤੁਹਾਡੇ ਨਾਲ ਸੰਬੰਧ ਬਣਾ ਲਏ ਉਹਨੇ ਸਹੁਰੇ ਨੇ ਤੁਹਾਡੇ ਨੇ? ਬੋਲੋ। ਫਿਰ ਜਿਹੜੇ ਮੁੰਡੇ ਨੇ ਕਹੀ ਹੈ ਨਾ ਮੇਰੀ ਮਾਂ ਦੇ ਰਿਲੇਸ਼ਨ ਰਹੇ ਆ ਸਹੁਰੇ ਨਾਲ, ਇਹ 101% ਬਾਕੀ ਦੀ ਗੱਲ ਸੱਚ ਆ ਕਿਉਂਕਿ ਹੁਣ ਉਹਨਾਂ ਨੂੰ ਪਤਾ ਲੱਗ ਗਿਆ ਸੀ ਵੀ ਕੁੜੀ ਹੱਥ ਨਹੀਂ ਲਾਉਣ ਦਿੰਦੀ ਸਹੁਰੇ ਨੂੰ, ਤਾਂ ਉਹਨੇ ਇਹਨੂੰ ਫਿਰ ਥੋੜਾ ਮੁੰਡੇ ਨੇ ਕਿਹਾ ਵੀ ਆਪਣੀ ਜਿੱਦਾਂ ਪਰਮਿਸ਼ਨ ਦੇਣ ਦੀ ਕੋਸ਼ਿਸ਼ ਕੀਤੀ ਆ ਵੀ ਜੇ ਕਰ ਲਓ, ਮੈਨੂੰ ਕੋਈ ਆਬਜੈਕਸ਼ਨ ਨਹੀਂਗਾ। ਗੋਲਾ ਪੰਜਾਬ ਚ ਮਨਪ੍ਰੀਤ ਕੌਰ, ਅਸੀਂ ਫਰੀडम ਆਫ ਸਪੀਚ ਲੈ ਕੇ ਹਾਜ਼ਰ ਹਾਂ। ਮਨਪ੍ਰੀਤ ਤੁਸੀਂ ਇਸ ਵੇਲੇ ਜੋ ਕਹਿਣ ਜਾ ਰਹੇ ਹੋ ਸੱਚ ਕਹੋਗੇ? ਔਰ ਨਾਨਕ ਦੁਖੀ ਸਭ ਸੰਸਾਰ, ਔਰ ਸੰਸਾਰ ਦੇ ਵਿੱਚ ਮੇਰੇ ਕੋਲ ਕੋਈ ਵੀ ਐਸੇ ਵਿਅਕਤੀ ਨਹੀਂ ਹੈ ਜਿਸ ਨੂੰ ਕਿਸੇ ਨਾ ਕਿਸੇ ਪਾਸੇ ਕੋਈ ਨਾ ਕੋਈ ਦੁੱਖ ਜਿਹੜਾ ਨਾ ਹੋਵੇ। ਕੁਝ ਦੁੱਖ ਸੇੜ ਜਾਂਦੇ ਨੇ ਤੇ ਕੁਝ ਲੋਕ ਕੁਦਰਤੀ ਆਫਤ ਹੁੰਦੇ ਤੇ ਕੁਝ ਲੋਕ ਦੁੱਖ ਆਪਣੇ ਹੀ ਦਿੰਦੇ ਨੇ। ਮਨਪ੍ਰੀਤ ਤੁਹਾਡੀ ਉਮਰ ਕਿੰਨੀ ਹੈ? ਮੇਰੀ ਉਮਰ 24। 24 ਸਾਲ ਦੇ ਹੋ। ਤੁਹਾਡਾ ਪਿੰਡ ਕਿਹੜਾ ਹੈ ਪੰਜਾਬ ਦੇ ਵਿੱਚ? ਜ਼ਿਲ੍ਹਾ ਕਿਹੜਾ ਹੈ? ਤੇ ਮੇਰਾ ਪਿੰਡ ਨਾਰਾਇਣਗੜ੍ਹ ਤੇ ਜ਼ਿਲ੍ਹਾ ਮੇਰਾ ਹੁਸ਼ਿਆਰਪੁਰ ਹੈ। ਹੁਸ਼ਿਆਰਪੁਰ ਹੈ। ਤੁਹਾਡੀ ਸ਼ਾਦੀ ਕਦੋਂ ਹੋਈ ਸੀ? ਤੇ ਮੇਰੀ ਮੈਰਿਜ ਹੋਈ ਸੀ 8 ਅਕਤੂਬਰ ਨੂੰ 2017 ਵਿੱਚ। 8 ਅਕਤੂਬਰ 2017 ਦੇ ਵਿੱਚ ਸ਼ਾਦੀ ਹੋਈ। ਇਹ ਤੁਹਾਡੀ ਲਵ ਮੈਰਿਜ ਸੀ ਜਾਂ ਅਰੇਂਜ ਮੈਰਿਜ ਸੀ? ਤੇ ਮੇਰੀ ਅਰੇਂਜ ਮੈਰਿਜ ਸੀ। ਐਸੀ ਸ਼ਾਦੀ ਜਿੱਥੇ ਤੁਹਾਡੀ ਹੋਈ ਹੈ ਔਰ ਸਹੁਰਾ ਪਰਿਵਾਰ ਕਿਹੜੇ ਜ਼ਿਲ੍ਹੇ ਤੇ ਕਿਹੜੇ ਪਿੰਡ ਦਾ ਹੈ? ਤੇ ਸੋਹਰਾ ਮੇਰਾ ਨਾ ਸੋਤਲੇ ਪਿੰਡ ਦਾ ਤੇ ਜ਼ਿਲ੍ਹਾ ਹੁਸ਼ਿਆਰਪੁਰ ਦੇ। ਕਿਹੜਾ ਪਿੰਡ ਹੈ? ਸੋਤਲਾ। ਸੋਤਲਾ। ਹਾਂਜੀ। ਇਹ ਨਾਲ ਪਿੰਡ ਕਿਹੜੀ ਤਹਿਸੀਲ ਕਿਹੜੀ ਹੈ ਦੀ? ਗੜਸ਼ੰਕਰ ਹੈ। ਹਾਂਜੀ। ਪਿੰਡ ਸੋਤਲਾ ਸਪੈਲਿੰਗ ਕੀ ਹੈ ਪਤਾ ਕੁਛ ਤੁਹਾਨੂੰ? ਮੈਨੂੰ ਮੈਂ ਸੁਣਿਆ ਨਹੀਂ ਪਤਾ ਪਿੰਡ ਇਹ ਮੇਰੇ ਕੋਲ ਗਲਤ ਨਸੀਂ ਪ੍ਰੋਨਾਂਸ ਕਰੀ। ਸਿੱਧੂ ਸਾਹਿਬ ਤੁਹਾਡੇ ਪਾਸ ਕੋਈ ਆਈਡੀ ਤੇ ਨਾਂ ਹੈ ਪਿੰਡ ਦਾ? ਜੀ ਸ਼ੋਤਲਾ ਪਿੰਡ ਹੈ ਜੀ। ਸ਼ੋਤਲਾ ਪਿੰਡ ਹੈ। ਇਹ ਹੁਸ਼ਿਆਰਪੁਰ ਚ ਹੈ ਜੀ? ਹਾਂਜੀ ਹੁਸ਼ਿਆਰਪੁਰ ਵਿੱਚ। ਅੱਛਾ ਤੁਹਾਡੀ ਸਹੁਰਾ ਆਪਣੇ ਤੁਹਾਡੇ ਆਪਣੇ ਪਤੀ ਪਰਮੇਸ਼ਰ ਦਾ ਨਾਮ ਕੀ ਹੈ? ਹੈਲੋ ਕੀ ਕਹਿ ਰਹੇ ਤੁਸੀਂ? ਤੁਹਾਡੇ ਹਸਬੰਡ ਦਾ ਨਾਮ ਕੀ ਹੈ? ਹਸਬੰਡ ਦਾ ਨਾਮ ਸਰ ਗੁਰਪ੍ਰੀਤ ਸਿੰਘ। ਗੁਰਪ੍ਰੀਤ। ਤੁਹਾਡੇ ਸਹੁਰਾ ਸਾਹਿਬ ਦਾ? ਸਲਿੰਦਰ ਸਿੰਘ। ਸ਼ਲਿੰਦਰ। ਸਲਿੰਦਰ SAL। ਸ਼ਲਿੰਦਰ ਸਿੰਘ ਠੀਕ ਹੈ। ਗੁਰਪ੍ਰੀਤ ਸ਼ਾਦੀ ਤੋਂ ਬਾਅਦ ਤੁਹਾਡਾ ਹਸਬੰਡ ਕਿੰਨਾ ਸਮਾਂ ਤੁਹਾਡੇ ਨਾਲ ਰਿਹਾ ਤੇ ਉਸ ਤੋਂ ਬਾਅਦ ਫਿਰ ਕਿਹੜੀ ਕੰਟਰੀ ਵਿੱਚ ਚਲੇ ਗਿਆ? ਤੇ ਮੇਰੇ ਨਾਲ ਮੈਰਿਜ ਤੋਂ ਬਾਅਦ ਨਾ 15 ਦਿਨ ਮੇਰੇ ਨਾਲ ਰਹੇ ਤੇ ਉਸ ਤੋਂ ਬਾਅਦ ਸਾਰੇ ਫੈਮਿਲੀ ਦੇ ਨਾਲ ਇਟਲੀ ਚਲੇ ਗਏ ਸੀ। ਇਟਲੀ ਵਿੱਚ ਕੌਣ ਕੌਣ ਰਹਿੰਦੇ ਨੇ? ਇਟਲੀ ਵਿੱਚ ਸਰ ਮੇਰਾ ਹਸਬੰਡ ਤੇ ਮੇਰੀ ਸੱਸ ਤੇ ਸੋਹਰਾ ਤੇ ਮੇਰਾ ਛੋਟਾ ਦਿਓਰ ਤੇ ਨਾਲ ਦਾਦਾ ਸੋਹਰਾ ਹੀ। I see. So ਗੁਰਪ੍ਰੀਤ ਦਾ ਡੈਡੀ ਸੁਰਿੰਦਰ ਸਿੰਘ ਵੀ ਇਸ ਵੇਲੇ ਇਟਲੀ ਵਿੱਚ ਹੈ ਜਾਂ ਇਸ ਵੇਲੇ ਪੰਜਾਬ ਵਿੱਚ ਹੈ? ਫਿਰ ਇਟਲੀ ਵਿੱਚ। ਸੋ ਤੁਹਾਡੇ 15 ਦਿਨਾਂ ਬਾਅਦ ਤੁਸੀਂ ਮਤਲਬ 15 ਦਿਨ ਰਹੇ ਉਸ ਤੋਂ ਬਾਅਦ ਤੁਸੀਂ ਆਪਣੇ ਪਿੰਡ ਆ ਗਏ ਜਾਂ ਤੁਸੀਂ ਆਪਣੇ ਸਹੁਰੇ ਘਰ ਰਹੇ? ਤੇ 15 ਦਿਨਾਂ ਬਾਅਦ ਮੈਂ ਆਪਣੇ ਸਹੁਰੇ ਘਰ ਹੀ ਰਹੀ ਹਾਂ। ਸਹੁਰੇ ਘਰ ਹੈ। ਸਹੁਰੇ ਘਰ ਦੇ ਵਿੱਚ ਕੌਣ ਸੀ? 15 ਦਿਨਾਂ ਬਾਅਦ ਸ਼ਾਦੀ ਕਰਾਉਣ ਤੋਂ ਬਾਅਦ ਗੁਰਪ੍ਰੀਤ ਇਕੱਲਾ ਵਾਪਸ ਇਟਲੀ ਨੂੰ ਗਿਆ ਜਾਂ ਗੁਰਪ੍ਰੀਤ ਦੇ ਮਦਰ ਗਈ ਜਾਂ ਹੋਰ ਕੌਣ ਆਪਣੇ ਵਾਪਸ ਗਏ? ਤੇ ਉਹਨਾਂ ਗੁਰਪ੍ਰੀਤ ਦੀ ਮੰਮੀ ਤੇ ਡੈਡੀ ਤੇ ਉਹਨਾਂ ਦਾ ਛੋਟਾ ਭਰਾ, ਇਹ 4 ਜਾਣੇ ਚਲ ਗਏ ਸੀਗੇ ਤੇ ਦਾਦਾ ਜੀ ਮੇਰੇ ਕੋਲ ਹੀ ਰਹੇ ਸੀ ਇੱਥੇ। ਦਾਦਾ ਜੀ ਤੁਹਾਡੇ ਕੋਲ ਰਹੇ ਨੇ? ਆਈ ਸੀ। ਦਾਦਾ ਜੀ ਦੀ ਕਿੰਨੀ ਉਮਰ ਹੈ? ਮਨਪ੍ਰੀਤ 15 ਦਿਨ ਬਾਅਦ ਤੁਹਾਡੇ ਸਹੁਰਾ ਪਰਿਵਾਰ ਜਿਹੜਾ ਸੀਗਾ ਤੁਹਾਡੀ ਮਦਰ ਇਨ ਲਾਅ, ਤੁਹਾਡਾ ਫਾਦਰ ਇਨ ਲਾਅ ਅਤੇ ਤੁਹਾਡਾ ਦੇਰ ਅਤੇ ਤੁਹਾਡਾ ਹਸਬੈਂਡ ਉਹ ਵਾਪਸ ਇਟਲੀ ਨੂੰ ਚਲੇ ਗਏ।
ਤੁਹਾਡੀ ਅਣਬਣ ਜਿਹੜੀ ਹੈ ਕਦੋਂ ਸ਼ੁਰੂ ਹੋਈ ਹੈ ਤੇ ਤੁਹਾਡਾ ਸਹੁਰਾ ਸਾਹਿਬ ਮੁੜ ਕੇ ਫੇਰ ਪੰਜਾਬ ਨੂੰ ਕਿੰਨੇ ਚਿਰਾਂ ਬਾਅਦ ਆਏ? ਸਰ ਪੰਜਾਬ 'ਚ ਸਰ 10ਵੇਂ ਮਹੀਨੇ ਨੂੰ ਚਲੇ ਗਏ ਸੀ 24 ਤਰੀਕ ਨੂੰ 2017 ਵਿੱਚ। ਹੂੰ ਤੇ ਫਿਰ ਇਹਨੇ 11ਵੇਂ ਮਹੀਨੇ ਆਏ ਸੀਗੇ ਤੇ 24 ਤਰੀਕ ਨੂੰ ਵਾਪਸ। ਤੇ ਉਸ ਤੋਂ ਬਾਅਦ ਇਹਨਾਂ ਨੇ ਮਤਲਬ ਕਿ ਆਏ ਇਕੱਲੇ ਸੀ, ਨਾਲ ਕਿਸੇ ਨੂੰ ਨਹੀਂ ਲੈ ਕੇ ਆਏ ਸੀ, ਨਾ ਮੇਰੀ ਸੱਸ ਆਈ ਸੀ ਨਾ ਮੇਰਾ ਹਸਬੈਂਡ ਆਏ ਸੀ। ਹੂੰ ਉਹਨਾਂ ਦੀ ਗੈਰ ਮੌਜੂਦਗੀ ਵਿੱਚ ਸਰ ਇਹਨਾਂ ਨੇ ਬਹੁਤ ਅਸ਼ਲੀਲ ਬਹੁਤ ਗੰਦੇ ਤਰੀਕੇ ਨਾਲ ਇਹਨਾਂ ਨੇ ਮੈਨੂੰ ਟ੍ਰੀਟ ਕੀਤਾ। 1 ਮਹੀਨੇ ਬਾਅਦ ਘਰ ਵਿੱਚ ਆ ਗਏ। ਘਰ ਵਿੱਚ ਤੁਸੀਂ ਸੀ ਇਕੱਲੇ ਔਰ ਤੁਹਾਡਾ ਘਰ ਦੇ ਵਿੱਚ ਹੋਰ ਕੋਈ ਮੈਂਬਰ ਨਹੀਂ ਸੀਗਾ? ਫੀਮੇਲ ਲੇਡੀ ਸੀ ਜਾਂ ਇਕੱਲੇ ਤੁਸੀਂ ਸੀਗੇ? ਸਰ ਮੇਰੇ ਦਾਦਾ ਜੀ ਰਹਿੰਦੇ ਸੀ ਨਾਲ। ਦਾਦਾ ਜੀ ਸੀ ਔਰ ਫਿਰ ਤੁਹਾਡੇ ਸਹੁਰਾ ਸਾਹਿਬ ਆ ਗਏ। ਉਹਨਾਂ ਨੇ ਤੁਹਾਡੇ ਨਾਲ ਅਸ਼ਲੀਲ ਹਰਕਤਾਂ ਕੀਤੀਆਂ? ਹਾਂਜੀ ਸਰ। ਜੋ ਤੁਸੀਂ ਕਹੋਗੇ ਸੱਚ ਕਹੋਗੇ, ਕੀ ਕੀਤਾ ਉਹਨਾਂ ਨੇ? ਤੁਹਾਨੂੰ ਟੱਚ ਕੀਤਾ? ਹਾਂਜੀ ਸਰ, ਮੈਂ ਸੱਚ ਹੀ ਕਹੂੰਗੀ, ਜੋ ਮੇਰੇ ਨਾਲ ਹੋਇਆ ਮੈਂ ਤੁਹਾਨੂੰ ਉਸੇ ਗੱਲ ਦਾ ਹੀ ਦੱਸਾਂਗੀ ਤੁਹਾਨੂੰ। ਹਾਂ ਦੱਸੋ, ਕੀ ਬੋਲੋ, ਦੱਸੋ, ਖੁੱਲ ਕੇ ਗੱਲ ਕਰੋ, ਕੀ ਕਹਿਣਾ ਚਾਹੁੰਦੇ ਪਲੀਜ਼। ਸਰ ਇਹਨਾਂ ਨੇ ਮੇਰੇ ਨਾਲ ਨਾ ਕੁਝ ਦਿਨਾਂ ਬਾਅਦ ਇਹਨਾਂ ਨੇ ਆ ਕੇ ਮੇਰੇ ਨਾਲ ਗਲਤ ਹਰਕਤਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਪਹਿਲਾਂ ਇਹਨਾਂ ਨੇ ਮੇਰੇ ਤੋਂ ਦਬਾਅ ਪਾਇਆ ਕਿ ਤੂੰ ਅੰਮ੍ਰਿਤ ਨਹੀਂ ਛਕਦੀ, ਤੂੰ ਅੰਮ੍ਰਿਤ ਛਕ। ਮੈਂ ਇਹਨਾਂ ਨੂੰ ਮਨਾ ਕੀਤਾ ਸੀਗਾ ਕਿ ਮੇਰਾ ਮਨ ਨਹੀਂ ਹੈਗਾ, ਮੈਂ ਅੰਮ੍ਰਿਤ ਨਹੀਂ ਛਕ ਸਕਦੀ ਹਜੇ। ਇਹਨਾਂ ਨੇ ਮੇਰੇ ਫਿਰ ਵੀ ਮਨਾ ਕਰਨ ਦੇ ਬਾਵਜੂਦ ਇਹਨਾਂ ਨੇ ਮੇਰੇ ਸਿਰ ਤੇ ਦਸਤਾਰ ਵੀ ਬੰਨਣਾ ਸ਼ੁਰੂ ਕਰ ਦਿੱਤੀ ਤੇ ਮੇਰੇ ਗੱਲ 'ਚ ਸ੍ਰੀ ਸਾਹਿਬ ਪਾ ਕੇ ਤੇ ਇਹਨਾਂ ਨੇ ਸਨੈਪ ਵੀ ਖਿੱਚੀਆਂ ਸੀ। ਦਸਤਾਰ ਬੰਨ ਦੇਣਾ ਔਰ ਅੰਮ੍ਰਿਤ ਛਕਣਾ ਕਹਿਣਾ ਬੱਚਿਆਂ ਨੂੰ ਇਨਸਿਸਟ ਕਰਨਾ ਕੋਈ ਮਾੜੀ ਗੱਲ ਨਹੀਂ ਹੈ। ਅੰਮ੍ਰਿਤ ਪਾਨ ਕਰਨਾ ਕੋਈ ਮਾੜੀ ਗੱਲ? ਹਾਂਜੀ ਤੁਹਾਡੀ ਗੱਲ ਵੀ ਸਹੀ ਹੈ ਸਰ। ਮੈਂ ਨਾ ਆਪਣਾ ਮਨ ਪੂਰੀ ਤਰ੍ਹਾਂ ਤਿਆਰ ਕਰਨਾ ਚਾਹੁੰਦੀ ਹਾਂ ਇਹਦੇ ਵਾਸਤੇ, ਪਰ ਜੋ ਮੇਰੇ ਨਾਲ ਇਹਨਾਂ ਨੇ ਇਦਾਂ ਕੀਤਾ, ਪਰ ਮੇਰਾ ਉਹ ਦੇਖ ਕੇ ਮੇਰਾ ਮਨ ਨਹੀਂ ਕਰਦਾ ਹੈਗਾ ਇਹਨਾਂ ਦੇ ਨਾਲ। ਨਹੀਂ, ਤੁਹਾਡੇ ਨਾਲ ਜੋ ਤੁਸੀਂ ਖੁੱਲ੍ਹ ਕੇ ਗੱਲ ਕਰੋ, ਤੁਹਾਡੇ ਨਾਲ ਉਹਨਾਂ ਨੇ ਅਸ਼ਲੀਲ ਹਰਕਤਾਂ ਕੀ ਕੀਤੀਆਂ ਉਹਦੇ ਬਾਰੇ ਵਿੱਚ ਅਸੀਂ ਜੱਗ ਜ਼ਾਹਰ ਕਰਨਾ ਚਾਹੁੰਦੇ ਹਾਂ। ਔਰ ਤੁਹਾਡੇ ਅਸੀਂ ਸਹੁਰਾ ਸਾਹਿਬ ਦੀ ਪਿਕਚਰਸ ਲਾ ਚੁੱਕੇ ਹਾਂ, ਉਸ ਤੋਂ ਬਾਅਦ ਉਹਨਾਂ ਨਾਲ ਅਸੀਂ ਗੱਲਬਾਤ ਕਰਾਂਗੇ। ਔਰ ਤੁਹਾਡੇ ਸਹੁਰਾ ਸਾਹਿਬ ਦਾ ਨਾਮ ਤੁਸੀਂ ਦੱਸ ਚੁੱਕੇ ਸੁਰਿੰਦਰ ਸਿੰਘ ਹੈ। ਅੱਛਾ, ਸੁਰਿੰਦਰ ਸਿੰਘ ਨੇ ਜਦੋਂ ਵਾਪਸ ਆਏ ਇਟਲੀ ਤੋਂ ਤੁਹਾਡੇ ਨਾਲ ਕੀ ਹਰਕਤ ਕੀ ਕੀਤੀ ਹੈ, ਤੁਸੀਂ ਦੱਸਣਾ ਚਾਹੁੰਦੇ ਹੋ ਜਾਂ ਨਹੀਂ? ਹਾਂਜੀ ਸਰ, ਇਹਨਾਂ ਨੇ ਨਾ ਰਾਤ ਨੂੰ ਆ ਕੇ ਮੇਰੇ ਬਿਸਤਰੇ 'ਚ ਆ ਵੜਦੇ ਸੀਗੇ, ਮੇਰੇ ਬਿਸਤਰੇ 'ਚ ਲੇਟ ਜਾਂਦੇ ਸੀਗੇ, ਮੈਨੂੰ ਜ਼ਬਰਦਸਤੀ ਮੇਰੇ ਬਿਸਤਰੇ 'ਚ ਲਟਾਉਂਦੇ ਸੀ ਆਪਣੇ ਨਾਲ। ਤੇ ਫਿਰ ਇਹਨਾਂ ਨੇ ਸਰ ਜਦੋਂ ਮੈਂ ਆਪਣਾ ਬਚਾਅ ਕਰਦੀ ਸੀ ਇਹਨਾਂ ਨੇ ਮੇਰੀ ਕੁੱਟਮਾਰ ਵੀ ਕੀਤੀ, ਨਾਲ ਇਹਨਾਂ ਨੇ ਮੇਰੇ ਅੱਗੋਂ ਕੱਪੜੇ ਵੀ ਪਾੜੇ। ਇਹ ਤੁਸੀਂ ਦੋਸ਼ ਲਾ ਰਹੇ ਹੋ ਆਪਣੇ ਸਹੁਰੇ ਤੇ ਜਾਂ ਫਿਰ ਤੁਸੀਂ ਇਹ ਸੱਚ ਕਹਿ ਰਹੇ ਹੋ? ਨਹੀਂ ਸਰ, ਮੈਂ ਸੱਚ ਕਹਿ ਰਹੀ ਹਾਂ, ਮੇਰੇ ਉਹ ਕੱਪੜੇ ਵੀ ਉੱਥੇ ਤੇ ਮੇਰਾ ਸਾਰਾ ਸਮਾਨ ਹੀ ਉੱਥੇ ਪਿਆ ਹੈ। ਐਸੀ ਤੁਹਾਡੇ ਨਾਲ ਹੋਰ ਕੀ ਹਰਕਤਾਂ ਕਰਦੇ ਸੀਗੇ? ਮਤਲਬ ਘਰ ਦੇ ਵਿੱਚ ਦਿਨ ਪਰ ਰਾਤ ਤੁਸੀਂ ਰਹਿੰਦੇ ਸੀਗੇ ਔਰ ਰਾਤ ਤੁਸੀਂ ਕਹਿੰਦੇ ਕਿ ਤੁਹਾਡੇ ਬਿਸਤਰੇ ਦੇ ਵਿੱਚ ਉਹ ਆ ਜਾਂਦੇ ਸੀਗੇ, ਤਾਂ ਤੁਸੀਂ ਫਿਰ ਦੱਸਦੇ ਸੀਗੇ ਆਪਣੇ ਦਾਦਾ ਸਹੁਰੇ ਨੂੰ? ਸਰ ਉਹਨਾਂ ਨੂੰ ਨਾ ਉਸ ਟਾਈਮ ਉਹਨਾਂ ਨੇ ਕੁੱਟ ਕੇ ਨਾ ਥੱਲੇ ਕੱਢਿਆ ਸੀਗਾ ਬਰਾਂਡੇ ਵਿੱਚ। ਹਾਂ ਤੇ ਜਦੋਂ ਮੈਂ ਉਹਨਾਂ ਨੂੰ ਰੋਣ ਪਾ ਕੇ ਦੱਸਿਆ ਨਾ, ਤੇ ਫਿਰ ਮੇਰੇ ਪਾਪਾ ਜੀ ਉਹ ਦਾਦਾ ਜੀ ਨਾ ਮੇਰੇ ਤੇ ਦਰਵਾਜ਼ੇ ਮੋਰੇ ਉਹਨਾਂ ਨੂੰ ਮੰਜਾ ਡਾਲਿਆ ਸੀ। ਉਹ ਕਹਿੰਦਾ ਮੈਂ ਮਨਪ੍ਰੀਤ ਹੁਣ ਇੱਥੇ ਰਹੂੰਗਾ, ਤੂੰ ਮੈਨੂੰ ਜਦੋਂ ਵੀ ਕੋਈ ਵੀ ਗੱਲ ਤੈਨੂੰ ਕੁਛ ਕਹਿੰਦੇ ਮੈਨੂੰ ਦੱਸੀ ਉਸੇ ਟਾਈਮ। ਸਰ ਉਹਨਾਂ ਨੂੰ ਤਾਂ ਵੀ ਉਹਨਾਂ ਨੂੰ ਕੁੱਟ ਕੇ ਥੱਲੇ ਕੱਢ ਛੱਡਿਆ ਸੀਗਾ। ਨਾ ਉਹਨਾਂ ਦੇ ਨਾਲ ਬੋਲਣ ਦਿੱਤਾ ਜਾਂਦਾ ਸੀ, ਨਾ ਉਹਨਾਂ ਨਾਲ ਗੱਲ ਕਰਨ ਦਿੱਤੀ, ਕੁਛ ਵੀ ਨਹੀਂ ਕਹਿਣ ਦਿੱਤਾ ਜਾਂਦਾ। ਜਦੋਂ ਵੀ ਮੇਰੇ ਸਾਹਮਣੇ ਆਉਂਦੇ ਮੇਰੇ ਦਾਦਾ ਜੀ, ਉਦੋਂ ਵੀ ਇਹ ਨਾ ਉੱਥੇ ਖੜੇ ਰਹਿੰਦੇ ਸੀ ਕਿ ਮੈਂ ਕੋਈ ਗੱਲ ਨਾ ਉਹਨਾਂ ਨੂੰ ਕਰ ਸਕਾਂ, ਨਾ ਮੈਂ ਉਹਨਾਂ ਨੂੰ ਦੱਸ ਸਕਾਂ। ਮੇਰੇ ਸਾਹਮਣੇ ਸਰ ਦਾਦਾ ਜੀ ਨੂੰ ਵੀ ਕੁੱਟਦੇ ਸੀ। ਜਦੋਂ ਮੈਂ ਉਹਨਾਂ ਨਾਲ ਕੋਈ ਗੱਲ ਕਰਨੀ ਹੁੰਦੀ ਆ ਤੇ ਮੇਰੇ ਨਾਲ ਕੋਈ ਸੰਪਰਕ ਨਹੀਂ ਕਰਨ ਦਿੰਦੇ ਸੀ ਉਹਨਾਂ ਨਾਲ। ਤੁਸੀਂ ਮਨਪ੍ਰੀਤ ਜੀ ਬਹੁਤ ਵੱਡਾ ਦੋਸ਼ ਲਾ ਰਹੇ ਹੋ। ਆਪਣੇ ਜਿਹੜਾ ਸਹੁਰਾ ਹੁੰਦਾ ਉਹ ਇੱਕ ਪੇ ਹੁੰਦਾ ਅਤੇ ਸਹੁਰਾ ਜਿਹੜਾ ਆ ਉਹ ਆਪਣੀ ਨੂੰਹ ਨੂੰ ਧੀ ਸਮਝਦਾ ਆ। ਔਰ ਇਹ ਰਿਸ਼ਤਾ ਇਹ ਜੱਗ ਦੇ ਵਿੱਚ ਇਹ ਜਿਹੜੀਆਂ ਬਿਮਾਰੀਆਂ ਅਲਾਮਤਾਂ ਚਿੰਬੜ ਰਹੀਆਂ ਨੇ ਦਿਨ ਬ ਦਿਨ, ਕਿਤੇ ਇਹ ਤਾਂ ਨਹੀਂ ਹੈ ਕਿ ਝੂਠੀਆਂ ਸਾਬਤ ਹੋਣ। ਜੇ ਅਸੀਂ ਦੂਜੇ ਪਾਸੇ ਲੈ ਕੇ ਆਈਏ ਤੁਹਾਡੇ ਸਹੁਰਾ ਸਾਹਿਬ ਨੂੰ ਤਾਂ ਤੁਸੀਂ ਗੱਲਬਾਤ ਕਰਨ ਨੂੰ ਤਿਆਰ ਹੋ, ਕਹਿਣ ਨੂੰ ਤਿਆਰ ਹੋ। ਇਹ ਤਾਂ ਨਹੀਂ ਕਿ ਤੁਹਾਡਾ ਇੱਕ ਐਸੀ ਕਹਾਣੀ ਬਣਾਈ ਗਈ ਆ ਬਦਨਾਮ ਕਰਨ ਦੀ। ਕਈ ਵਾਰੀ ਕੁਝ ਲੜਕੀਆਂ ਘਰ ਵਿੱਚ ਰਹਿਣਾ ਨਹੀਂ ਚਾਹੁੰਦੀਆਂ ਅਤੇ ਬਦਨਾਮ ਕਰਦੀਆਂ ਨੇ ਸਹੁਰੇ ਪਰਿਵਾਰ ਨੂੰ, ਕੀ ਕਿਤੇ ਇਸ ਤਰ੍ਹਾਂ ਤਾਂ ਨਹੀਂ ਹੈ? ਸਰ ਨਹੀਂ, ਆਈ ਡੋਂਟ ਨੋ, ਮੈਂ ਤਾਂ ਉੱਥੇ ਨਹੀਂ ਸੀ ਉਸ ਵੇਲੇ। ਉਸ ਤੋਂ ਇਲਾਵਾ ਤੁਸੀਂ ਸਾਰਾ ਦਿਨ ਰਹਿੰਦੇ ਹੋ, ਸਾਰਾ ਦਿਨ ਦੇ ਵਿੱਚ ਵੀ ਤੁਹਾਨੂੰ ਕਦੇ ਕੋਈ ਐਸੀ ਹਰਕਤ ਜਿਹੜੀ ਆ ਉਹਨਾਂ ਦੀ ਨਜ਼ਰ ਆਈ ਹੈ, ਤੁਹਾਨੂੰ ਉਹਨਾਂ ਨੇ ਦਿਨ ਵੇਲੇ ਵੀ ਟੱਚ ਕੀਤਾ ਹੋਵੇ ਔਰ ਸਿਰਫ ਰਾਤ ਨੂੰ ਹੀ ਤੁਹਾਨੂੰ ਡਿਸਟਰਬ ਕਰਦੇ ਸੀ? ਕੀ ਕਹਿਣਾ ਚਾਹੁੰਦੇ ਹੋ, ਬੋਲੋ। ਸਰ ਮੈਂ ਕਿਚਨ ਵਿੱਚ ਖਾਣਾ ਬਣਾਉਣਾ, ਇਹਨਾਂ ਨੇ ਮਗਰੋਂ ਦੀ ਆ ਕੇ ਮੈਨੂੰ ਜੱਫੀਆਂ ਪਾਉਣ ਲੱਗ ਪੈਣਾ। ਮੇਰੇ ਮਨਾ ਕਰਨ ਦੇ ਬਾਵਜੂਦ ਮੇਰੀ ਕੁੱਟਮਾਰ ਕਰ ਦਿੰਦਾ ਸੀ। ਫਿਰ ਇਹਨਾਂ ਨੇ ਮੇਰਾ ਮੂੰਹ ਚੁੰਮੀ ਜਾਣਾ, ਮੇਰਾ ਬਿਨਾਂ ਪੁੱਛੇ ਮੈਨੂੰ ਮਨਾ ਕਰਦਾ, ਇਹਨਾਂ ਤਾਂ ਵੀ ਮੇਰੀ ਕੁੱਟਮਾਰ ਕਰਨੀ। ਸਰ ਇਹਨਾਂ ਨੇ ਤੇ ਬਾਥਰੂਮ ਦੇ ਦਰਵਾਜ਼ੇ ਦੀ ਕੁੰਡੀ ਵੀ ਤੋੜ ਦਿੱਤੀ ਸੀ।
ਦਰਵਾਜ਼ੇ ਦੀ ਕੁੰਡੀ ਤੁਸੀਂ ਮਤਲਬ ਲੌਕ ਲਾ ਕੇ ਪੈ ਰਹੇ ਸੀਗੇ ਤਾਂ ਇਹ ਤੋੜ ਕੇ ਤੁਹਾਡੇ ਘਰ ਆ ਗਏ? ਹਾਂਜੀ, ਤੁਹਾਡੇ ਰੂਮ ਚ ਆ ਗਏ, ਸੌਰੀ। ਹਾਂਜੀ ਸਰ, ਮੇਰੇ ਅੰਦਰ ਵਾਸ਼ਰੂਮ ਦੇ ਦਰਵਾਜ਼ੇ ਦੀ ਕੁੰਡੀ ਤੋੜ ਦਿੱਤੀ ਇਹਨਾਂ ਨੇ। ਮੈਂ ਉਸ ਦਿਨ ਬਹੁਤ ਔਖੀ ਰਹੀ, ਪਰ ਮੇਰੇ ਦਾਦਾ ਜੀ ਉਸ ਦਿਨ ਨਾ ਆਪਣਾ ਸਮਾਨ ਲੈਣ ਉੱਪਰ ਆਏ ਸੀਗੇ ਕਿ ਮੈਂ ਹੁਣ ਉੱਪਰ ਨਹੀਂ ਆ ਸਕਦਾ, ਮੇਰੇ ਨਾਲ ਬਾਰ-ਬਾਰ ਲੜਦਾ, ਮੇਰੇ ਨਾਲ ਹੱਥੀ ਪੈਂਦਾ, ਮੈਨੂੰ ਕੁੱਟ ਮਾਰ ਕਰਦਾ, ਮੈਨੂੰ ਮਾਰ ਸਕਦਾ। ਤੁਸੀਂ ਤੇ ਆਪਣੇ ਹਸਬੰਡ ਨੂੰ, ਗੁਰਪ੍ਰੀਤ ਨੂੰ ਦੱਸਿਆ ਸੀਗਾ? ਆਪਣੀ ਸੱਸ ਨੂੰ ਦੱਸਿਆ ਸੀਗਾ ਜਿਹੜੀ ਅਸਲੀ ਮਾਂ ਹੁੰਦੀ? ਤੁਸੀਂ ਦੱਸਿਆ ਉਹਨੂੰ ਕਿ ਮੇਰੇ ਨਾਲ? ਹਾਂਜੀ ਸਰ, ਮੈਂ ਗੁਰਪ੍ਰੀਤ ਨੂੰ ਵੀ ਦੱਸਿਆ ਸੀ, ਆਪਣੀ ਸੱਸ ਨੂੰ ਵੀ ਦੱਸਿਆ ਸੀ। ਉਹ ਕੀ ਕਹਿੰਦੇ ਸੀਗੇ? ਉਹਨਾਂ ਦਾ ਕੀ ਜਵਾਬ ਸੀ ਤੁਹਾਨੂੰ, ਮਨਪ੍ਰੀਤ? ਸਰ ਉਹ ਕਹਿੰਦੇ ਸੀ ਜੋ ਮੇਰਾ ਡੈਡੀ ਕਹਿੰਦਾ ਤੂੰ ਉਹਨਾਂ ਸਹਿਮਤ ਰੱਖ। ਤੁਹਾਡਾ ਹਸਬੰਡ ਕਹਿ ਰਿਹਾ ਤੁਹਾਨੂੰ ਕਿ ਜੋ ਮੇਰਾ ਡੈਡੀ ਕਹਿੰਦਾ ਉਹਦੇ ਕਰ ਤੂੰ? ਹਾਂਜੀ। ਇਹ ਗੱਲ ਸੱਚੀ ਹੈ? ਹਾਂਜੀ ਸਰ, ਸੱਚ ਹੈ। ਆਈ ਡੋਂਟ ਨੋ। ਸੋ ਨਾਲੇ ਤੁਸੀਂ ਸਰ ਮੈਨੂੰ ਇਹਨਾਂ ਨੇ ਇਸ ਗੱਲ ਦੇ ਨਾਲ ਇੰਨੀ ਗੱਲ ਵੀ ਕਹੀ ਕਿ ਗੁਰਪ੍ਰੀਤ ਨੇ ਕਿ ਨਾ ਮੇਰੀ ਮੰਮੀ ਮੇਰੇ ਪਾਪੇ ਨਾਲ 10 ਸਾਲ ਰਹੀ ਸੀ ਤੇ ਮੇਰਾ ਪਾਪਾ ਸ਼ਰਾਬ ਪੀਂਦਾ ਸੀ ਤੇ ਜਿਹੜਾ ਮੇਰਾ ਡੈਡੀ ਆ ਉਹ ਸ਼ਰਾਬ ਨਹੀਂ ਪੀਂਦਾ ਤਾਂ ਤੂੰ ਰਹੀ ਜਾ ਉਹਨਾਂ। ਇੰਨੀ ਗੱਲ ਵੀ ਸਰ ਇਹਨਾਂ ਨੇ ਕਹੀ ਹੈ ਮੈਨੂੰ। ਕਿਸ ਤਰ੍ਹਾਂ? ਤੁਹਾਡੇ ਹਸਬੰਡ ਨੇ ਕੀ ਕਿਹਾ? ਮੇਰੇ ਹਸਬੰਡ ਨੇ ਇਹ ਕਿਹਾ ਕਿ ਮੇਰੀ ਜਿਹੜੀ ਮੰਮੀ ਆ ਨਾ, ਮੇਰੀ ਸੱਸ, ਉਹ ਨਾ ਮੇਰੇ ਡੈਡੀ ਦਾਦੇ ਦੇ ਨਾਲ 10 ਸਾਲ ਰਹੀ ਆ। ਉਹ ਤਾਂ ਕਰਦੇ ਸੀ ਡਰਿੰਕ ਤੇ ਮੇਰਾ ਡੈਡੀ ਨਹੀਂ ਕਰਦਾ ਡਰਿੰਕ, ਤੇ ਤੂੰ ਮੇਰੇ ਡੈਡੀ ਨਾਲ ਰਹੀ ਜਾ, ਜੋ ਮੇਰਾ ਡੈਡੀ ਕਹਿੰਦਾ ਤੂੰ ਉਦਾਂ ਦਾ ਕਰੀ ਜਾ। ਉਹਨਾਂ ਨੇ ਕਿਹਾ ਕਿ ਜਿਹੜੀ ਮੇਰੀ ਮਦਰ ਆ ਉਹ ਮੇਰੇ ਬਾਬੇ ਨਾਲ ਰਹੀ ਹੈ। ਰਹੀ ਦਾ ਮਤਲਬ ਕੀ? ਮੈਂ ਸਮਝ ਨਹੀਂ ਸਕਿਆ। ਤੇ ਹੁਣ ਉਹੀ ਕਹਿੰਦਾ ਮੈਨੂੰ ਇੰਨੀ ਗੱਲ ਕਹੀ, ਮੇਰੇ ਘਰਦਿਆਂ ਨੂੰ ਵੀ ਇਹੀ ਗੱਲ ਕਹੀ ਇਹਨਾਂ ਨੇ। ਇਹ ਕਿਵੇਂ ਹੋ ਸਕਦਾ ਕਿ ਇੱਕ ਪੁੱਤਰ ਆਪਣੀ ਮਾਂ ਦੇ ਇਲਜ਼ਾਮ ਲਾ ਸਕਦਾ ਕਿ ਮੇਰੀ ਮਾਂ ਜਿਹੜੀ ਹੈ ਮੇਰੇ ਬਾਬੇ ਨਾਲ ਰਹੀ ਆ? ਇਟਸ ਨਾਟ ਐਕਸੈਪਟੇਬਲ। ਮੈਂ ਇਸ ਨੂੰ ਐਕਸੈਪਟ ਨਹੀਂ ਕਰ। ਐਨੀਵੇ ਤੁਸੀਂ ਪੁਲਿਸ ਨੂੰ ਕੇਸ ਦਿੱਤਾ ਹੈ? ਤੇ ਗੁਰਪ੍ਰੀਤ ਜਿਹੜਾ ਨਾ ਮਰਦ ਸੀ। ਸੋ ਆਈ ਡੋਂਟ ਨੋ ਕਿ ਤੁਸੀਂ ਕਿਹੋ ਜਿਹੀ ਸਟੋਰੀ ਜਿਹੜੀ ਹੈ ਕਵਰ ਕਰ ਰਹੇ ਹੋ ਔਰ ਕੀ ਚੱਕਰ ਕੀ ਹੈ। ਬੇਟਾ ਤੁਸੀਂ ਜੋ ਕਹਿ ਰਹੇ ਹੋ ਸੱਚੇ ਪਾਤਸ਼ਾਹ ਨੂੰ ਹਾਜ਼ਰ ਨਾਲ ਸੱਚ ਕਹਿ। ਤੁਸੀਂ ਪੁਲਿਸ ਨੂੰ ਇਨਫੋਰਮ ਕੀਤਾ ਜਾਂ ਨਹੀਂ? ਹਾਂਜੀ ਮੈਂ ਇਹ ਸੱਚ ਕਹਿ ਰਹੀ ਹਾਂ। ਇਹ ਗੱਲ ਮੇਰੀ ਤੇ ਮਤਲਬ ਪੇਰੈਂਟਸ ਨੂੰ ਦੱਸੀ ਨਾ ਕਿ ਮੇਰੇ ਨਾਲ ਆਹ ਕੁਛ ਹੋਇਆ, ਮੇਰੇ ਸਹੁਰੇ ਨੇ ਆਹ ਕੁਛ ਕੀਤਾ ਤੇ ਇਹਨਾਂ ਨੇ ਤੇ ਮੇਰੇ ਘਰਦਿਆਂ ਨੇ ਪੰਚਾਇਤ ਵਿੱਚ ਨਾ ਘਰੇ ਸੱਦੀ ਸੀਗੀ, ਪੰਚਾਇਤ ਦੇ ਮੈਂਬਰ, ਉਹਨਾਂ ਵਿੱਚ ਬੈਠ ਕੇ ਤੇ ਮੇਰੇ ਤੋਂ ਫੇਰ ਇਹੀ ਗੱਲ ਮੈਂ ਇਹਨਾਂ ਨੂੰ ਸਾਰਿਆਂ ਨੂੰ ਦੱਸੀ ਤੇ ਮੇਰੀ ਸੱਸ ਉਸ ਟਾਈਮ ਆ ਗਈ ਸੀ। ਤੇ ਸੱਸ ਮੇਰੀ ਨੇ ਸਹੁਰੇ ਮੇਰੇ ਨੇ ਪੁੱਛਿਆ ਸੀ ਕਿ ਜੋ ਮਨਪ੍ਰੀਤ ਨੇ ਕਿਹਾ ਕਿ ਤੁਸੀਂ ਕੋਈ ਗੱਲ ਦਾ ਜਵਾਬ ਦਿਓ। ਤੁਹਾਨੂੰ ਹੁਣ ਸਾਰੇ ਕੋਈ ਗੱਲ ਦਾ ਤੁਹਾਨੂੰ ਹੁਣ ਸਾਰੇ ਪਰਿਵਾਰ ਨੇ ਸਪਾਂਸਰ ਨਹੀਂ ਕੀਤਾ? ਹਾਂਜੀ। ਤੁਹਾਨੂੰ ਇਟਲੀ ਵਿੱਚ ਸੱਦਿਆ ਨਹੀਂ ਉਹਨਾਂ ਨੇ? ਤੇ ਸਾਨੂੰ ਨਹੀਂ ਸੱਦਿਆ ਉੱਥੇ। ਤੁਹਾਡਾ ਸਹੁਰਾ ਸਾਹਿਬ ਹੁਣ ਇੰਡੀਆ ਵਿੱਚ ਹੈ ਇਸ ਵੇਲੇ? ਸਰ ਉਹ ਇਟਲੀ 'ਚ ਹੈ। ਸਹੁਰਾ ਵੀ ਇਟਲੀ ਵਿੱਚ ਹੈ? ਹਾਂਜੀ। ਸਿੱਧੂ ਸਾਹਿਬ ਇਹ ਇਟਲੀ ਦਾ ਨੰਬਰ ਹੈ ਤੁਹਾਡੇ ਕੋਲ? ਹਾਂਜੀ ਸਰ, ਸੈਂਡ ਕਰ। ਹੋਲਡ ਔਨ ਪਲੀਜ਼ 1 ਸੈਕੰਡ। ਸਿੱਧੂ ਸਾਹਿਬ ਪਲੀਜ਼ ਪ੍ਰੀਕਾਸ਼ਨ ਲਓ 1 ਸੈਕੰਡ ਕਿ ਇਹਨਾਂ ਦੇ ਸਹੁਰਾ ਸਾਹਿਬ ਤੁਹਾਡੇ ਕੋਲ ਨੰਬਰ ਹੈ? ਹਾਂਜੀ, ਕੈਨ ਯੂ ਡਾਇਲ ਆਊਟ ਪਲੀਜ਼? ਸੋ ਅਸੀਂ ਗੌਰਵ ਪੰਜਾਬ ਵਿੱਚ ਮੈਂ ਬੇਨਤੀ ਪਹਿਲਾਂ ਵੀ ਕੀਤੀ ਸੀ ਕਿ ਜਦੋਂ ਵੀ ਅਸੀਂ ਗੱਲਬਾਤ ਕਰਾਂਗੇ ਅਸੀਂ ਉਹਨਾਂ ਨੂੰ ਲਾਈਨ 'ਚ ਲੈ ਕੇ ਆਵਾਂਗੇ ਔਰ ਲਾਈਨ ਹੋਲਡ ਰੱਖੋ। ਜੋ ਤੁਸੀਂ ਕਹਿ ਰਹੇ ਹੋ ਸੱਚ ਕਹਿ ਰਹੇ ਹੋ। ਤੁਹਾਡੀ ਮਦਰ ਤੁਹਾਡੇ ਕੋਲ ਨੇ? 1 ਸੈਕੰਡ ਲਈ ਮੈਂ ਗੱਲ ਕਰਨੀ ਚਾਹਾਂਗਾ ਉਹਦੇ ਨਾਲ। ਹਾਂਜੀ। ਹਾਂਜੀ, ਆਪਣੀ ਮਦਰ ਨਾਲ ਗੱਲ ਕਰਾਓ ਪਲੀਜ਼। ਮਨਪ੍ਰੀਤ, ਮੈਂ ਤੁਹਾਡੀ ਮਦਰ ਇੱਕ ਜ਼ਿੰਮੇਵਾਰ ਔਰਤ ਹੈ। ਉਹ ਕਿਵੇਂ ਕਿਸ ਤਰ੍ਹਾਂ ਆਪਣੀ ਧੀ ਦਾ ਦੁੱਖ ਸੁਣ ਰਹੀ ਹੋਵੇਗੀ? ਦੁੱਖ ਤੁਸੀਂ ਜੋ ਹਟਾਇਆ ਤੁਹਾਡੇ ਮੁਤਾਬਕ ਕੀ ਸੱਚ ਹੈ ਕੀ ਝੂਠ ਹੈ? ਇਹ ਸਾਡੇ ਟੋਰਾਂਟੋ ਦੇ ਲਿਸਨ ਜਿਹੜੇ ਸੁਣਨ ਵਾਲੇ ਸੋਚਣ ਦਰਸ਼ਕ ਨੇ ਉਹ ਅੱਜ ਦੇ ਪ੍ਰੋਗਰਾਮ ਵਿੱਚ ਤੁਹਾਡੇ ਨਾਲ ਗੱਲਬਾਤ ਕਰਨਗੇ। ਹਾਂਜੀ, ਤੁਸੀਂ ਲਾਈਨ ਨੂੰ ਹੋਲਡ ਰੱਖੋ ਔਰ ਅਸੀਂ ਮਨਪ੍ਰੀਤ ਤੁਹਾਡਾ ਜ਼ਿਲ੍ਹਾ ਵੀ ਹੁਸ਼ਿਆਰਪੁਰ ਹੈ, ਸਹੁਰੇ ਨੇ ਜ਼ਿਲ੍ਹਾ ਵੀ ਹੁਸ਼ਿਆਰਪੁਰ ਹੈ ਤੇ ਤੁਹਾਡਾ ਪਿੰਡ ਦਾ ਨਾਮ ਮੈਂ ਭੁੱਲ ਗਿਆ, ਦੁਬਾਰਾ ਦੱਸੋਗੇ? ਮਨਪ੍ਰੀਤ ਤੁਹਾਡੇ ਪਿੰਡ ਦਾ ਨਾਮ ਕੀ ਹੈ? ਨਾਰਾਇਣਗੜ੍ਹ। ਹਾਂਜੀ, ਨਾਰਾਇਣਗੜ੍ਹ ਸਰ। ਨਾਰਾਇਣਗੜ੍ਹ? ਹਾਂਜੀ ਨਾਰਾਇਣਗੜ੍ਹ। ਤਹਿਸੀਲ ਕਿਹੜੀ ਹੈ ਤੁਹਾਡੀ? ਤਹਿਸੀਲ ਦਸੂਆ। ਤਹਿਸੀਲ ਦਸੂਆ ਹੈ, ਨਾਰਾਇਣਗੜ੍ਹ। ਆਈ ਸੀ। ਆਓ ਅਸੀਂ ਜਿਹੜੇ ਸਾਡੀਆਂ ਭੈਣਾਂ ਭਰਾ ਸਹੁਰੇ ਨੇ ਕਿ ਲੜਕੀ ਆਪਣੇ ਸਹੁਰੇ ਤੇ ਇਹੋ ਜਿਹੇ ਦੋਸ਼ ਲਾ ਰਹੀ ਹੈ ਜਿਹੜੇ ਕਿ ਸੁਣਨ ਦੇ ਵਾਸਤੇ ਵੀ ਸਾਨੂੰ ਸ਼ਰਮ ਮਹਿਸੂਸ ਹੁੰਦੀ ਆ ਕਿ ਇਹ ਕਲਯੁਗ ਹੈ ਜਾਂ ਫਿਰ ਕਈ ਵਾਰੀ ਲੜਕੀਆਂ ਵੱਲੋਂ ਦੋਸ਼ ਇਹੋ ਜਿਹੇ ਲਾਏ ਜਾਂਦੇ ਨੇ ਕਿ ਉਹ ਆਪਣੇ ਰਿਸ਼ਤੇ ਨੂੰ ਕਾਇਮ ਰੱਖਣਾ ਚਾਹੁੰਦੇ। ਆਈ ਡੋਂਟ ਨੋ ਇਹਦੇ ਬਾਰੇ ਵਿੱਚ ਤੁਹਾਡੀ ਜਜਮੈਂਟ ਕੀ ਹੈ ਕਿਉਂਕਿ ਸਟੋਰੀ ਵਨ ਸਾਈਡਡ ਹੈ ਔਰ ਅਸੀਂ ਜਿੰਨੇ ਚ ਇੱਕ ਦੂਜੇ ਪਰਿਵਾਰ ਨਾਲ ਨਹੀਂ ਜੁੜਦੇ ਉਹਨਾਂ ਚ ਵਨ ਸਾਈਡਡ ਸਟੋਰੀ ਕਹਾਂਗੇ। ਔਰ ਗੌਰਵ ਪੰਜਾਬ ਚ ਅਸੀਂ ਫਸਟ ਕਾਲ ਜਿਹੜੀ ਲੈਣੀ ਚਾਹਾਂਗੇ। ਪਲੀਜ਼ ਪ੍ਰੋਸੀਡ ਕਰੋ। ਕਾਲਰ ਸਪੀਕ ਯੂਰ ਮਾਈਂਡ। ਤੁਸੀਂ ਇਸ ਲੜਕੀ ਨਾਲ ਗੱਲ ਕਰੋਗੇ? ਜਿਹੜੇ ਦੋਸ਼ ਲਾ ਰਹੇ ਨੇ ਮੇਰੇ ਵਾਸਤੇ ਬੜੇ ਅਜੀਬ ਨੇ, ਕੀ ਕਹਿਣਾ ਚਾਹੁੰਦੇ ਹੋ?
ਮਾਰਨਿੰਗ ਭਾਜੀ। ਜੀ ਮਾਰਨਿੰਗ, ਬੋਲੋ ਜੀ। ਭਾਜੀ ਕੋਈ ਨਾ ਹਜਮ ਜਿਹੀ ਨਹੀਂ ਹੁੰਦੀ ਗੱਲ, ਕੋਈ ਬਣੀ ਜੀ ਨਹੀਂ ਗੱਲ, ਸਮਝ ਹੀ ਨਹੀਂ ਲੱਗਦੀ ਵੀ ਇਹ ਟੱਕਰ ਕੀ ਹੈ ਜੀ। ਕੋਈ ਮਤਲਬ ਗੱਲ ਬਣੀ ਨਹੀਂ ਭਾਜੀ, ਸਮਝ ਤੋਂ ਬਾਹਰ ਹੈ ਜੀ। ਤੁਹਾਡੇ ਭਾਜੀ ਲੱਗੀ ਸਮਝ? ਆਈ ਡੋਂਟ ਨੋ, ਕਿਉਂਕਿ ਮੇਰੇ ਵਾਸਤੇ ਬੜੇ ਅਜੀਬ ਦੋਸ਼ ਨੇ ਇਸ ਲੜਕੀ ਵੱਲੋਂ। ਕਈ ਵਾਰੀ ਲੜਕੀਆਂ ਜਿਹੜੀਆਂ ਨੇ, ਇਹ ਸੱਚ ਹੈ ਜਾਂ ਲੜਕੀ ਆ, ਆਪਣੇ ਰਿਸ਼ਤੇ ਨੂੰ ਤੋੜਨ ਦੀ ਖਾਤਰ ਜਿਹੜੇ ਨੇ ਬਲੇਮ ਕਰਦੇ ਨੇ ਇੱਕ ਦੂਜੇ ਤੇ। ਸੋ ਆਈ ਡੋਂਟ ਨੋ, ਇਹ ਕਹਿੰਦੀ ਲੜਕੀ ਕਹਿੰਦੀ ਸੱਚ ਹੈ। ਆਈ ਡੋਂਟ ਨੋ। ਔਰ ਤੁਸੀਂ ਇਹ ਜੱਜਮੈਂਟ ਜਿਹੜੀ ਹੈ ਤੁਹਾਡੀ ਕੀ ਹੈ, ਤੁਸੀਂ ਸਵਾਲ ਪੁੱਛੋ, ਤੁਹਾਨੂੰ ਜੱਜਮੈਂਟ ਜਿਹੜੀ ਜੱਜ ਹੋ ਜਾਵੇਗੀ। ਜੱਜਮੈਂਟ ਸਮਝਣ ਦੀ ਕੋਸ਼ਿਸ਼ ਤਾਂ ਕਰਦੇ ਆ ਭਾਜੀ, ਬਟ ਹੁਣ ਸਮਝ ਜੀ ਲੱਗਦੀ ਨਹੀਂ, ਮਤਲਬ ਕਿ ਕੋਈ ਹਜਮ ਜਿਹਾ ਨਹੀਂ ਹੁੰਦਾ ਭਾਜੀ। ਆਈਸ, ਮਿਹਰਬਾਨੀ ਜੀ। ਅਗਲੀ ਕਾਲ ਮਨਪ੍ਰੀਤ, ਤੁਸੀਂ ਸਵਾਲ ਦਾ ਜਵਾਬ ਦਿਓਗੇ। ਕਾਲਰ ਹੈਲੋ, ਹਾਂਜੀ ਬਾਸੀ ਸਾਹਿਬ, ਸਤਿ ਸ਼੍ਰੀ ਅਕਾਲ ਜੀ। ਜੀ ਬਾਸੀ ਸਾਹਿਬ, ਸਮਝ ਨਹੀਂ ਆਉਂਦੀ, ਜਿੱਦਾਂ ਇਹਨਾਂ ਨੇ ਦਾਦੇ ਸਹੁਰੇ ਨੂੰ, ਸੱਸ ਨੂੰ ਵੀ ਉਹ ਵੀ ਗਲਤ ਕਹਿਤਾ, ਫਿਰ ਸਹੁਰਾ ਵੀ ਇਦਾਂ ਕਿੱਦਾਂ ਦਾ ਹੋਊਗਾ, ਉਹ ਵੀ ਉਹਨਾਂ ਨੂੰ ਵੀ ਉਹ ਨਾ ਰੋਕੂਗਾ, ਫਿਰ ਆਪਣਾ ਸਹੁਰੇ ਨਾਲ ਇਦਾਂ ਦਾ ਕਹਿਤਾ। ਗੱਲ ਸਮਝ ਨਹੀਂ ਆਉਂਦੀ। ਬੰਦਾ ਜਿੰਨਾ ਮਰਜ਼ੀ ਮਾੜਾ ਹੋਵੇ, ਮੈਨੂੰ ਨਹੀਂ ਲੱਗਦਾ ਕੋਈ ਬੰਦਾ ਆਪਣੀ ਘਰ ਵਾਲੀ ਨੂੰ ਉਹਦੀ ਇੱਜ਼ਤ ਹੁੰਦੀ ਆ ਉਹ ਇਦਾਂ ਦਾ ਕਹਿ ਦੂਗਾ ਜਿਵੇਂ ਕਹਿੰਦਾ ਉਹ ਘਰ, ਚਾਹੇ ਉਹਦਾ ਪਿਓ ਹੋਵੇ ਚਾਹੇ ਉਹਦਾ ਭਰਾ ਹੋਵੇ, ਕੋਈ ਨਹੀਂ ਇਦਾਂ ਬਰਦਾਸ਼ਤ ਕਰਦਾ। ਮੈਨੂੰ ਨਹੀਂ ਇਹ ਸਮਝ ਲੱਗਦੀ ਕਿ ਗੱਲ ਹਜਮ ਨਹੀਂ ਆਉਂਦੀ ਕਿ ਸਾਰੇ ਟੱਬਰ ਦੇ ਉੱਤੇ ਬਲੇਮ ਲਾਤੇ। ਆਈ ਡੋਨਟ ਥਿੰਕ ਸੋ ਹੀ ਸਾਰਾ ਟੱਬਰ ਹੀ ਇਦਾਂ ਦਾ ਹੋਊਗਾ। ਨੋ, ਕਿਉਂਕਿ ਇਹਨੇ ਜਿਹੜਾ ਇੱਕ ਬਲੇਮ ਜਿਹੜਾ ਲਾਇਆ, ਮੈਨੂੰ ਬਹੁਤ ਜਿਹੜਾ ਪੈਂਚ ਕੀਤਾ ਹੈ ਕਿ ਮੇਰੇ ਹਸਬੈਂਡ ਨੂੰ ਦੱਸਿਆ ਤੇ ਮੇਰਾ ਹਸਬੈਂਡ ਕਹਿੰਦਾ ਕਿ ਜਿਹੜੀ ਮੇਰੀ ਮਦਰ ਆ ਉਹ ਮੇਰੇ ਬਾਬੇ ਰਹਿੰਦੀ ਰਹੀ ਹੈ 10-12 ਸਾਲ। ਜਿਹੜਾ ਕਿੱਦਾਂ ਕਹਿ ਦੂਗੀ? ਦੇਖੋ ਕਿਹੜਾ ਇਦਾਂ ਦਾ ਬੰਦਾ ਜਿਹੜਾ ਆਪਦੀ ਮਾਂ ਨੂੰ ਵੀ ਕਹਿ ਦੂਗਾ ਤੇ ਆਪਦੀ ਘਰ ਵਾਲੀ ਨੂੰ ਵੀ ਕਹਿ ਦੂਗਾ ਵੀ ਜਿੱਦਾਂ ਮੇਰਾ ਪਿਓ ਕਹਿ ਰਿਹਾ ਤੂੰ ਕਰ, ਉਹੀ ਗੱਲ ਤੁਹਾਨੂੰ ਮੈਂ ਕਹਿ ਰਿਹਾ ਜੀ। ਕੋਈ ਵੀ ਬੰਦਾ 100 ਚੋਂ ਇੱਕ ਬੰਦਾ ਭਲਾ ਦੀ ਮੇਬੀ ਹੋਵੇ, ਪਰ ਮੈਨੂੰ ਲੱਗਦਾ ਉਹ ਵੀ ਨਹੀਂ ਹੋਣਾਗਾ ਜਿਹੜਾ ਘਰ ਵਾਲੀ ਉਹਦੀ ਇੱਜ਼ਤ ਹੁੰਦੀ ਆ। ਕੋਈ ਬੰਦਾ ਨਹੀਂ ਕਹਿ ਸਕਦਾਗਾ ਭਲਾ ਜਿਹਦਾ ਸਗਾ ਪਿਓ ਗਲਤ ਹਰਕਤ ਕਰੇ ਚਾਹੇ ਭਰਾ ਕਰੇ, ਉਹ ਬਿਲਕੁਲ ਵਿਰੋਧ ਕਰੂਗਾ। ਮੈਂ ਨਹੀਂ ਮੰਨਦਾ ਇਹ ਗੱਲ ਨੂੰ। ਮਨਪ੍ਰੀਤ, ਲੋਕ ਟਰਸਟ ਯਕੀਨ ਨਹੀਂ ਕਰ ਰਹੇ, ਜੋ ਤੁਸੀਂ ਕਹਿ ਰਹੇ ਸੱਚ ਕਹਿ ਰਹੇ ਹੋ? ਹਾਂਜੀ ਸਰ, ਮੈਂ ਮੇਰੇ ਨਾਲ ਜੋ ਹੋਇਆ ਮੈਂ ਉਹੀ ਬੋਲ ਰਹੀ ਹਾਂ, ਮੈਂ ਝੂਠ ਨਹੀਂ ਬੋਲਦੀ। ਠੀਕ ਹੈ ਜੀ। ਅਗਲੀ ਕਾਲ ਤੇ ਸਾਡੇ ਸਰੋਤੇ ਕਾਲ ਕਰਨੇ ਨੇ। ਹਾਂਜੀ, ਜਵਾਬ ਦੇਵੇਗੀ। ਸਵਾਲ ਕਰੋ ਇਸ ਲੜਕੀ ਨੂੰ ਤਾਂ ਕਿ ਪਤਾ ਲੱਗ ਸਕੇ। ਗੁਰਦੀਪ ਜੀ, ਤੁਹਾਡਾ ਸਵਾਲ ਹੋਣਾ ਚਾਹੀਦਾ ਇਸ ਲੜਕੀ ਨੂੰ, ਬੋਲੋ। ਹਾਂਜੀ, ਨਹੀਂ ਸਵਾਲ ਕੋਈ ਨਹੀਂ, ਪਰ ਜਿੱਦਾਂ ਪਹਿਲਾਂ ਨੇ ਕਿਹਾ ਵੀ ਇਹ ਨਾ ਗੱਲ ਬਣਦੀ ਨਹੀਂ ਹੈਗੀ। ਇਦਾਂ ਦੀਆਂ ਸਟੋਰੀਆਂ ਪਹਿਲਾਂ ਵੀ ਆਈਆਂ, ਜਦੋਂ ਕੋਈ ਅਪਲਾਈ ਨਹੀਂ ਕਰਦਾ ਇਧਰੋਂ ਤੇ ਉਦੋਂ ਹੀ ਕਿਉਂ ਇਹ ਬਾਹਰ ਗੱਲਾਂ ਆਣੀਆਂ। ਜਦੋਂ ਇਹਨਾਂ ਪਹਿਲਾਂ ਗੱਲਬਾਤ ਹੋਈ ਸੀ, ਜਾਂ ਸਹੁਰਾ ਉੱਥੇ ਸੀ ਜਾਂ ਇਹਦਾ ਹਸਬੈਂਡ ਉੱਥੇ ਸੀ, ਉਦੋਂ ਕਿਉਂ ਨਹੀਂ ਰੌਲਾ ਪਾਇਆ, ਕਿਉਂ ਨਹੀਂ ਕੰਪਲੇਂਟ ਕੀਤੀ? ਹੁਣ ਮਨਪ੍ਰੀਤ, ਤੂੰ ਉਦੋਂ ਹਾਂਜੀ ਸਰ, ਬੋਲੋ ਬੋਲੋ, ਕੀ ਕਹਿਣਾ ਚਾਹੁੰਦੇ ਹੋ? ਜਿਹੜੇ ਕਾਲਰ ਤੁਹਾਨੂੰ ਪੁੱਛ ਰਹੇ ਨੇ, ਕੀ ਕਹਿਣਾ ਚਾਹੁੰਦੇ ਹੋ? ਜੱਜਮੈਂਟ ਜਿਹੜੀ ਤੁਹਾਡੀ ਕੀ ਹੈ, ਬੋਲੋ। ਸਰ ਮੈਂ ਜਿਹੜੇ ਵਿਚੋਲਾ ਸੀ ਨਾ, ਉਹ ਗੁਰਪ੍ਰੀਤ ਦੇ ਮਾਮਾ ਜੀ ਵੀ ਸੀ ਤੇ ਮਾਮੀਆਂ ਵੀ ਸੀ, ਉਹਨਾਂ ਨੂੰ ਵੀ ਸਭ ਕੁਝ ਪਤਾ ਹੈ। ਤੁਸੀਂ ਚਾਹੋ ਤਾਂ ਉਹਨਾਂ ਨਾਲ ਵੀ ਗੱਲ ਕਰ ਸਕਦੇ ਹੋ। ਨਹੀਂ ਪਤਾ ਹੋਊਗਾ, ਸਾਰਾ ਕੁਝ ਹੋਊਗਾ, ਪਰ ਜਦੋਂ ਤੁਹਾਡੇ ਨਾਲ ਇਹ ਕੁਝ ਹੋਇਆ ਤੁਸੀਂ ਉੱਥੇ ਕਿਉਂ ਨਹੀਂ ਰੌਲਾ ਪਾਇਆ? ਉਸ ਰਾਈਟ ਵੇ ਤੁਸੀਂ ਕੰਪਲੇਨ ਕਿਉਂ ਨਹੀਂ ਕੀਤੀ? ਹੁਣ ਜਦ ਉਹ ਮੁੰਡਾ ਵੀ ਇਟਲੀ ਆ ਗਿਆ, ਪੇ ਵੀ ਇਟਲੀ ਆ ਗਿਆ, ਤੁਹਾਨੂੰ ਸਪਾਂਸਰ ਨਹੀਂ ਕਰ ਰਹੇ, ਹੁਣ ਤੁਸੀਂ ਕਿਉਂ ਬਾਹਰ ਲਿਆ ਰਹੇ ਆ ਬਾਹਰ? ਰਾਈਟ ਵੇ ਤੁਹਾਨੂੰ ਉਦੋਂ ਕਰਨਾ ਚਾਹੀਦਾ ਸੀ। ਸਰ ਅਸੀਂ ਕੀਤਾ ਸੀ ਉਹਨਾਂ ਦੇ ਮਾਮਾ ਜੀ ਨੂੰ, ਉਹਨਾਂ ਦੇ ਮਾਮਾ ਜੀ ਕਹਿੰਦੇ ਕਿ ਏਦਾਂ ਇਹ ਮਰਜ਼ੀ ਦੇ ਗੋਪੀ ਦੇ ਜਿਹੜੇ ਡੈਡੀ ਆ ਨਾ, ਉਦੋਂ ਕੁਛ ਨਹੀਂ ਬੋਲਦੇ ਜਦੋਂ ਮੈਂ ਬੋਲੀ ਸੀਗੀ। ਮੇਰੀ ਸੱਸ ਨੇ ਵੀ ਉਦੋਂ ਚਾਹਿਆ ਕਿ ਤੁਸੀਂ ਕੋਈ ਗੱਲ ਕਰੋ, ਇਹਨਾਂ ਦੀ ਗੱਲ ਦਾ ਜਵਾਬ ਦਿਓ। ਕੰਪਲੇਂਟ ਲਿਖਾਈ ਆ, ਪਲੀਜ਼ ਕੰਪਲੇਂਟ ਲਿਖਾਈ ਆ ਜਾਂ ਪੰਚਾਇਤ ਕੋਈ ਕੀਤੀ ਆ? ਮਾਮਾ ਜੀ ਤੇ ਇਹਨਾਂ ਨੇ ਮਾਫੀ ਮੰਗੀ ਸੀ ਹੱਥ ਜੋੜ ਕੇ ਪੰਚਾਇਤ ਵਿੱਚ। ਨਹੀਂ ਭਾਜੀ, ਦੂਜੇ ਪਾਰਟੀ ਨੂੰ ਲਿਆਓ ਜੀ, ਫੇਰ ਪਤਾ ਲੱਗੂਗਾ। ਅਸੀਂ ਕੋਸ਼ਿਸ਼ ਕਰੇ। ਅਗਲੀ ਕਾਲ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਬਾਸੀ ਸਾਹਿਬ। ਹਾਂਜੀ, ਗੱਲ ਕਰੋ ਇਸ ਲੜਕੀ ਨੂੰ, ਸਵਾਲ ਕਰੋ, ਕਿਉਂਕਿ ਜੱਜਮੈਂਟ ਜਿਹੜੀ ਹੈ ਹਾਲੇ ਤੱਕ ਅਧੂਰੀ ਹੈ। ਬਾਸੀ ਸਾਹਿਬ, ਸਟੋਰੀ ਥੋੜੀ ਫਿਸ਼ੀ ਵੀ ਲੱਗਦੀ ਹੈ, ਬਟ ਜਿਵੇਂ ਉਹ ਲੜਕੀ ਕਹਿ ਰਹੀ ਹੈ ਕਿ ਪੰਚਾਇਤ ਹੋਈ ਹੈਗੀ, ਬਾਸੀ ਸਾਹਿਬ ਜੀ ਪਿੰਡ ਦੇ ਸਰਪੰਚ ਨਾਲ ਵੀ ਕੰਟੈਕਟ ਕਰ ਸਕਦੇ ਹੋ ਨਾ। ਉਹ ਦੱਸਿਓ, ਉਹਨੇ ਲੜਕੀ ਕਹਿ ਰਹੀ ਕਿ ਪੰਚਾਇਤ ਹੋਈ ਸੀ ਪਿੰਡ ਦੇ ਵਿੱਚ, ਪੰਚਾਇਤ ਦੇ ਵਿੱਚ ਕੀ ਗੱਲ ਹੋਈ ਆਖਰ, ਕਿ ਪੰਚਾਇਤ ਦੇ ਬੰਦੇ ਮੋਹਤਵਾਰ ਹੁੰਦੇ ਆ। ਮਨਪ੍ਰੀਤ, ਤੁਹਾਡਾ ਪਿੰਡ ਨਰੈਣਗੜ੍ਹ ਆ, ਤਹਿਸੀਲ ਜਿਹੜੀ ਆ ਉਹ ਤੁਸੀਂ ਦਸੂਹਾ ਦੱਸਿਆ ਆ। ਤੁਹਾਡੇ ਪਿੰਡ ਦਾ ਕੋਈ ਨਾ ਕੋਈ ਮੈਨੂੰ ਜ਼ਰੂਰ ਇੱਥੇ ਕਾਲ ਕਰੂਗਾ। ਮੈਂ ਤੁਹਾਡੇ ਪਿੰਡ ਦੇ ਸਰਪੰਚ, ਪੰਚਾਇਤ ਦੇ ਵਿੱਚ ਪਿੰਡ ਦਾ ਸਾਡਾ ਸਰਪੰਚ ਵੀ ਗਿਆ ਸੀ, ਸ਼ਾਮਲ ਸੀ? ਸਰਪੰਚ ਨਹੀਂ ਸੀ ਸ਼ਾਮਲ, ਮੈਂਬਰ ਜ਼ਰੂਰ ਸੀ ਪੰਚਾਇਤ ਦੇ। ਪੰਚਾਇਤ ਦੇ ਮੈਂਬਰ ਜਿਹੜੇ ਸ਼ਾਮਲ ਸੀ ਤੁਹਾਡੇ ਪਿੰਡ ਦੇ, ਨਾਮ ਕੀ ਹੈ? ਹਜ਼ਾਰਾ ਸਿੰਘ। ਹਾਂਜੀ, ਹਜ਼ਾਰਾ ਸਿੰਘ। ਹਜ਼ਾਰਾ ਸਿੰਘ ਇੱਕ ਇਹ ਮੈਂਬਰ ਪੰਚਾਇਤ ਹੈ। ਹੋਰ ਕਿੰਨੇ ਸੀਗੇ? ਲੇਡੀ ਵੀ ਸੀ ਕੋਈ ਸਾਥ? ਤੁਹਾਡੇ ਪੰਚਣੀ ਵੀ ਸੀ? ਸਰ ਉਸ ਟਾਈਮ ਲੇਡੀ ਤਾਂ ਸਰਪੰਚ ਨਹੀਂ ਸੀ, ਪਰ ਉਸ ਟਾਈਮ ਹਾਂਜੀ ਲੇਡੀ ਉਸ ਟਾਈਮ ਤੇ ਸਰਪੰਚ ਨਹੀਂ ਸੀਗੀ। ਉਹ ਨਹੀਂ ਗਈ ਤੁਹਾਡੇ ਨਾਲ? ਪੰਚ ਗਿਆ ਇਕੱਲਾ ਹਜ਼ਾਰਾ ਸਿੰਘ? ਹਾਂਜੀ ਸਿਰਫ ਬਾਸੀ ਸਾਹਿਬ, ਸੋਹਰੇ ਨਾਲ ਸੰਪਰਕ ਕਰੋ। ਅੱਜ ਕੱਲ ਸੋਹਰਿਆਂ ਦਾ ਹਾਲ ਮਾੜਾ ਹੀ ਹੈਗਾ ਜੀ। ਜਿਹਦੀ ਬਸ ਕੋਈ ਬਾਹਰ ਗੱਲ ਨਿਕਲ ਜਾਂਦੀ ਹੈਗੀ ਹੈ ਤੇ ਉਹ ਜੱਗ ਜ਼ਾਹਰ ਹੋ ਜਾਂਦੀ, ਨਹੀਂ ਤਾਂ ਚੱਲੀ ਜਾਂਦਾ ਕੰਮ ਜੀ ਏਦਾਂ ਵਕਤ। ਠੀਕ ਹੈ ਜੀ, ਬਸ। ਹਾਂਜੀ, ਆਈ ਸੀ। ਮਿਹਰਬਾਨੀ ਜੀ। ਅਗਲੀ ਕਾਲ ਜੀ, ਨੈਕਸਟ ਕਾਲ ਜੀ। ਕਾਲ, ਸਤਿ ਸ਼੍ਰੀ ਅਕਾਲ ਜੀ।
ਹਾਂਜੀ ਹਾਂਜੀ, ਸਤਿ ਸ਼੍ਰੀ ਅਕਾਲ ਜੀ। ਜੀ ਕੀ ਕਹਿਣਾ ਚਾਹੁੰਦੇ ਸਰ, ਬੋਲੋ। ਹਾਂਜੀ, ਮੈਂ ਪੁੱਛਣਾ ਸੀਗਾ ਵੀ ਇਹ ਆਪਣਾ ਕਿੰਨਾ ਟਾਈਮ ਰਹੇ ਨੇ ਇਹ ਉਹ ਘਰ ਦੇ ਵਿੱਚ, ਜਦ ਸਹੁਰਾ ਸਾਹਿਬ ਨੇ ਇਹਨਾਂ ਨਾਲ ਗਲਤ ਹਰਕਤ ਕਰਨ ਦੀ ਕੋਸ਼ਿਸ਼ ਕੀਤੀ? ਮਤਲਬ ਕਿੰਨਾ ਟਾਈਮ ਦੱਸੋਗੇ ਮਰਦਾ ਜੀ? ਸਹੁਰੇ ਘਰ ਪਰਿਵਾਰ 'ਚ ਕਿੰਨਾ ਟਾਈਮ ਰਹੇ ਨੇ? ਮਨਪ੍ਰੀਤ, ਜਦੋਂ ਤੁਹਾਡੇ ਸਹੁਰਾ ਆਇਆ ਤੁਸੀਂ ਕਿੰਨਾ ਸਮਾਂ ਰਹੇ ਹੋ ਨਾਲ ਆਪਣੇ ਸਹੁਰੇ ਦੇ? ਤੇ ਥੋੜਾ ਜਦੋਂ ਮੇਰਾ 11ਵੇਂ ਮਹੀਨੇ ਆਏ ਸੀ ਤੇ 11ਵਾਂ 12ਵਾਂ ਫਰਵਰੀ 'ਚ ਗਏ ਸੀ ਸਰ। ਤੇ ਤੁਸੀਂ ਫਿਰ ਲਗਾਤਾਰ ਉਹਨੇ ਮਹੀਨੇ ਉੱਥੇ ਰਹੇ? ਹਾਂਜੀ ਸਰ, ਮੈਂ ਉੱਥੇ ਰਹੀ ਸੀ। ਮਨਪ੍ਰੀਤ, ਤੁਸੀਂ ਇਹ ਕਿਵੇਂ ਹੋ ਸਕਦਾ ਕਿ ਤੁਹਾਨੂੰ ਸਹੁਰਾ ਤੰਗ, ਜਿੱਦਣ ਤੁਹਾਡਾ ਸਹੁਰਾ ਆਇਆ ਇੰਡੀਆ ਕਿੰਨੇ ਦਿਨਾਂ ਬਾਅਦ ਉਹ ਤੁਹਾਨੂੰ ਟੱਚ ਕਰਨਾ ਸ਼ੁਰੂ ਕਰ ਦਿੱਤਾ? ਪਹਿਲੀ ਰਾਤ, ਦੂਜੀ ਰਾਤ, ਤੀਜੀ ਰਾਤ, ਕਿੰਨੇ ਦਿਨਾਂ ਬਾਅਦ? ਤੇ 2 ਦਿਨ ਬਾਅਦ ਸਰ ਮੇਰੇ ਨਾਲ ਹੀ ਹਰਕਤ ਹੋਈ ਸੀ। ਕੀ ਹੋਈ ਸੀ ਹਰਕਤ? ਟੈਲ ਮੀ ਟਰੂ, ਡੋਂਟ ਬੀ ਲਾਈ। ਸਰ ਇਹਨਾਂ ਨੇ ਮੈਨੂੰ ਨਾ ਦੁਪਹਿਰ ਦੇ ਟਾਈਮ ਤੇ ਮੇਰੇ ਕਮਰੇ ਤੇ ਮੈਨੂੰ ਖਿੱਚ ਕੇ ਨਾ ਬਾਹਾਂ ਦੇ ਨਾਲ ਮੈਨੂੰ ਮੇਰੇ ਕਮਰੇ 'ਚ ਮੇਰਾ ਇਹਨਾਂ ਨੇ ਚੂੜਾ ਲਾ ਦਿੱਤਾ ਸੀਗਾ। ਓਕੇ, ਫਿਰ ਸਰ ਇਹਨਾਂ ਨੇ ਮੇਰੇ ਨਾਲ ਰਾਤ ਦੇ ਟਾਈਮ ਤੇ ਆ ਕੇ ਮੇਰੇ ਕਮਰੇ ਵਿੱਚ ਮੈਨੂੰ ਜ਼ਬਰਦਸਤੀ ਮੇਰੇ ਬਿਸਤਰੇ 'ਚ ਲਟਾਇਆ। ਮੇਰੇ ਮਨਾ ਕਰਨ ਦੇ ਬਾਵਜੂਦ ਉਹਨਾਂ ਨੇ ਮੈਨੂੰ ਥੱਪੜ ਮਾਰੇ ਇਹਨਾਂ ਨੇ ਮੇਰੇ ਮੂੰਹ ਤੇ। ਮੇਰੇ ਕੱਪੜੇ ਵੀ ਅੱਗੇ ਸਰ ਪਾੜੇ। ਹੋਰ ਮੈਂ ਕਿੰਨਾ ਕੁ ਸਰ, ਮੈਂ ਕੋਈ ਝੂਠ ਥੋੜੀ ਨਾ ਬੋਲ ਸਕਦੀ। ਮੇਰੇ ਨਾਲ ਜੋ ਹੋਇਆ ਮੈਂ ਉਹੀ ਬੋਲਦੀ ਹਾਂ। ਸਰ ਪਲੀਜ਼ ਹੈਲਪ ਮੀ ਆਊਟ। ਜੀ ਹਾਂ ਜੀ ਬਿਲਕੁਲ ਜੀ, ਹੋ ਵੀ ਸਕਦਾ ਕਿ ਜਿਹਨੇ ਸਾਰਾ ਕੁਝ ਹੰਡਾਇਆ ਉਹ ਸੱਚ ਬੋਲੇ। ਕਿਸੇ ਨੂੰ ਆਪਦੀ ਇੱਜ਼ਤ ਦਾ ਅੜਾਉਣ ਦਾ ਕੋਈ ਫਾਇਦਾ ਨਹੀਂ ਹੁੰਦਾਗਾ। ਹੋ ਸਕਦਾ ਐਲੀਗੇਸ਼ਨ ਇਹਨਾਂ ਦੇ ਸਹੀ ਵੀ ਹੋਣ, ਪਰ ਅਸੀਂ ਟਰਾਈ ਕਰ ਰਹੇ ਹਾਂ ਜੀ ਕਿ ਇਹਨਾਂ ਦੇ ਸਹੁਰਾ ਸਾਹਿਬ ਨਾਲ ਨੰਬਰ ਗੱਲਬਾਤ ਹੋ ਸਕੇ। ਤੀਜੀ ਕਾਲਜ ਹੈ ਜੀ ਜੀ। ਕਾਲਜ ਤੁਸੀਂ ਲਾਈਨ ਤੇ ਹੋ ਜੀ, ਤੁਹਾਨੂੰ ਸਟੋਰੀ ਸੱਚੀ ਲੱਗਦੀ ਹੈ ਜਾਂ ਫਿਰ ਵਿੱਚ ਕੁਝ? ਆਸੀ ਸਾਹਿਬ, ਗੱਲ ਪਤਾ ਕੀ ਆ ਜੀ, ਜਿਹੜੇ ਲੋਕ ਆਹ ਚਾਕੇ ਕਹੀ ਜਾਂਦੇ ਗੱਲ ਬਣੀ ਨਹੀਂ ਨਾ, ਮਾੜੀ ਮੋਟੀ ਉਹ ਸ਼ਰਮ ਕਰੋ ਯਾਰ, ਸ਼ਰਮ ਕਰੋ। ਦੇਖੋ ਬਾਸੀ ਸਾਹਿਬ, ਜਿਹਨੇ ਬਾਹਰ ਨੂੰ ਜਾਣਾ ਹੁੰਦਾ ਨਾ ਉਹ ਇਦਾਂ ਦਾ ਮਾੜਾ ਮੋਟਾ ਜ਼ੁਲਮ ਸਹਿ ਵੀ ਲੈਂਦਾ ਆ। ਜਦੋਂ ਉਹਨਾਂ ਵਧੀਕੀ ਹੁੰਦੀ ਆ ਉਹਨੂੰ ਲੱਗਦਾ ਹੁੰਦਾ ਕਿ ਅਸੀਂ ਚੱਲ ਕੋਈ ਨਹੀਂ, ਟਾਈਮ ਪੈ ਕੇ ਸਾਰਾ ਕੁਝ ਠੀਕ ਹੋ ਜਾਊਗਾ। ਕਿਹੜਾ ਬੰਦਾ ਨਹੀਂ ਚਾਹੁੰਦਾ? ਜਿਹੜੇ ਅਮਰੀਕਾ ਨੂੰ ਆਪਣੇ ਟੱਬਰ ਲੈ ਕੇ ਤੁਰੇ ਹੋ, ਆ ਆਪਣੀਆਂ ਕੁੜੀਆਂ ਨੂੰ ਘੱਲੀਆਂ ਆ ਅਮਰੀਕਾ ਨੂੰ, ਉਹਨਾਂ ਨਾਲ ਰਸਤੇ ਵਿੱਚ ਕੀ ਹੁੰਦਾ ਉਹ ਵੀ ਤਾਂ ਕਰਦੀਆਂ ਹੀ ਨੇ ਕੁੜੀਆਂ, ਠੀਕ ਨੇ। ਗੱਲ ਕੀ ਆ ਭਾਜੀ, ਹਰੇਕ ਬੰਦਾ ਜ਼ੁਲਮ ਸਹਿ ਲੈਂਦਾ। ਉਹ ਬਿਲਕੁਲ ਮੈਂ ਕੁੜੀ ਮੈਨੂੰ ਤਾਂ ਲੱਗ ਰਿਹਾ ਜੀ ਸਹੀ ਕਹਿ ਰਹੀ ਆ। ਤੇ ਗੱਲ ਕੀ ਆ ਭਾਜੀ, ਜਿਹੜਾ ਇਹਨਾਂ ਨੇ ਕਹਿੰਦੇ ਆ ਕਿ ਮੁੰਡਾ ਕਿਹੜਾ ਏਦਾਂ ਕਹਿ ਦੂਗਾ, ਭਾਜੀ ਬਥੇਰੇ ਲੋਲੜ ਤੁਰੇ ਫਿਰਦੇ ਆ ਇੱਥੇ। ਹਾਂ, ਕਿਸੇ ਨੇ ਸੋਚਿਆ ਸੀਗਾ ਤੁਸੀਂ ਪਿੱਛੇ ਜੇ ਸਟੋਰੀ ਕੱਢ ਕੇ ਲਿਆਏ ਸੀਗੇ ਕਿ ਪੇ ਨੇ ਆਪਣੀ ਧੀ ਨਾਲ ਏਦਾਂ ਕੀਤਾ? ਇਹ ਕਦੇ ਕਿਸੇ ਨੇ ਸੋਚਿਆ? ਜੀ ਬਿਲਕੁਲ ਜੀ। ਬਾਕੀ ਇਹ ਦੱਸ ਵੀ ਰਹੇ ਨੇ ਮਨਪ੍ਰੀਤ ਜੀ ਕਿ ਪੰਚਾਇਤ ਹੋਈ ਸੀਗੀ ਤੇ ਉਹਦੇ ਵਿੱਚ ਉਹਨਾਂ ਨੇ ਫਿਰ ਮਾਫੀ ਵੀ ਮੰਗੀ ਹੈਗੀ। ਬਾਕੀ ਜੇ 24 ਸਾਲ ਦੀ ਲੜਕੇ, ਜੇ ਉਹਨੂੰ ਝੂਠ ਬੋਲਣ ਦੀ ਕੀ ਲੋੜ ਪਈ ਹੈ, ਜੇ ਆਪਾਂ ਉਹਨੂੰ ਇਸ ਬੇਸਿਸ ਤੇ ਜੱਜ ਕਰੀਏ। ਸਹੁਰਾ ਹੈ ਉਹਦਾ ਨਾਮ ਸ਼ਲਿੰਦਰ ਦੀ ਫੋਟੋ ਤੁਸੀਂ ਦਿਖਾ ਰਹੇ ਹੋ ਜੀ? ਆਈ ਸੀ। ਸੋ ਭਾਜੀ ਅੱਜ ਸਹੁਰਾ ਦੇਖੋ ਤੁਸੀਂ, ਦਾੜੀ ਮੈਨੂੰ ਪਤਾ ਨਹੀਂ ਲੋਕਾਂ ਨੂੰ ਗੁੱਸਾ ਲੱਗੇ, ਦਾੜੀ ਜੀ ਖਿਲਾਰ ਲੈਂਦੇ ਆ, ਬੁੱਲ ਮੋਟੇ ਜੇ ਬਾਹਲੇ ਭੈੜੇ ਲੱਗਦੇ ਨੇ ਬਾਸੀ ਸਾਹਿਬ। ਚਲੋ ਆਈ ਕਾਂਟ ਚੇਂਜ। ਨਹੀਂ ਚਲੋ ਜੀ, ਸਰੀਰ ਦੀ ਬਣਤਰ ਕੋਈ ਵੀ ਹੋ ਸਕਦੀ, ਪਰ 24 ਸਾਲ ਦੀ ਲੜਕੀ ਜੇ ਉਹਦੀ ਵਿਆਹਤਾ ਲਾਈਫ ਵਧੀਆ ਹੁੰਦੀ ਤਾਂ ਉਹਨੂੰ ਕੀ ਲੋੜ ਸੀ ਜੀ ਟੀਵੀ ਰੇਡੀਓ ਤੇ ਆ ਕੇ ਆਪਣਾ ਦੁੱਖ ਦੱਸਣ ਦੀ? ਇਹਨਾਂ ਨੇ ਮੈਨੂੰ ਲੱਗਦਾ ਆਪਣੇ ਇਹਦੇ ਸਹੁਰਿਆਂ ਨੇ ਕੰਮੇ ਇਹ ਫੜਿਆ ਆ ਕਿ ਉਹ ਜਿਹੜੀ ਮੇਰੀ ਮਾਂ ਆ ਦਾਦੇ ਨਾਲ ਰਹੂਗੀ ਤੇ ਮੇਰੀ ਬਹੂ ਮੇਰੇ ਪੇ ਨਾਲ ਰਹੂਗੀ, ਤਾਂ ਹੁਣ ਗਾਂ ਜਿਹੜੀ ਇਹਦੇ ਮੁੰਡੇ ਦੀ ਕੁੜੀ ਹੋਊਗੀ ਉਹਨੂੰ ਆਪਣੇ ਨਾਲ ਰੱਖੂਗਾ। ਇਹੀ ਕੋ ਚੱਲਦੇ ਕਰਦੇ ਨੇ ਫਿਰ ਇਹ। ਅਗਲੀ ਕਾਲ ਪਲੀਜ਼। ਹਾਂਜੀ ਸਤਿ ਸ਼੍ਰੀ ਅਕਾਲ ਜੀ। ਹੈਲੋ, ਸਤਿ ਸ਼੍ਰੀ ਅਕਾਲ ਬਾਜੀ ਸਾਹਿਬ ਜੀ। ਬੜੀ ਸਟ੍ਰੇਂਜ ਸਟੋਰੀ ਹੈ ਔਰ ਇਸ ਸਟੋਰੀ ਮੇਰੀ ਸਮਝ ਤੋਂ ਬਾਹਰ ਹੈ। ਤੁਹਾਡੀ ਜੱਜਮੈਂਟ ਕੀ ਅਸੀਂ ਜਾਣਨੀ ਚਾਹਾਂਗੇ ਕਿ ਲੜਕੀ ਕਿਸ ਹੱਦ ਤੱਕ ਜਿਹੜੀ ਹੈ ਜੋ ਕਹਿ ਰਹੀ ਹੈ ਸੱਚ ਹੈ ਜਾਂ ਝੂਠ ਹੈ? ਬੋਲੋ। ਇਹ ਬਾਜੀ ਸਾਹਿਬ ਅੱਗ ਵਲਦੀ ਹੈ ਤਾਂ ਹੀ ਧੂਆਂ ਉੱਠਦਾ, ਏਦਾਂ ਕੋਈ ਨਹੀਂ ਬੋਲਦਾ। ਆਈ ਸੀ। ਨਾਲ ਅਗਲੀ ਨੇ ਪੀੜ ਸਹੀ ਹੋਈ ਹੈ ਤਾਂ ਕਰਕੇ ਅਗਲੀ ਕਹਿ ਰਹੀ ਹੈ ਵੀ ਮੇਰੇ ਨਾਲ ਏਦਾਂ ਹੋਇਆ। ਨਾਲੇ ਸਹੁਰਾ ਦੇਖਣ ਨੂੰ ਤੇ ਚਵਲ ਲੱਗਦਾ, ਇਹ ਸ਼ਕਲ ਹੀ ਇਹ ਜੀ ਆਈ ਸੀ। ਅਗਲੀ ਮੁੰਡਾ ਵਿਚਾਰਾ ਲੱਗਦਾ ਲੇਲੜ ਜਾ ਜੀ। ਮੁੰਡੇ ਦੀ ਫੋਟੋ ਦਿਖਾ ਰਹੇ ਹੋ, ਮੁੰਡਾ ਲੱਲੂ ਲੱਗਦਾ ਹੈ? ਹਾਂਜੀ ਨਹੀਂ ਜੀ, ਮੁੰਡਾ ਸਾਬਤ ਸੂਰਤ ਸਿੱਖੀ ਦੇ ਸਰੂਪ ਵਿੱਚ ਆ, ਪੱਗ ਬੰਨੀ, ਦਾੜੀ ਰੱਖੀ ਉਹਨੇ। ਆਪਾਂ ਕਿਸੇ ਨੂੰ ਐ ਲੱਲੂ ਕਿਵੇਂ ਕਹਿ ਸਕਦੇ ਹਾਂ ਜੀ? ਆਈ ਡੋਂਟ ਨੋ ਪੀਪਲ ਸੇਇੰਗ। ਪਰ ਲੋਕਾਂ ਨੂੰ ਵੀ ਮੈਂ ਕਹਿਣਾ ਚਾਹੂੰਗਾ ਜੀ, ਆਪਾਂ ਕਿਸੇ ਨੂੰ ਕਿਵੇਂ ਤਸਵੀਰ ਦੇ ਬੇਸ ਤੇ ਜੱਜ ਕਰ ਸਕਦੇ ਹਾਂ? ਲੜਕੀ ਦੱਸ ਸਕਦੀ ਕੋਈ ਉਹਨਾਂ 'ਚ ਕੋਈ ਕਮੀ ਪੇਸ਼ੀ ਜਾਂ ਕੁਛ ਸੀ ਤਾਂ ਲੜਕੀ ਦੱਸ ਸਕਦੀ ਹੈ ਨਾ ਜੀ। ਹੈਲੋ, ਹਾਂਜੀ ਬੋਲੋ ਜੀ। ਹਾਂਜੀ ਬੋਲੋ ਜੀ। ਬਾਜੀ ਸਾਹਿਬ ਕੀ ਹਾਲ ਜੀ? ਕੀ ਕਹਿਣਾ ਚਾਹੁੰਦੇ ਪਲੀਜ਼ ਟੇਕ ਪ੍ਰੀਕਾਸ਼ਨ। ਹਾਂਜੀ ਸਰ, ਜਿੱਦਾਂ ਲੜਕੀ ਕਹਿੰਦੀ ਪਈ ਆ ਵੀ ਮੁੰਡਾ ਨਾ ਮਰਦਾ, ਹਨਾ, ਵੀ ਮੁੰਡਾ ਨਾ ਮਰਦਾ, ਇਸ ਲਈ ਕੀ ਪਤਾ ਉਹ ਮੁੰਡੇ ਨੇ ਉਹਦੇ ਬੇਟੇ ਦੀ ਕੋਈ ਸਲਾਹ ਹੋਵੇ ਵੀ ਅੱਗੇ ਆਪਾਂ ਆਪਣੀ ਪੀੜ੍ਹੀ ਨੂੰ ਤੋਰਨ ਲਈ ਕੁਝ ਕਰ ਸਕਦੇ, ਪੀੜ੍ਹੀ ਸਾਡੀ ਰੈਡੀ ਰਹੇ ਅੱਗੇ, ਕੁਛ ਨਾ ਕੁਛ ਤੇ ਹੋ ਸਕਦਾ ਨਾ। ਮੁੰਡਾ ਤੇ ਨਾ ਮਰਦਾ ਬਾਸੀ ਸਾਹਿਬ ਜਿਹੜਾ। ਆਈ ਸੀ। ਆਪਣੇ ਮਨਪ੍ਰੀਤ, ਤੁਹਾਡਾ ਹਸਬੈਂਡ ਸ਼ਾਦੀ ਤੋਂ ਬਾਅਦ ਤੁਹਾਡੇ ਰਿਲੇਸ਼ਨ ਬਣੇ ਸੀ ਹਸਬੈਂਡ ਵਾਈਫ ਵਾਲੇ? ਤੁਸੀਂ ਆਪਣੇ ਰਿਸ਼ਤੇ ਨੂੰ ਕਾਇਮ ਕੀਤਾ ਸੀਗਾ?
ਸਰ ਨਹੀਂ ਬਣੀ ਸਾਡੇ, ਉਹਨਾਂ ਮਰਦ ਸੀ, ਉਹਨਾਂ ਨੇ ਕਿਹਾ ਸੀ ਮੈਂ ਆਪਣਾ ਇਲਾਜ ਕਰਾਉਂਗਾ, ਤੂੰ ਆਪਣੇ ਘਰ ਇਹ ਗੱਲ ਨਾ ਦੱਸੀ। ਤੁਸੀਂ ਆਪਣੇ ਫਿਰ ਮਾਂ ਆਪਣੀ ਮਦਰ ਨੂੰ ਦੱਸਿਆ ਸੀ? ਮਾਂ ਜਿਹੜੀ ਆ ਧੀ ਜਿਹੜੀ ਆਪਣੀ ਮਾਂ ਨੂੰ ਦੁੱਖ ਦੱਸਦੀ ਹੈ, ਤੂੰ ਦੱਸਿਆ ਸੀ ਬੇਟਾ? ਹੈਲੋ ਸਰ ਉਹਨਾਂ ਨੇ ਮੈਨੂੰ ਸੌਂਹ ਪਾਈ ਸੀ ਮੇਰੇ ਭਰਾ ਦੀ ਕਿ ਤੂੰ ਮੇਰੀ ਇਹ ਗੱਲ ਘਰ ਨਹੀਂ ਕਿਸੇ ਦੇ ਨਾਲ ਕਰਨੀ, ਆਪਣੇ ਪੇਰੈਂਟਸ ਨੂੰ ਨਹੀਂ ਦੱਸਣੀ, ਮੈਂ ਆਪਣਾ ਇਲਾਜ ਕਰਾਉਂਗਾ। ਓ ਮਾਈ ਗॉड, ਨੈਕਸਟ ਕਾਲ ਪਲੀਜ਼, ਸਟੈਂਡ ਬਾਈ। ਹਾਂਜੀ, ਅਜੀਬ ਸਟੋਰੀ ਹੈ। ਹਾਂਜੀ, ਅਗਲੀ ਕਾਲ। ਰਿਸ਼ਪਾਲ ਜੀ, ਲਾਈਨ ਤੁਸੀਂ ਬੋਲੋ। ਹਾਂਜੀ, ਬਸ ਇਹ ਵੀ ਡਿਊਟੀ ਦਾ ਟਾਈਮ ਖਰਾਬ ਕਰਨ ਵਾਲੀ ਗੱਲ ਹੈ। ਇਹ ਸਟੋਰੀ ਕੋਈ ਬਣਦੀ ਨਹੀਂ, ਫੇਕ ਜੀ ਲੱਗਦੀ ਹੈ ਜੀ। ਅੱਛਾ ਜੀ, ਮਿਹਰਬਾਨੀ। ਅਗਲੀ ਕਾਲ, ਨੈਕਸਟ ਕਾਲ। ਤੁਹਾਡੀ ਜਜਮੈਂਟ ਹੈ, ਸਾਡੀ ਕੋਈ ਜਜਮੈਂਟ ਨਹੀਂ, ਕੋਈ ਸਟੋਰੀ ਵਨ ਸਾਈਡਡ ਹੈ। ਕਾਲਰ ਗੋ ਹੈਡ ਜੀ। ਹੈਲੋ ਜੀ ਬੋਲੋ ਜੀ। ਹਾਂਜੀ, ਮੈਂ ਅਮਰੀਕ ਸਿੰਘ ਬੋਲਦਾ ਜੀ ਟੱਲਕ ਤੋਂ। ਇਹ ਹੋ ਸਕਦਾ ਜੀ ਇਦਾਂ ਹੁਣ ਕੈਨੇਡਾ ਦੀ ਕੁੜੀਆਂ ਇੱਥੇ 100 ਰੋਜ਼ ਦੀਆਂ ਪੜ੍ਹਨ ਆਉਣੀਆਂ, ਕਿਸੇ ਸੁੱਖੀਆਂ ਆਉਣੀਆਂ, ਰਾਹ ਤੁਹਾਨੂੰ ਪਤਾ ਕੀ ਲੋਕ ਗਲਤ ਮਤ ਬੋਲਦੇ ਹੋਣਗੇ, ਕੀ ਕਹਿੰਦੇ ਹੋਣਗੇ ਕੁਝ ਕਿਸੇ ਨੂੰ, ਉਹ ਦੱਸਦੇ ਵੀ ਨਹੀਂ ਆਪਣੇ ਮਾਂ ਪਿਓ ਜਾ ਕੇ ਕੈਨੇਡਾ ਵੀ ਚਲੀ ਗਈਆਂ, ਸਾਡੇ ਰਾਜ ਕੀ ਹੁੰਦਾ, ਕੀ ਹੋਣ ਲੱਗਾ। ਅਗਲੀ ਕਾਲ ਪਲੀਜ਼। ਹਾਂਜੀ, ਨੈਕਸਟ ਕਾਲ ਜੀ। ਹੈਲੋ ਹੈਲੋ, ਹਾਂਜੀ, ਮੈਂ ਕੁਲਵੰਤ ਬੋਲ ਰਹੀ ਸੀ। ਮੈਂ ਨਾ ਇਹ ਲੜਕੀ ਦੇ ਬਾਰੇ ਇਹ ਕਹਿਣਾ ਸੀਗਾ ਕਿ ਮੈਨੂੰ ਬਹੁਤ ਸੈਡ ਲੱਗਿਆ ਕਿ ਆਈ ਥਿੰਕ ਪਹਿਲੀ ਗੱਲ ਤਾਂ ਕੋਈ ਲੜਕੀ ਨੇ ਕਾਲ ਨਹੀਂ ਕੀਤੀ। ਸੈਕਿੰਡ ਕਿ ਜਿਹੜੇ ਵੀ ਮਤਲਬ ਕਹਿ ਰਹੇ ਨੇ ਨਾ ਕੱਲ ਨਹੀਂ ਬਣੀ, ਇਹ ਨਹੀਂ ਹੋਇਆ, ਉਹ ਨਹੀਂ ਹੋਇਆ, ਉਹਨਾਂ ਨੂੰ ਆਪੇ ਸੋਚਣਾ ਚਾਹੀਦਾ ਹੈ, ਚਾਹੇ ਗੱਲ ਬਣੀ ਹੈ ਜਾਂ ਨਹੀਂ ਬਣੀ। ਉਹਨਾਂ ਦੀ ਨਜ਼ਰ ਦੇ ਵਿੱਚ ਇੱਕ ਲੜਕੀ ਆਪਣੀ ਪੂਰੀ ਓਵਰਆਲ ਸਟੋਰੀ ਇੱਥੇ ਸਾਹਮਣੇ ਲੈ ਕੇ ਆ ਰਹੀ ਹੈ। ਮੈਨੂੰ ਸੁਣ ਕੇ ਇੰਨਾ ਮਤਲਬ ਮਹਿਸੂਸ ਹੋ ਰਿਹਾ ਕਿ ਜਿਹੜੇ ਲੋਕੀ ਇੱਥੇ ਪੂਰੇ ਸੈਟਲ ਹੈ, ਐਵਰੀਥਿੰਗ ਆ, ਉਹ ਲੜਕੀ ਦੀ ਲਾਈਫ ਬਰਬਾਦ ਹੋ ਗਈ ਹੈ, ਰਾਈਟ। ਇਹ ਚੀਜ਼ਾਂ ਹੁੰਦੀਆਂ ਨੇ, ਆਪਾਂ ਨੂੰ ਸਾਰਿਆਂ ਨੂੰ ਪਤਾ ਹੈਗਾ ਕਿ ਜਿੱਥੇ ਡੇਰਾਵਾਦ ਹੈਗਾ ਉੱਥੇ ਲੇਡੀਜ਼ ਜਿਹੜੀਆਂ ਹੈਗੀਆਂ ਉੱਥੇ ਜਾ ਕੇ ਰਹਿੰਦੀਆਂ ਨੇ। ਹੈਗੀ ਹੈ ਪ੍ਰੋਬਲਮ ਜਾਂ ਨਹੀਂ ਹੈ, ਸੱਚ ਹੈ ਜਾਂ ਨਹੀਂ ਹੈ, ਉਹ ਲੜਕੀ ਨੂੰ ਤੁਸੀਂ ਪੁੱਛ ਕੇ ਦੇਖੋ ਕਿ ਅਗਰ ਜਿਹੜੇ ਲੜਕੇ ਦੇ ਘਰ ਦੇ ਵਿੱਚ ਉਹ ਨਹੀਂ ਹੁੰਦੀ ਹੈਗੀ ਸਟਰੋਂਗ ਪ੍ਰੈਜ਼ੈਂਸ, ਤੇ ਉਹਦੇ ਵਿੱਚ ਉਹ ਲੜਕਾ ਜਿਹੜਾ ਹੁੰਦਾ ਆਪਣੇ ਮਾਂ ਬਾਪ ਦੇ ਥੱਲੇ ਚਿਪਕੇ ਰਹਿੰਦਾ, ਤੇ ਉਸ ਸਿਚੁਏਸ਼ਨ ਦੇ ਵਿੱਚ ਹੋ ਸਕਦਾ ਉਹ ਲੜਕੇ ਨੇ ਉਹਨੂੰ ਮਤਲਬ ਇਸ ਤਰੀਕੇ ਨਾਲ ਕਿਹਾ ਹੋਵੇ ਤੋ ਦੈਟਸ ਫਾਈਨ ਜਾਂ ਜੋ ਵੀ ਆ, ਕਿਉਂਕਿ ਉਹਦਾ ਬਾਪ ਦੇ ਉੱਤੇ ਹੱਕ ਨਹੀਂ ਚੱਲਦਾ, ਰਾਈਟ। ਤੇ ਤੁਸੀਂ ਠੀਕ ਗੱਲ ਦੂਸਰੀ ਸਾਈਡ ਨੂੰ ਲੈ ਕੇ ਆਓ, ਪਰ ਅਗਰ ਇਹ ਵਾਲੀ ਸਾਈਡ ਨੂੰ ਤੁਸੀਂ ਲੈ ਕੇ ਵੀ ਆਏ ਹੋ ਤਾਂ ਘੱਟੋ ਘੱਟ ਜੇ ਲੜਕੀ ਨੂੰ ਤੁਸੀਂ ਇਹ ਸੋਚ ਕੇ ਕਿ ਬੈਨੀਫਿਟ ਆਫ ਡਾਊਟ ਦੇ ਕੇ ਤੁਸੀਂ ਉਹਨੂੰ ਸੋਚ ਕੇ ਦੇਖੋ ਇਟਸ ਪੋਸੀਬਲ। ਅਸੀਂ ਟਰਾਈ ਕਰਦੇ ਇੱਕ ਦੂਜੇ ਪਾਸੇ ਸਭ ਪਰਸਨਲ ਮੋਬਾਈਲ ਤੇ ਫੋਨ ਕਰਕੇ ਦੇਖੋ ਪਰਿਵਾਰ ਨੂੰ, ਕਿਉਂਕਿ ਵੀ ਵਾਂਟ ਮੇਕ ਸ਼ੋਰ ਕਿ ਵਾਟਸ ਗੋਇੰਗ ਔਨ। ਜੀ ਬਿਲਕੁਲ ਜੀ, ਮੈਂ ਵਾਰ-ਵਾਰ ਟਰਾਈ ਕਰ ਰਿਹਾ। ਭੈਣ ਜੀ ਨਾਲ ਵੀ ਮੈਂ ਬਿਲਕੁਲ ਐਗਰੀ ਹਾਂਗਾ ਕਿ ਕੋਈ ਲੜਕੀ ਕਿਸੇ ਨੂੰ ਕੀ ਲੋੜ ਪਈ ਹੈ ਜੀ ਆਪਣੀ ਸਟੋਰੀ ਤੇ ਆਪਣੇ ਹਸਬੈਂਡ ਤੇ ਆਪਣੇ ਸਹੁਰੇ ਤੇ ਇਦਾਂ ਦੇ ਐਲੀਗੇਸ਼ਨ ਲਾਉਂਦੇ। ਆਪਾਂ ਕਿਵੇਂ ਇੱਕ ਵਿਚਾਰੀ ਉਹ ਭੋਰੀ ਭਾਰੀ ਧੀ ਹੈ ਜੀ, ਭੈਣ 24 ਸਾਲ ਉਹਦੀ ਉਮਰ ਹੈ ਹਜੇ, ਤੇ ਆਪਾਂ ਇੱਕਦਮ ਉਹਨਾਂ ਨੂੰ ਜੱਜ ਕਰ ਸਕੀਏ ਜੀ। ਅੱਜ ਅਗਲੀ ਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਜੀ ਕੀ ਕਹਿਣਾ ਚਾਹੁੰਦੇ ਹੋ ਭੈਣ ਜੀ? ਤੁਹਾਡੀ ਅਜੀਬ ਸਟੋਰੀ ਹੈ, ਬੱਚਾ ਜਿਹੜਾ ਦੱਸ ਰਿਹਾ ਆਪਣੇ ਹੱਡ ਬੀਤੀ, ਤੁਹਾਨੂੰ ਲੱਗਦਾ ਕਿ ਵੈਸੇ ਮੈਨੂੰ ਤੇ ਸਹੀ ਲੱਗਦੀ ਪਈ ਹੈ। ਕੋਈ ਵੀ ਬੱਚਾ ਇਸ ਤਰ੍ਹਾਂ ਦੇ ਟੀਵੀ ਤੇ ਨਹੀਂ ਗਲਤ ਕਹਿ ਸਕਦਾ ਕਿ ਮੇਰੇ ਨਾਲ ਏਦਾਂ ਹੋਇਆ ਵਾ। ਇਹਦੇ ਨਾਲ ਇਹਨੇ ਹੰਡਾਇਆ ਆਪਣੇ ਪੀੜੇ ਤੇ ਸਾਰਾ ਇਹ ਦਰਦ, ਤਾਂ ਹੀ ਇਹ ਦੱਸ ਰਹੀ ਹੈ ਸਾਰੀ ਜੀ। ਤੇ ਬਾਕੀ ਇਹ ਹੈ ਵੀ ਜੇ ਇਹਦੇ ਬਾਪ ਦਾ ਤੇ ਇਸ ਤਰ੍ਹਾਂ ਕਰਦੇ ਸੀ, ਪਰ ਇਸ ਮੁੰਡੇ ਨੂੰ ਵੀ ਥੋੜੀ ਜਿਹੀ ਅਕਲ ਚਾਹੀਦੀ ਸੀ ਵੀ ਮੈਂ ਆਪਣੀ ਵੋਟੀ ਨੂੰ ਦੇਣਾ ਕਮ ਸੇ ਕਮ ਇਹ ਗੱਲਾਂ ਕਵਾਂ। ਤੇ ਜਿਹੜੀਆਂ ਇਹਦੇ ਨਾਲ ਇਹ ਸਾਰੀਆਂ ਗੱਲਾਂ ਬੀਤੀਆਂ, ਇਹਨਾਂ ਨੇ ਦੇਖੋ ਜੀ ਕਹਿੰਦੇ ਮਾਫੀਆਂ ਵੀ ਮੰਗੀਆਂ ਇਹਨਾਂ ਨੇ ਪੰਚਾਇਤ ਵਿੱਚ। ਮੈਨੂੰ ਇੱਕ ਗੱਲ ਦੀ ਜਿਹੜੀ ਸ਼ੰਕਾ ਇਹ ਪੈ ਰਹੀ ਹੈ ਕਿ ਇਹ ਲੜਕੀ ਕਹਿ ਰਹੀ ਹੈ ਕਿ ਮੇਰੇ ਹਸਬੈਂਡ ਨੇ ਕਿਹਾ ਸੀ ਕਿ ਮੇਰੀ ਜਿਹੜੀ ਮਦਰ ਆ ਉਹ ਵੀ ਮੇਰੇ ਬਾਬੇ ਨਾਲ 10 ਸਾਲ ਰਹੀ ਆ। ਹਾਂਜੀ, ਸੋ ਇਹ ਮੈਨੂੰ ਮੈਂ ਕਹਿੰਦੀ ਨਾ ਸਰ ਵੀ ਉਹਨੂੰ ਵੀ ਏਦਾਂ ਦੀਆਂ ਗੱਲਾਂ ਨਹੀਂ ਸੀ ਕਰਨੀਆਂ ਚਾਹੀਦੀਆਂ। ਪਰ ਆਪਣੇ ਮਾਂ ਬਾਰੇ ਜਿਹੜਾ ਆ ਲੜਕਾ ਜਿਹੜਾ ਆ, ਮੈਂ ਜ਼ਿੰਦਗੀ ਵਿੱਚ ਇਹ ਪਹਿਲੀ ਸੁਣ ਕੇ ਤਾਂ ਮੈਂ ਤਾਂ ਬੇਹੋਸ਼ ਹੋਣ ਫਿਰਦਾ। ਔਰ ਹੋ ਸਕਦਾ ਕਿ ਜਿੰਨੇ ਵੀ ਏਦਾਂ ਆਪਣੀ ਮਾਂ ਬਾਰੇ ਵੀ ਇਹ ਲਫ਼ਜ਼ ਗਏ ਨੇ, ਹੋ ਸਕਦਾ ਕਿ ਮੈਨੂੰ ਐਂਬੂਲੈਂਸ ਕਾਲ ਕਰਨੀ ਪੈ ਜਾਵੇ। ਮੈਂ ਨਰਵਸ ਹੋ ਗਿਆ, ਮੈਂ ਨਰਵਸ ਪੋਜੀਸ਼ਨ ਵਿੱਚ ਆ। ਪਲੀਜ਼। ਹਾਂਜੀ, ਮੈਨੂੰ ਪਤਾ ਸਰ ਤੁਹਾਡਾ, ਤੁਸੀਂ ਤਾਂ ਇੰਨੇ ਵਧੀਆ ਇਨਸਾਨ ਹੋ, ਇੰਨਾ ਸੱਚ ਬੋਲਣ ਵਾਲੇ। ਆਮ ਸੋ ਨਰਵਸ, ਆਈ ਐਮ ਅੰਡਰ ਸਟ੍ਰੈਸ ਨਾਓ। ਸਰ ਤੁਹਾਡਾ ਥੈਂਕਸ, ਮੇਰੇ ਬੇਟੇ ਦੀ ਫੋਟੋ ਲਾਈ ਤੁਸੀਂ, ਹੈਪੀ ਬਰਥਡੇ ਕਿਹਾ। ਥੈਂਕ ਯੂ ਸੋ ਮਚ। ਥੈਂਕ ਯੂ। ਓਕੇ, ਥੈਂਕ ਯੂ। ਵੈਰੀ ਨਾਈਸ, ਸੋ ਨਾਈਸ ਆਫ ਯੂ। ਓਕੇ, ਅਗਲੀ ਕਾਲ ਕਰੋ। ਸਿਸਟਰ, ਆਈ ਐਮ ਅੰਡਰ ਸਟ੍ਰੈਸ ਟੂ ਮਚ, ਪਲੀਜ਼। ਅਗਲੀ ਕਾਲ। ਸਤਿ ਸ਼੍ਰੀ ਅਕਾਲ ਜੀ। ਹੈਲੋ ਜੀ ਬੋਲੋ ਜੀ। ਹੈਲੋ, ਸਤਿ ਸ਼੍ਰੀ ਅਕਾਲ ਅੰਕਲ ਜੀ। ਅੰਕਲ ਵੀ ਕਿਸੇ ਵਿਚਾਰੀ ਦਾ ਜੀ ਕਰਦਾ ਵੀ ਆਰ ਵਰਲਡ ਦੀ ਦੁਨੀਆ ਵਿੱਚ ਆਪਦੀ ਲਾਈਫ ਫਰੋਲੇ, ਉਹ ਵਿਚਾਰੀ ਟਰੂ ਆ। ਥੈਂਕ ਯੂ ਸੋ ਮਚ। ਅਗਲੀ ਕਾਲ ਜੀ। ਨੈਕਸਟ ਕਾਲ। ਸਤਿ ਸ਼੍ਰੀ ਅਕਾਲ ਜੀ। ਕਾਲ ਜੀ, ਤੁਸੀਂ ਲਾਈਨ ਤੇ ਹੋ? ਕੀ ਨਾ ਤੁਹਾਡਾ? ਲੇਡੀਜ਼ ਕਾਲ ਕਰਨ, ਕਿਉਂਕਿ ਲੇਡੀ ਇੱਕ ਲੜਕੀ ਆ, ਲੜਕੀ ਨਾਲ ਕੋਈ ਸਵਾਲ ਕਰਨ, ਜੱਜਮੈਂਟ ਜਿਹੜੀ ਹੋ ਸਕੇ ਕਮਿਊਨਿਟੀ ਦੀ, ਕਿ ਜੱਜਮੈਂਟ ਦੇ ਵਾਸਤੇ ਅਸੀਂ ਤੁਹਾਨੂੰ ਕਹਿ ਰਹੇ ਸਪੀਕ ਯੂਰ ਮਾਈਂਡ। ਤੁਸੀਂ ਖੁੱਲ ਕੇ ਇਸ ਲੜਕੀ ਨਾਲ ਗੱਲ ਕਰੋ। ਲੜਕੀ ਆਪਣਾ ਦੁੱਖ ਸੁਣਾਈ ਹੈ ਕਿ ਮੇਰੇ ਸਹੁਰੇ ਨੇ ਮੇਰੇ ਨਾਲ ਇਹੋ ਜਿਹੀ ਹਰਕਤ ਕੀਤੀ ਹੈ। ਤੁਸੀਂ ਵੇਖ ਲਓ ਕਿ ਜੇ ਸਹੁਰਾ ਜਿਹੜਾ ਐਕਚੁਅਲੀ ਪੇ ਹੁੰਦਾ ਆ। ਮਨਪ੍ਰੀਤ, ਤੁਹਾਡਾ ਆਪਣੇ ਫਾਦਰ ਹੈਗੇ ਜ਼ਿੰਦਗੀ ਦੇ ਵਿੱਚ? ਤੁਹਾਡੇ ਪਿਤਾ ਜੀ ਇੱਥੇ ਨੇ?
ਹਾਂਜੀ ਤੁਹਾਡੇ ਫਾਦਰ ਸਾਹਿਬ ਕਿੱਥੇ ਨੇ? ਤੁਹਾਡੇ ਪਿਤਾ ਜੀ ਜਿਨ ਜਨਮ ਦਿੱਤਾ ਤੁਹਾਨੂੰ ਕਿੱਥੇ ਆ? ਤੇ ਮੇਰੇ ਪਾਪਾ ਜੀ ਵੀ ਇੱਥੇ ਹੀ ਨਾਲ ਹੀ ਹੈ। ਓਕੇ, ਕੀ ਹੈ ਤੁਹਾਡੇ ਫਾਦਰ ਦਾ ਨਾਮ ਕੀ ਹੈ? ਸੁਖਵਿੰਦਰ ਸਿੰਘ। ਕੀ ਕੰਮ ਕਰਦੇ ਨੇ ਸੁਖਵਿੰਦਰ ਸਿੰਘ? ਜ਼ਿਮੀਦਾਰਾ ਕਰਦੇ ਆ, ਖੇਤੀਬਾੜੀ। ਤੁਹਾਡੇ ਫਾਦਰ ਨੂੰ ਪਤਾ ਕਿ ਮੇਰੀ ਧੀ ਇੰਨੀ ਦੁਖੀ ਹੈ? ਸਰ ਹਾਂਜੀ ਪਤਾ ਉਹਨਾਂ ਨੂੰ। ਆਈ ਸੀ। ਅਗਲੀ ਕਾਲ ਪਲੀਜ਼। ਕਾਲਰ ਪ੍ਰੋਸੀਡ ਕਰੋ। ਉਹ ਤਾਂ ਬਹੁਤ ਟੈਨਸ਼ਨ। ਜੀ ਆਈ ਨੋ ਆਫ ਕੋਰਸ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਜੀ ਤੁਸੀਂ ਲੜਕੀ ਨਾਲ ਗੱਲ ਕਰੋ ਜੀ। ਬੋਲੋ। ਸਤਿ ਸ਼੍ਰੀ ਅਕਾਲ ਬਾਸੀ ਸਾਹਿਬ। ਸਤਿ ਸ਼੍ਰੀ ਅਕਾਲ ਸਰ, ਗੱਲ ਕਰੋ ਜੀ। ਬਸ ਸਾਹਿਬ ਮੈਂ ਨਿਊਯਾਰਕ ਤੋਂ ਬੋਲਦਾ ਹਾਂ। ਹਾਂਜੀ ਸਰ। ਜਗਜੀਤ ਸਿੰਘ ਜੀ ਪਰ ਕੋਈ ਗੱਲ ਤੇ ਯਕੀਨ ਵਾਲੀ ਗੱਲ ਨਹੀਂ ਹੋ ਸਕਦੀ ਕਿ ਲੜਕੀ ਜਿਹੜੀ ਗੱਲ ਕਰ ਰਹੀ ਹੈ ਇਹ ਸਾਰਾ ਝੂਠ ਲੱਗ ਰਿਹਾ ਜੀ ਭਾਈ। ਝੂਠ ਲੱਗ ਰਿਹਾ ਤੁਹਾਨੂੰ? ਠੀਕ ਹੈ ਜੀ, ਅਗਲੀ ਕਾਲ ਪਲੀਜ਼। ਆਈ ਡੋਂਟ ਨੋ, ਮੇਰਾ ਕੋਈ ਕਮੈਂਟ ਨਹੀਂ ਸਾਡਾ। ਸੋ ਸਾਹਿਬ ਆਪਣਾ ਕੋਈ ਕਮੈਂਟ ਨਹੀਂ ਇਸ ਵਿੱਚ ਨਹੀਂ ਬੋਲ ਕੇ ਦੱਸੋ ਨਾ ਲੋਕਾਂ ਨੂੰ, ਤੁਸੀਂ ਪਤਾ ਲੱਗ ਸਕੇ। ਹਾਂਜੀ ਪਲੀਜ਼। ਜੀ ਬਿਲਕੁਲ ਜੀ, ਮੈਂ ਟਰਾਈ ਕਰ ਰਿਹਾ ਸੀਗਾ ਕਿ ਉਹਦੇ ਲੜਕੀ ਦੇ ਸਹੁਰਾ ਪਰਿਵਾਰ ਨਾਲ ਗੱਲਬਾਤ ਕੀਤੀ ਜਾਵੇ। ਹਾਂਜੀ ਅਗਲੀ ਕਾਲ। ਹਾਂਜੀ ਤੁਸੀਂ ਸਰ ਸਾਹਿਬ ਵਾਈ ਨੋਟ ਯੂ ਟਰਾਈ ਪਰਸਨਲ ਸੈਲ ਫੋਨ ਤੇ ਅਸੀਂ ਆਵਾਜ਼ ਦੇ ਸਕਦੇ ਉਹਨਾਂ ਨੂੰ। ਹਾਂਜੀ ਬੋਲੋ ਜੀ। ਹੈਲੋ। ਹਾਂ ਬਾਸੀ ਸਾਹਿਬ ਮੈਂ ਗੱਲ ਕਰਨੀ ਚਾਹੁੰਦਾ ਜੀ। ਜੀ ਬੋਲੋ ਬੋਲੋ। ਇਹ ਕਿਉਂਕਿ ਜਿਹੜੀ ਇਹਨਾਂ ਨੇ ਇੱਕ ਉਹ ਦਾਦੀ ਦੀ ਆਪਣੇ ਦੱਸੀ ਆ ਨਾ ਬਈ ਇਹ ਮੇਰੇ ਉਹ ਦਾਦਾ ਜੀ ਨਾਲ ਰਹੀ ਆ, ਉਹਦਾ ਗੱਲ ਹੈਗੀ ਫੇਕ। ਬਾਕੀ ਵਾਰਡ ਦੇ ਵਿੱਚ ਜਿਹੜੀ ਬੇਟੀ ਲੈ ਕੇ ਆਉਂਦੀ ਹੈ। ਹੈਲੋ ਸਤਿ ਸ਼੍ਰੀ ਅਕਾਲ ਜੀ। ਜੀ ਹੋਲਡ ਕਰੋ ਜੀ ਇੱਕ ਸੈਕਿੰਡ। ਹਾਂਜੀ ਭੈਣ ਜੀ BBC ਟੋਰਾਂਟੋ ਤੋਂ ਬੋਲ ਰਹੇ ਹਾਂ ਜੀ, ਟੋਰਾਂਟੋ ਤੋਂ। ਹਾਂਜੀ ਸੁਖਵਿੰਦਰ ਸਿੰਘ ਹੈ ਜੀ। ਆਪਣੇ ਸਲਿੰਦਰ ਸਿੰਘ ਹੈ ਜੀ ਇੱਥੇ? ਹਾਂਜੀ ਸਲਿੰਦਰ ਸਿੰਘ ਹੈ ਤੁਹਾਡੇ? ਸਲਿੰਦਰ ਸਿੰਘ ਹੈ? ਸਲਿੰਦਰ ਸਿੰਘ ਭਾਜੀ ਉਹਦੀ ਆਵਾਜ਼ ਨਹੀਂ ਆ ਰਹੀ। ਹਾਂਜੀ ਤੁਸੀਂ ਪੁੱਛੋ ਸਿੱਧੂ ਸਾਹਿਬ ਕਿ ਇਹਨਾਂ ਦਾ ਇਹਨਾਂ ਨਾਮ ਕੀ ਹੈ? ਹਾਂਜੀ ਭੈਣ ਜੀ ਸਤਿ ਸ਼੍ਰੀ ਅਕਾਲ ਜੀ। ਹਾਂਜੀ ਤੁਸੀਂ ਸਲਿੰਦਰ ਸਿੰਘ ਦੇ ਵਾਈਫ ਬੋਲਦੇ ਹੋ ਜੀ? ਮਨਪ੍ਰੀਤ ਕੌਰ ਤੁਹਾਡੀ ਨੂੰਹ ਰਾਣੀ ਹੈ ਜੀ? ਹਾਂਜੀ ਹਾਂਜੀ ਅਸੀਂ ਸਲਿੰਦਰ ਸਿੰਘ ਨਾਲ ਕਿੱਥੇ ਨੇ ਗੱਲ ਜੀ? ਕਰਨੀ ਹੈ ਜੀ। ਉਹ ਵਾਲੀ ਸਾਰੀ ਇੱਥੇ ਘਰ ਨਹੀਂ ਮੈਂ ਕਰਨੀ ਹੈ ਘਰ ਤੇ ਉਹ ਗਏ ਆ ਕੰਮ। ਆਈ ਸੀ। ਤੁਹਾਡੇ ਲੜਕੇ ਦਾ ਨਾਮ ਕੀ ਹੈ? ਤੁਸੀਂ ਦੱਸ ਦਿਓ, ਮੈਨੂੰ ਦੱਸ ਦਿਓ, ਮੈਂ ਦੱਸ ਦਾਂਗੀ। ਨਹੀਂ ਤੁਹਾਡੇ ਲੜਕੇ ਦਾ ਨਾਮ ਕੀ ਹੈ? ਤੁਹਾਡੇ ਭੈਣ ਜੀ ਲੜਕੇ ਦਾ ਨਾਮ ਕੀ ਹੈ ਜੀ, ਬੇਟੇ ਦਾ? ਗੁਰਪ੍ਰੀਤ ਸਿੰਘ। ਗੁਰਪ੍ਰੀਤ ਸਿੰਘ। ਇਹ ਗੁਰਪ੍ਰੀਤ ਦੀ ਸ਼ਾਦੀ ਜਿਹੜੀ ਸੀਗੀ ਮਨਪ੍ਰੀਤ ਕੌਰ ਦੇ ਨਾਲ ਹੋਈ ਸੀਗੀ 3 ਸਾਲ ਪਹਿਲਾਂ? ਹਾਂਜੀ ਤੁਹਾਡੇ ਲੜਕੇ ਦੀ ਸ਼ਾਦੀ ਹੋਈ ਸੀਗੀ ਮਨਪ੍ਰੀਤ ਕੌਰ ਦੇ ਨਾਲ? ਹਾਂਜੀ ਤਾਂ ਉਹ ਲੜਕੀ ਜਿਹੜੀ ਇਸ ਵੇਲੇ ਕਿੱਥੇ ਆ? ਉਹ ਆਪਣੇ ਅਸੀਂ ਪੇਕੇ ਘਰ ਆ, ਉਹ ਤਾਂ ਅਸੀਂ ਚੱਲ ਗਈ ਆ। ਅਸੀਂ ਤਾਂ ਸਹੁਰੇ ਘਰ ਕਿਹਾ ਉੱਥੇ ਆ ਜਾ ਆਪਣੇ ਉੱਥੇ, ਤੇ ਉਹ ਪੇਕੇ ਚੱਲ ਗਈ ਹੈ। ਉਹ ਦੋਸ਼ ਲਾ ਰਹੀ ਆ ਆਪਣੇ ਸਹੁਰੇ ਤੁਹਾਡੇ ਘਰ ਵਾਲੇ ਤੇ ਕਿ ਉਹਨੇ ਉਹਨੂੰ ਟੱਚ ਕੀਤਾ, ਉਹਦੇ ਬਿਸਤਰੇ ਵਿੱਚ ਵੜ ਗਿਆ, ਗੰਦੀਆਂ ਹਰਕਤਾਂ ਕੀਤੀਆਂ। ਕੀ ਇਹ ਸੱਚ ਹੈ? ਨਾ ਭਾਜੀ ਨਹੀਂ, ਏਦਾਂ ਦਾ ਨਹੀਂ, ਝੂਠਾ ਇਲਜ਼ਾਮ ਲਾਇਆ ਭਾਜੀ ਇਹਨਾਂ ਨੇ। ਇਹ ਤੁਹਾਨੂੰ ਪਤਾ ਕਿ ਇਲਜ਼ਾਮ ਲਾਇਆ ਆ? ਤੁਸੀਂ ਕੌਣ ਬੋਲਦੇ ਭਾਜੀ? ਅਸੀਂ BBC ਟੋਰਾਂਟੋ ਤੋਂ ਕਾਲ ਕਰ ਰਹੇ ਹਾਂ। ਇੱਥੇ ਇਸ ਵੇਲੇ ਤੁਹਾਡਾ ਸਟਿੰਗ ਆਪਰੇਸ਼ਨ ਕਰ ਰਹੇ ਹਾਂ। ਅਸੀਂ ਇਹ ਜਾਣਨਾ ਚਾਹੁੰਦੇ ਹਾਂ ਸਾਡੇ ਸਮਾਜ ਦੀ ਕੀਤੀਆਂ। ਤੁਹਾਡੇ ਘਰ ਵਾਲੇ ਨੇ ਕਿਸੇ ਦੀ ਧੀ ਆਪਣੀ ਨੂੰਹ ਦੇ ਵਾਸਤੇ ਜੋ ਹਰਕਤ ਕੀਤੀ ਹੈ, ਤੁਹਾਨੂੰ ਉਸ ਤੱਕ ਪੂਰਾ ਗਿਆਨ ਹੈ, ਤੁਸੀਂ ਝੂਠ ਬੋਲ ਰਹੇ ਹੋ? ਜੀ ਭੈਣ ਜੀ ਤੁਹਾਡੀ ਨੂੰਹ ਰਾਣੀ ਮਨਪ੍ਰੀਤ ਕੌਰ ਨੇ ਸਾਨੂੰ ਅਪਰੋਚ ਕੀਤੀ ਸੀ। ਉਹਨਾਂ ਦੇ ਮੁਤਾਬਕ ਕਿ ਸਹੁਰਾ ਸਾਹਿਬ ਜਿਹੜੇ ਉਹਨਾਂ ਦੇ ਸੀਗੇ ਤੁਹਾਡੇ ਘਰ ਵਾਲਾ ਜੀ, ਤੁਹਾਡਾ ਘਰ ਵਾਲਾ ਸੀ, ਉਹਨਾਂ ਨੇ ਤੁਹਾਡੀ ਨੂੰਹ ਰਾਣੀ ਨਾਲ ਗਲਤ ਹਰਕਤਾਂ ਕੀਤੀਆਂ ਤੇ ਉਹਨਾਂ ਨੇ ਤੁਹਾਡੇ ਘਰ ਵਾਲੇ ਨੇ ਪੰਚਾਇਤ ਦੇ ਵਿੱਚ ਮਾਫੀ ਵੀ ਮੰਗੀ ਹੈ। ਕੀ ਇਹ ਸੱਚ ਹੈ ਜੀ? ਨਹੀਂ ਭਾਜੀ ਪੰਜਾਬ ਤੋਂ ਹੋਈ ਨਹੀਂ ਭਾਜੀ, ਉਹਦੇ ਹੁੰਦੇ ਪੰਜਾਬ ਤੋਂ ਕੋਈ ਹੋਈ ਨਹੀਂ। ਉਹ ਐਵੇਂ ਝੂਠਾ ਇਲਜ਼ਾਮ ਲਾਉਂਦੇ ਭਾਜੀ, ਕੋਈ ਗੱਲ ਨਹੀਂ ਏਦਾਂ ਦੀ ਹੋਈ। ਆਈ ਸੀ। ਸੋ ਜਿਹੜੇ ਗੁਰਪ੍ਰੀਤ ਦਾ ਮਾਮਾ ਤੁਹਾਡਾ ਭਰਾ ਆ ਉਹ ਵਿਚੋਲਾ ਸੀ? ਹਾਂਜੀ ਉਹਨਾਂ ਨੇ ਬੇੜਾ ਗਰਕ ਕਰ ਦਿੱਤਾ। ਉਹਨਾਂ ਨੇ ਦੱਸਿਆ ਕੱਖ ਨਹੀਂ ਸਾਨੂੰ, ਤਾਂ ਉਹਨਾਂ ਕੁੜੀ ਬਾਰੇ ਸਾਰਾ ਪਤਾ ਲੱਗ ਗਿਆ। ਉਹਨਾਂ ਨੇ ਸਾਨੂੰ ਦੱਸਿਆ ਕੱਖ ਨਹੀਂ ਆ। ਇਹਨਾਂ ਬੇੜਾ ਗਰਕ ਕਰਨ ਦਾ ਮਕਸਦ ਕਿ ਕੁੜੀ ਵਿੱਚ ਕੋਈ ਨੁਕਸ ਸੀਗਾ? ਹਾਂਜੀ ਭਾਜੀ ਸਾਨੂੰ ਹੁਣ ਕੁੜੀ ਆਉਂਦੀ ਨਹੀਂ। ਅਸੀਂ ਫਿਰ ਦੋ ਵਾਰੀ ਭਾਈ ਤੁਹਾਨੂੰ ਪਤਾ ਕਿ ਟਿਕਟਾਂ ਕਿੰਨੀਆਂ ਨੇ ਕਿ ਤੁਸੀਂ ਕੁਝ ਜਾਣਦੇ ਆ, ਅਸੀਂ ਵੀ ਜਾਣਦੇ ਆ। ਅਸੀਂ ਐਮਰਜੈਂਸੀ ਟਿਕਟਾਂ ਲੈ ਲੱਖ ਰੁਪਏ ਦੀ ਟਿਕਟਾਂ ਲੈ ਕੇ 2 ਵਾਰੀ ਮੈਂ ਗਈ। ਪਹਿਲਾਂ ਕਹਿੰਦੇ ਹੈ ਮੇਰੇ ਤਾਏ ਸਹੁਰੇ ਦਾ ਮੁੰਡਾ ਪਿਆ ਆ, ਮੇਰੇ ਪਿੰਡ ਦੀ ਕੁੜੀ ਆ ਨਰਾਇਣਗੜ੍ਹ ਦੀ, ਤੇ ਮੈਂ ਉਹਨੂੰ ਭੇਜੀ। ਮੈਂ ਕਿਹਾ ਮੇਰੇ ਕੋਲ ਹੁਣ ਆ ਨਹੀਂ ਹੋਣਾ, ਛੋਟਾ ਬੇਟਾ ਮੇਰਾ ਸਕੂਲ ਦਾ, ਤੁਹਾਨੂੰ ਪਤਾ ਹੈ ਬਾਹਰ ਦੇ ਇੱਥੇ ਤਾਂ ਸਕੂਲ ਦੇ ਚੌਥੇ ਫੇਰ ਮਤਲਬ ਕਿ ਉਹ ਮਤਲਬ ਛੁੱਟੀ ਕਰਾ ਤੇ ਔਖਾ ਹੋ ਜਾਂਦਾ। ਤੇ ਉਹ ਫਿਰ ਮੈਂ ਜਾ ਨਹੀਂ ਸਕਦਾ। ਮੈਂ ਕਿਹਾ ਤੂੰ ਜਾਇਆ। ਮੈਨੂੰ ਕਹਿੰਦੇ ਉਹਨਾਂ ਨੇ ਫਿਰ ਇਲਜ਼ਾਮ ਲਾਇਆ ਵੀ ਨਹੀਂ ਘਰ ਦਾ ਜੀ ਆ ਵੀ ਤੋੜਦਾ। ਤੇ ਫਿਰ ਮੈਂ ਚੱਲ ਗਈ। ਮੈਂ ਕਿਹਾ ਚੱਲ ਮੈਂ ਚੱਲ ਜਾਨੀ ਹੈ। ਮੈਂ ਕਿਹਾ ਚੱਲ ਤੁਸੀਂ ਔਖਾ ਸਕਦੇ ਆਪਣਾ ਸਾਰਿਓ। ਮੈਂ ਗਈ ਤੇ ਮੈਨੂੰ ਕਹਿੰਦਾ ਨਹੀਂ ਅਸੀਂ ਮੈਨੂੰ ਜਿੰਨਾ ਵਿਆਹ ਹੀ ਉਹਨਾਂ ਤੋਂ ਨਹੀਂ ਆਟਾ ਵੀ ਮੁੰਡਾ ਵੀ ਮੈਂ ਹੀ ਜੰਮਿਆ ਵਾ।
आई सी पर ਹੈਲੋ ਸਭ ਕੀ ਹੋਇਆ ਫੋਨ ਨੂੰ ਹਾਂਜੀ ਹਾਂਜੀ ਅਸੀਂ ਜਾਣਨਾ ਚਾਹੁੰਦੇ ਤੁਹਾਡੇ ਕੋਲੋਂ ਕਿ ਜਿਹੜੀ ਤੁਹਾਡੀ ਨੂੰਹ ਆ ਦੋਸ਼ ਲਾ ਰਹੀ ਹੈ ਕਿ ਜਿਹੜਾ ਲੜਕਾ ਹੈ ਤੁਹਾਡਾ ਉਹ ਫਿਜ਼ੀਕਲੀ ਤੌਰ ਤੇ ਫਿਜ਼ੀਕਲੀ ਮਤਲਬ ਉਹ ਠੀਕ ਨਹੀਂ ਹੈ ਉਹ ਇੱਕ ਬੱਚਾ ਪੈਦਾ ਕਰਨ ਦੇ ਯੋਗ ਨਹੀਂ ਹੈ ਇਹ ਟਰੂ ਹੈ ਭਾਜੀ ਤੁਸੀਂ ਜਿੱਥੇ ਵੀ ਕਹੋ ਡਾਕਟਰੀ ਕਰਾ ਸਕਦੇ ਬੱਚੇ ਮੇਰੇ ਦੀ ਬੱਚਾ ਮੇਰਾ ਬਿਲਕੁਲ ਸਹੀ ਹੈ ਆਈ ਸੀ ਉਹਨਾਂ ਨੇ ਦੋਸ਼ ਲਾਣੇ ਤੁਹਾਡੇ ਘਰ ਵਾਲੇ ਤੇ ਤੁਹਾਡੇ ਘਰ ਵਾਲੇ ਦੇ ਨਾਲ ਸਿਲੰਡਰ ਹੈ ਭੈਣ ਜੀ ਹਾਂਜੀ 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 ਉਹ ਕਹਿੰਦੀ ਕਿ ਕੋਈ ਗੱਲਬਾਤ ਨਹੀਂ ਕੋਈ ਨਾ ਮੇਰੇ ਬੱਚੇ ਕੋਈ ਦੋਸਤ ਆ ਨਾ ਹੀ ਮੇਰੇ ਘਰ ਵਾਲੇ ਕੋਈ ਨਾ ਸਹੀ ਅਮਰਤਾ ਤਾਂ ਸਾਰਾ ਪਰਿਵਾਰ ਸਾਡੇ ਤੇ ਝੂਠਾ ਇਲਜ਼ਾਮ ਲਾਉਂਦੇ ਸੀ ਭਾਜੀ ਸਰੋਪੇ ਨਾਲ ਮਿਲਣੀ ਕੀਤੀ ਹੋਈ ਹੈ ਸਾਡੇ ਕੋਲ ਕਹਿੰਦੇ ਗੱਡੀਆਂ ਮੰਗਦੇ ਪੈਸੇ ਮੰਗਦੇ ਸੀ ਕੋਈ ਮੰਗਣਾ ਹੁੰਦਾ ਤੇ ਪਹਿਲਾਂ ਨਾ ਮੰਗਦੇ ਅਸੀਂ ਤੇ ਸਾਡੇ ਕੋਲ ਪਰਮਾਤਮਾ ਨੇ ਸਾਰਾ ਕੁਝ ਦਿੱਤਾ ਹੋਇਆ ਵਾ ਪਰ ਲੜਕੀ ਕਹਿ ਰਹੀ ਹੈ ਕਿ ਇਹ ਤੇ ਇੱਕ ਸੱਚ ਹੈ ਕਿ ਵਿਚੋਲਾ ਤੁਹਾਡਾ ਸਕਾ ਭਰਾ ਸੀ ਇਹ ਸੱਚ ਹੈ ਨਾ ਸਗਾ ਭਰਾ ਹਾਂਜੀ ਹਾਂਜੀ ਭਾਜੀ ਅਸੀਂ ਇੱਕ ਗੱਲ ਇੱਕ ਜਿੰਨੇ ਝੂਠ ਬੋਲਦੇ ਜੋ ਵੀ ਗੱਲ ਸੱਚ ਕਰਵੇ ਸਾਡੇ ਲਈ ਧੋਣ ਤੇ ਕਿਰਪਾਨ ਰੱਖੀ ਹੈ ਇਸ ਲਈ ਤੁਸੀਂ ਮੈਨੂੰ ਦੱਸੋ ਕਿ ਤੁਹਾਡਾ ਭਰਾ ਸਕਾ ਪੰਚਾਇਤ ਦਾ ਕਿ ਤੁਹਾਡੇ ਪਿੰਡ ਗਿਆ ਤੇ ਤੁਹਾਡੇ ਘਰ ਵਾਲੇ ਨੇ ਮਾਫੀ ਮੰਗੀ ਕਿ ਮੁੜ ਕੇ ਮੈਂ ਇਸ ਲੜਕੀ ਨੂੰ ਟੱਚ ਨਹੀਂ ਕਰੂੰਗਾ ਤੇ ਤੁਹਾਡੀ ਨੂੰਹ ਨੂੰ ਜਦੋਂ ਤੁਹਾਡੀ ਨੂੰਹ ਰਸੋਈ ਵਿੱਚ ਕੰਮ ਕਰ ਰਹੀ ਸੀ ਤਾਂ ਉਹਨੂੰ ਕਈ ਵਾਰੀ ਗਲਵਕੜੀ ਵਿੱਚ ਹੱਕ ਕਰਦਾ ਸੀ ਤੇ ਉਹ ਕਹਿੰਦੇ ਸੀ ਕਿ ਕਈ ਵਾਰੀ ਹੁਣ ਮੈਂ ਕਹਾਂ ਕਿ ਮੈਂ ਕਹਿ ਸਕਦਾ ਕਿ ਸਰੀਰ ਨੂੰ ਟੱਚ ਕਰਨਾ ਅਤੇ ਕਈ ਵਾਰੀ ਅਸੀਂ ਬੱਚਿਆਂ ਨੂੰ ਉਂਝ ਵੀ ਹਾਂਜੀ ਭਾਜੀ ਮੇਰੀ ਇੱਕ ਮਿੰਟ ਗੱਲ ਸੁਣਿਓ ਉਹਨਾਂ ਦਾ ਫੋਨ ਮੇਰੇ ਬੇਟੇ ਦਾ ਫੋਨ ਜਾਂਦਾ ਸੀਗਾ ਹਾਂ ਤੇ ਉਹ ਫੋਨ ਉਹਨਾਂ ਨੇ ਫੋਨ ਨਹੀਂ ਚੱਕਿਆ ਤਾਂ ਉਹਨੇ ਫਿਰ ਨਾ ਇਹਦੇ ਡੈਡੀ ਫੋਨ ਤੇ ਆਪਣੇ ਤੇ ਲਾਤਾ ਤਾਂ ਉਹ ਕਹਿੰਦੇ ਵੀ ਮਨਪ੍ਰੀਤ ਫੋਨ ਨਹੀਂ ਚੱਕਦੀ ਉਹ ਫਿਰ ਕਹਿੰਦਾ ਕਿ ਆ ਤੂੰ ਫੋਨ ਮੇਰਾ ਲੈ ਲੈ ਤੇ ਮੈਂ ਉੱਥੇ ਕੰਮ ਕਰਾਉਂਦੀ ਸੀ ਦੁਕਾਨਾਂ ਪਾਉਂਦੀ ਸੀਗੇ ਆਪਣੇ ਕਮਰੇ ਉੱਥੇ ਮੇਰੇ ਘਰ ਦੇ ਗਏ ਸੀਗੇ ਤੇ ਉਹ ਦੁਕਾਨਾਂ ਦਾ ਕੰਮ ਕਰਦੇ ਮਿਸਤਰੀ ਬਾਹਰ ਚਾਲੀ ਉੱਥੇ ਭਈਏ ਉੱਥੇ ਸਾਡੇ ਰਹਿੰਦੇ ਮਿਸਤਰੀ ਜੋ ਵੀ ਲੇਬਰ ਮਿਸਤਰੀ ਸਾਰੇ ਉੱਥੇ ਸਾਰੇ ਗਵਾਹ ਤੁਸੀਂ ਪੁੱਛ ਸਕਦੇ ਇਹ ਨਹੀਂ ਇਕੱਲੇ ਬੰਦੇ ਸਾਰਿਆਂ ਨੂੰ ਪੁੱਛ ਸਕਦੇ ਤੁਸੀਂ ਉੱਥੇ 50 ਬੰਦੇ ਲੱਗੇ ਸੀਗੇ ਤੇ ਉਹ ਕਹਿੰਦੇ ਕੁੜੀਆਂ ਵੀ ਮੈਨੂੰ ਐਮਰਜੈਂਸੀ ਫੋਨ ਲਾਉਣੀ ਪੈਂਦੀ ਕੋਈ ਮਿਸਤਰੀ ਨੂੰ ਕੋਈ ਸੈਂਪਲ ਲਿਆਉਣਾ ਪੈਂਦਾ ਕੋਈ ਇੱਟਾਂ ਲਿਆਉਣਾ ਜਿਹੜਾ ਕੁਛ ਲਿਆਉਣਾ ਪੈਂਦਾ ਮੈਨੂੰ ਐਮਰਜੈਂਸੀ ਫੋਨ ਲਾਉਣਾ ਪੈਂਦਾ ਵੀ ਤੂੰ ਆਪਣੇ ਵਾਲਾ ਮੈਨੂੰ ਦੇ ਦੇ ਤੇ ਆਹ ਬੇਟੇ ਨਾਲ ਗੱਲ ਕਰ ਲਾ ਵੀ ਬਾਹਰ ਫੋਨ ਆਉਂਦੇ ਆ ਇਹਨਾਂ ਨੇ ਆਪਣੇ ਵਾਲਾ ਫੋਨ ਉਹਨੂੰ ਦੇ ਦਿੱਤਾ ਉਹਨਾਂ ਉਹਨੂੰ ਦੇ ਦਿੱਤਾ ਉਹਨਾਂ ਨੇ ਮਤਲਬ ਇਹਦੇ ਵਿੱਚ ਇੱਕ ਦੋ ਅੱਧੀਆਂ ਕਾਲਾਂ ਹੀ ਉਹ ਮਤਲਬ ਕਿ ਕਾਲਾਂ ਸੀਗੀਆਂ ਜਿਹੜੀਆਂ ਕਿ ਉਹ ਕਿਸੇ ਮੁੰਡੇ ਨਾਲ ਗੱਲਬਾਤ ਕਰਦੀ ਸੀ ਉਹ ਫਿਰ ਇਹਨੂੰ ਹਟ ਮੇਰਾ ਘਰ ਦਾ ਘੱਟ ਪੜਿਆ ਅੰਗਰੇਜ਼ੀ ਨਹੀਂ ਪਤਾ ਸੀ ਉਹਨੂੰ ਉਹਨੇ ਜਾ ਕੇ ਫਿਰ ਬੇਟੇ ਨੂੰ ਕਿਹਾ ਵੀ ਆਹ ਤੂੰ ਬਾਹਰ ਵੀ ਮੈਸੇਜ ਕੀ ਆ ਉਹ ਮੈਸੇਜ ਬੇਟੇ ਮੇਰੇ ਨੇ ਪਾ ਦੇ ਫਿਰ ਉਹ ਉਹਦੇ ਮੁੰਡੇ ਨਾਲ ਕੋਈ ਗੱਲਬਾਤ ਸੀਗੀ ਇਹਨਾਂ ਦੀ ਹੁਣ ਇਹਨਾਂ ਭਾਜੀ ਸਾਨੂੰ ਤਾਂ ਕੋਈ ਗੱਲ ਦਾ ਪਤਾ ਸੀ ਜਿੱਥੇ ਬੈਠੇ 10 ਦਿਨ ਵਿਆਹ ਕਰਕੇ 10 ਦਿਨ ਬਾਅਦ ਹੀ ਵਾਪਸ ਆ ਗਏ ਇਹਨਾਂ ਦੀ ਦੋਵਾਂ ਦੀ ਕੋਈ ਗੱਲਬਾਤ ਹੋਈ ਤੇ ਮਤਲਬ ਇਹਨਾਂ ਨੇ ਕਿਹਾ ਫਿਰ ਬੇਟੇ ਮੇਰੇ ਨੇ ਕਿਹਾ ਵੀ ਤੂੰ ਓਦਾਂ ਕਰਕੇ ਤੇ ਉਹ ਕਹਿੰਦੀ ਵੀ ਮੈਂ ਤੇਰੇ ਨਹੀਂ ਰਹਿਣਾ ਚਾਹੁੰਦੀ ਮੇਰੇ ਤਾਂ ਤੇਰੇ ਮਾਮੀ ਛੋਟੀ ਤੇਰੀ ਭਰਜਾਈ ਜਿਹੜੀ ਹੈ ਮੇਰੀ ਭਰਜਾਈ ਨੇ ਤੇ ਇਹਦੇ ਮਾਂ ਪਿਓ ਨੇ ਜ਼ਬਰਦਸਤੀ ਵਿਆਹ ਕੀਤਾ ਤੇ ਕੁੜੀ ਕਹਿੰਦੀ ਮੈਂ ਜਿੱਥੇ ਜਾਣਾ ਹੀ ਉੱਥੇ ਵਿਆਹ ਕਰਾਉਣਾ ਸੀਗਾ ਅੰਨੀ ਗੱਲ ਕਹੀ ਹੈ ਭਾਜੀ ਇਹਨਾਂ ਨੇ ਤੁਸੀਂ ਉਹ ਲੜਕੀ ਇਹ ਕਹਿ ਰਹੀ ਹੈ ਕਿ ਤੁਹਾਡਾ ਲੜਕਾ ਜਿਹੜਾ ਆ ਉਹ ਫਿਜ਼ੀਕਲੀ ਠੀਕ ਨਹੀਂ ਹੈ ਬੱਚੇ ਦੇ ਯੋਗ ਨਹੀਂ ਹੈ ਤਾਂ ਜਿਹੜਾ ਤੁਹਾਡਾ ਉਹਨੇ ਇਹ ਵੀ ਕਿਹਾ ਦੋਸ਼ ਲਾਇਆ ਮਾਫ ਕਰਨਾ ਭੈਣ ਜੀ ਤੁਸੀਂ ਮੇਰੇ ਸਤਿਕਾਰਯੋਗ ਤੁਸੀਂ ਮੇਰੇ ਸਿਰ ਦਾ ਤਾਜ ਹੋ ਉਸ ਤੁਹਾਡੀ ਨੂੰਹ ਨੇ ਇਹ ਕਿਹਾ ਕਿ ਜਿਹੜਾ ਗੁਰਪ੍ਰੀਤ ਆ ਉਹ ਮੈਂ ਕਹਿੰਦੀ ਦੱਸਿਆ ਸੀ ਗੁਰਪ੍ਰੀਤ ਨੂੰ ਕਿ ਤੇਰਾ ਡੈਡੀ ਜਿਹੜਾ ਮੇਰੇ ਸਹੁਰਾ ਹੈ ਮੈਨੂੰ ਤੰਗ ਕਰਦਾ ਮੇਰੇ ਬਿਸਤਰੇ ਵਿੱਚ ਸੌ ਜਾਂਦਾ ਆਣ ਕੇ ਜ਼ਬਰਦਸਤੀ ਕਰਦਾ ਹੈ ਡੋਰਾ ਭੰਨ ਦਿੰਦਾ ਹੈ ਲੋਕ ਤੋੜੇ ਨੇ ਔਰ ਕਈ ਵਾਰੀ ਕਿਸ ਵੀ ਕੀਤੀ ਆ ਹੱਗ ਵੀ ਕੀਤਾ ਜਿਸ ਤਰ੍ਹਾਂ ਕਿ ਬੱਚਨ ਕਰਦੇ ਕਿ ਬੱਚਨ ਧੀਆਂ ਨੂੰ ਆਪਾਂ ਹੱਗ ਵੀ ਕਰ ਲੈਂਦੇ ਨੋ ਐਸੀ ਗੱਲ ਨਹੀਂ ਕੋਈ ਪਿਆਰ ਵੀ ਦਿੰਦੇ ਸਿਰ ਤੇ ਔਰ ਹਰਕਤ ਜਿਹੜੀ ਸੀ ਬੜੀ ਨਹੀਂ ਭਾਜੀ ਕੋਈ ਮਤਲਬ ਕੋਈ ਏਦਾਂ ਦੀ ਗੱਲਬਾਤ ਜਿੰਨੇ ਵੀ ਗੱਲਾਂ ਨਾ ਸਾਰਾ ਕੁਝ ਜੇ ਭਾਜੀ ਇੱਕ ਮਿੰਟ ਮੇਰੀ ਗੱਲ ਸੁਣੋ ਜੇ ਇਹਦੇ ਨਾਲ ਹੁਣ ਮੇਰਾ ਘਰ ਦਾ ਮੇਰੀ ਨੂੰਹ ਆ ਮੇਰੀ ਮਦਰ ਹੀ ਹੈ ਠੀਕ ਹੈ ਨਾ ਮੈਂ ਵੀ ਮਦਰ ਹੀ ਹੈਗੀ ਮੈਂ ਇਹ ਨੀ ਕਹਿੰਦੀ ਕਿ ਮੇਰੀ 5 ਫੁੱਟ ਲੰਬੀ ਹੈ ਮੈਂ ਵੀ ਮਦਰ ਹੀ ਮੇਰੀ ਨੂੰਹ ਵੀ ਅੱਗੇ ਮਦਰ ਹੀ ਹੈ ਤੇ ਮੇਰਾ ਘਰ ਦਾ ਹੈਗਾ 6 ਫੁੱਟ ਲੰਬਾ ਹੈ ਤੇ ਜੇ ਤੇ ਮੰਨ ਲਓ ਅਸੀਂ ਹੈਗਾ ਤਾਂ ਹੈ ਨਹੀਂ ਮੰਨ ਲਓ ਭਾਜੀ ਜੇ ਇਹਨਾਂ ਨੇ ਕੀਤਾ ਹੁੰਦਾ ਕੋਈ ਗੱਲਬਾਤ ਆਪਣੇ ਗੁਆਂਢੀਆਂ ਨੂੰ ਦੱਸਦੀ ਰੌਲਾ ਪਾਉਂਦੀ ਹੈ ਦੂਸਰੇ ਰੌਲਾ ਪਾਉਂਦੀ ਫਿਰ ਘਰ ਤੇ ਚੁੱਪ ਕਰਕੇ ਬੈਠੀ ਦੂਜੇ ਦਿਨ ਫਿਰ ਮੇਰੇ ਘਰ ਦੇ ਨਾਲ ਉੱਥੇ ਗੁਰਦੁਆਰਾ ਸਾਹਿਬ ਗਈ ਵਿੱਕੀ ਦੇ ਬਹਿ ਕੇ ਫਿਰ ਨਾਲ ਹੀ ਉੱਥੇ ਉਹ ਕੰਮ ਸੀ ਉਹ ਜਿਹੜਾ ਸੂਟ ਇਹਨੇ ਲੈਣੇ ਸੀ ਤੇ ਸੂਟ ਲੈ ਕੇ ਦਿੱਤੇ ਕਹਿੰਦਾ ਕੁੜੀਏ ਚੱਲ ਵਿੱਕੀ ਦੇ ਤੈਨੂੰ ਆਪਣੀ ਮਰਜ਼ੀ ਦੇ ਸੂਟ ਲੈਣੇ ਸੂਟ ਲਏ ਹਰਿਆਣੇ ਗਈ ਤੇ ਲਾਗੇ ਸ਼ਹਿਰ ਪੈਂਦਾ ਹਰਿਆਣਾ ਤੇ ਲਾਗੇ ਗੁਰਦੁਆਰਾ ਸਾਹਿਬ ਤੇ ਗੁਰਦੁਆਰੇ ਗਏ ਫਿਰ ਉੱਥੇ ਕੱਪੜੇ ਸੂਟ ਲੈ ਕੇ ਆਈ ਆਪਣੇ ਜੇ ਭਾਜੀ ਏਦਾਂ ਦੀ ਕੋਈ ਗੱਲਬਾਤ ਹੋਈ ਹੁੰਦੀ ਤਾਂ ਫਿਰ ਮਾਪਿਆਂ ਬਹਿ ਕੇ ਜਾਂਦੀ ਜਕਦਮ ਉਹਨਾਂ ਕਰਦੀ ਆਪਣੇ ਮਾਪੇ ਫੋਨ ਕਰਦੀ ਵੀ ਮੇਰੇ ਨਾਲ ਇਹ ਹਰਕਤ ਹੋਈ ਲਾਗੇ ਉੱਥੇ ਮੇਰਾ ਸਹੁਰਾ ਸਾਰਾ ਸੀਗਾ ਉਹ ਕਹਿੰਦੀ ਕਿ ਮੈਂ ਇੱਕ ਮਿੰਟ ਮੈਂ ਉਹਨੂੰ ਦੱਸਦੇ ਕਿ ਪਾਪਾ ਏਦਾਂ ਗੱਲਬਾਤ ਹੋਈ ਭੈਣ ਜੀ ਤੁਹਾਡਾ ਨਾਮ ਕੀ ਹੈ
ਮੇਰਾ ਕਮਲਜੀਤ ਕੌਰ ਹੈ। ਕਮਲਜੀਤ ਜੀ ਤੁਸੀਂ ਮੇਰੇ ਸਤਿਕਾਰਯੋਗ ਹੋ, ਔਰ ਉਹ ਕਹਿੰਦੀ ਆ ਕਿ ਜਿਹੜਾ ਮੇਰੇ ਦਾਦਾ ਸਹੁਰਾ ਆ ਮੈਂ ਉਹਨੂੰ ਸਾਰਾ ਕੁਝ ਦੱਸਿਆ ਆ ਕਿ ਇਦਾਂ ਕਰਦਾ ਆ ਤੇ ਤੁਹਾਡੇ ਘਰ ਵਾਲਾ। ਭਾਜੀ ਉਹਨਾਂ ਨੂੰ ਵੀ ਮੇਰੇ ਸਹੁਰਾ ਕਹਿੰਦਾ, ਮੈਂ ਆਪਣੇ ਫਿਰ ਦੱਸਿਆ ਇਹਨਾਂ ਨੂੰ, ਜਦ ਮੈਂ ਇੱਥੋਂ ਗਈ ਮੈਂ ਕਿਹਾ ਵੀ ਪਾਪਾ ਇਹਨਾਂ ਮੁੰਡੇ ਸਾਡੇ ਨੇ ਨਾ ਕੋਈ ਕਾਲਾ ਕੂਲਾ ਇਹਨਾਂ ਨੇ ਕਿਤੇ ਇੱਕ ਦੂਜੇ ਨਾਲ ਕੁੜੀ ਨਾਲ ਗੱਲਾਂ ਬਾਤਾਂ ਕਰਦੇ ਨੇ, ਰਿਕਾਰਡ ਮਤਲਬ ਇਹਨੇ ਕਢਾਈਆਂ। ਕਹਿੰਦਾ ਉਹ ਕਹਿੰਦੇ ਉਹ ਸਾਰੀ ਹੀ ਮੁਕਰੀ, ਕਹਿੰਦਾ ਮੈਂ ਤੇਰੀ ਰਿਕਾਰਡਾਂ ਕਢਾ ਲੈਣੀਆਂ। ਉਹਨੂੰ ਮੈਂ ਰਿਕਾਰਡਾਂ ਕਢਾਉਣੀਆਂ। ਫਿਰ ਮੈਂ ਆਪਣੇ ਸਹੁਰੇ ਨੂੰ ਦੱਸਿਆ, ਮੈਂ ਗਈ ਮੈਂ ਕਿਹਾ ਪਾਪਾ ਆਹ ਏਦਾਂ ਗੱਲਬਾਤ ਚੱਲਣ ਰਹੀ ਹੈ ਹੈਂ। ਤੇ ਫਿਰ ਉਹਨਾਂ ਨੇ ਰਿਕਾਰਡਾਂ ਸੁਣ ਲਈਆਂ, ਦੱਸੀਆਂ ਹੋਈਆਂ ਇਹਨਾਂ ਨੂੰ। ਤੇ ਪਾਪਾ ਕਹਿੰਦਾ ਮੈਨੂੰ ਵੀ ਇਹਨਾਂ ਨੇ ਨਾਲ ਮਤਲਬ ਏਦਾਂ ਮੈਨੂੰ ਵੀ ਧੱਕੇ ਚ ਲੈ ਲਿਆ ਵਾ। ਤੇ ਏਦਾਂ ਹੀ ਕਹਿੰਦਾ ਕੋਈ ਗੱਲਬਾਤ, ਜਦੋਂ ਮੇਰੇ ਮੁੰਡੇ ਨਾਲ ਕੋਈ ਨੀ ਏਦਾਂ ਦੀ ਗੱਲਬਾਤ, ਕਹਿੰਦਾ ਇਹਨਾਂ ਨੇ ਮੈਨੂੰ ਧੱਕੇ ਚ ਲੈ ਗਏ, ਇਹਨਾਂ ਨੇ ਮੈਨੂੰ ਦਸਕਾਲ ਦਿੰਦੇ ਤੇ ਏਦਾਂ ਕਰ ਇਹਨਾਂ ਨੇ ਆਪ ਕਰਦੇ ਸੀਗੇ ਇਹਨਾਂ ਨੇ। ਤੁਹਾਡਾ ਸਕਾ ਭਰਾ ਪੰਚਾਇਤ ਲੈ ਕੇ ਪਿੰਡ ਵਿੱਚ ਗਿਆ ਹੈ ਤੇ ਤੁਹਾਡੇ ਘਰ ਵਾਲੇ ਮਾਫੀ ਮੰਗੀ, ਇਹ ਸੱਚੀ ਗੱਲ ਹੈ? ਤੁਹਾਡਾ ਭਰਾ ਭਾਜੀ ਪੰਚਾਇਤ ਗਈ, ਇਹਨਾਂ ਨੇ ਆਪ ਜਿਹੜਾ ਕੁੜੀ ਦੇ ਮਾਂ ਪਿਓ ਇਹਨਾਂ ਨੇ ਪੰਚਾਇਤ ਲੈ ਕੇ, ਮੇਰਾ ਭਰਾ ਨਹੀਂ ਗਿਆ ਪੰਚਾਇਤ ਲੈ ਕੇ ਕੋਈ ਵੀ, ਉਹ ਮਤਲਬ ਕੋਈ ਮਾਫੀ ਨਹੀਂ ਮੰਗੀ। ਅਸੀਂ ਤਾਂ ਸਾਰਾ ਪਰਿਵਾਰ ਇੱਥੇ ਹੀ ਭਾਜੀ। ਨੇ ਪੰਚਾਇਤ ਲੈ ਕੇ ਕਿਉਂ ਗਏ ਉਹ? ਪੰਚਾਇਤ ਲਿਜਾਣ ਦਾ ਮਕਸਦ ਕੀ ਸੀਗਾ? ਹਾਂ ਭਾਜੀ ਪੰਚਾਇਤ ਲੈਣ ਦਾ ਮਤਲਬ ਇਹ ਸੀਗਾ, ਇਹਨਾਂ ਨੇ ਮੁੰਡਾ ਸਾਡਾ ਗਿਆ, ਕੁੜੀ ਸਾਡੀ ਨੇ ਬੁਲਾਇਆ ਹੋਇਆ ਤੁਸੀਂ ਆ ਕੇ, ਮੈਂ ਕਹਿੰਦੀ ਵੀ ਤੂੰ ਆ ਕੇ ਮੈਨੂੰ ਨਾ ਤਲਾਕ ਦੇ ਜਾ, ਮੈਂ ਜਿੱਥੇ ਜਾਣਾ ਉੱਥੇ ਜਾਣਾ ਚਾਹੁੰਦੀ ਹੈ। ਤੇ ਉਹ ਕਹਿੰਦੀ ਕਿ ਤੂੰ ਆਪਣੇ ਮਾਂ ਪਿਓ ਦਾ ਨਾ ਹੀ ਆਪਣੇ ਮਾਂ ਪਿਓ ਦਾ। ਹਜੇ ਮੁੰਡਾ ਮੇਰਾ ਕਹਿੰਦਾ ਏਦਾਂ ਕਿੱਦਾਂ ਹੋਣੀ ਹੈ, ਤੂੰ ਆਪਣੇ ਮਾਂ ਪਿਓ ਦਾ ਮੈਂ ਆਪਣੇ ਨਾਲ। ਕਹਿੰਦਾ ਵੀ ਨਹੀਂ ਆਪਾਂ ਦੱਸ ਕੇ ਫੇਰ ਕਰਾਂਗੇ ਵਿਆਹ, ਸਾਰੇ ਤੇ ਹੋਇਆ ਆਪਾਂ ਤਲਾਕ ਵੀ ਏਦਾਂ ਕਰਾਂਗੇ ਜੇ ਤੂੰ ਕਰਨਾ ਚਾਹੁੰਦੀ ਹੈ ਤਾਂ ਆਪਾਂ ਮਾਂ ਪਿਓ ਨੂੰ ਦੱਸਣਾ। ਕਹਿੰਦੀ ਕਹਿੰਦੀ ਵੀ ਮੇਰੀਆਂ 2 ਭੈਣਾਂ, ਮੇਰਾ ਭਰਾ ਵਿਆਹੁਣ ਵਾਲਾ ਪਿਆ, ਕੁੜੀ ਕਹਿੰਦੀ ਹੈ ਸਾਰੇ ਤੋਂ ਵੱਡੀ ਹੈ ਪਰਿਵਾਰ ਚ। ਤੁਹਾਡੀ ਕਦੋਂ ਗੱਲ ਹੋਈ ਹੈ ਤੁਹਾਡੀ ਨੂੰਹ ਨਾਲ ਆਖਰੀ ਗੱਲ ਕਦੋਂ ਹੋਈ? ਕਿੰਨਾ ਸਮਾਂ ਹੋ ਗਿਆ? ਹੈਲੋ ਕਮਲਜੀਤ ਜੀ, ਤੁਹਾਡੀ ਨੂੰਹ ਨਾਲ ਕਦੋਂ ਗੱਲ ਹੋਈ? ਤੁਹਾਡੀ ਆਖਰੀ ਮਨਪ੍ਰੀਤ ਨਾਲ ਕਦੋਂ ਗੱਲ ਹੋਈ ਹੈ? ਮੈਂ ਭਾਜੀ 2 ਵਾਰ ਪੰਚਾਇਤਾਂ ਲੈ ਕੇ ਗਈ ਆ, ਮਤਲਬ ਪਿਛਲੇ ਸਾਲ ਹੀ ਖਰਨ ਨਾ ਗਈ। ਹੁਣ ਮੈਨੂੰ ਭਾਜੀ ਮੇਰਾ ਤਾਂ ਦਿਮਾਗ ਖਰਾਬ ਹੋਇਆ, ਮੈਨੂੰ ਕੋਈ ਸਾਰ ਦਾ ਮੈਂ ਟੈਨਸ਼ਨ ਚ ਹੀ ਰਹਿੰਦੀ ਹੈ। ਇਹੀ ਮੈਨੂੰ ਲੱਗਾ ਰਹਿੰਦਾ ਕਿ ਕਹਿੰਦੇ ਆ ਦਿੱਤਾ ਤਾਂ ਕੱਖ ਨਹੀਂ ਤੇ ਵੱਧ ਹੀ ਟੈਨਸ਼ਨ ਪਾ ਲਈ ਹੈ। ਹੋਰ ਪਤਾ ਨਹੀਂ ਭਾਜੀ, ਮੈਂ ਹੁਣ ਤਰੀਕ ਤਾਂ ਨਹੀਂ ਮੈਂ ਨੋਟ ਕੀਤੀ ਨਹੀਂ, ਉਹ ਮੇਰੇ ਹਿਸਾਬ ਨਾਲ ਪਿਛਲੇ ਸਾਲ ਹੀ ਮੈਂ ਜਦੋਂ ਮੈਂ ਭਾਜੀ ਤੋਂ ਜ਼ਿਆਦਾ ਲੈ ਗਈ ਨਾ ਉਹ ਮੇਰੇ ਸਾਹਮਣੇ ਕੀਤੀ ਨਹੀਂ ਇਹਨਾਂ ਨੇ। ਆਈ ਸੀ ਤੁਹਾਡੀ ਨੂੰਹ ਨੇ ਦੱਸਿਆ ਤੁਹਾਨੂੰ ਕਿ ਬੀਜੀ ਕੇ ਮੰਮੀ ਕੇ ਮੇਰੇ ਸਹੁਰੇ ਨੇ ਮੈਨੂੰ ਹੱਥ ਲਾਇਆ, ਮੇਰੇ ਬਿਸਤਰੇ ਚ ਆ ਗਏ? ਇਹ ਗੱਲ ਤੁਹਾਨੂੰ ਪਤਾ? ਇਸ ਗੱਲ ਦਾ, ਇਹ ਗੱਲ ਜਿਹੜੀ ਕੁਸਰ-ਮੁਸਰ ਹੋਈ ਆ ਜਾਂ ਇਹਦੀ ਗੱਲ ਦੀ ਜਿਹੜੀ ਕਹਾਣੀ ਬਣਾਈ ਗਈ ਹੈ, ਤੁਹਾਨੂੰ ਪਤਾ ਇਸ ਗੱਲ ਬਾਰੇ? ਜਦੋਂ ਕਦੇ ਪੰਚਾਇਤ ਵਿੱਚ ਕੋਈ ਗੱਲਬਾਤ ਓਦਾਂ ਰੌਲਾ ਪਾਉਂਦੇ, ਉਹਨ ਗੱਲ ਦੱਸਦੀ ਜੀ ਏਦਾਂ ਗੱਲਾਂ ਬਾਤਾਂ ਸੁਣਦੇ ਪਏ। ਨਹੀਂ ਤੁਹਾਨੂੰ ਦੱਸਿਆ ਸੀਗਾ ਨੂੰਹ ਨੇ ਤੁਹਾਡੀ ਨੌ ਮੇਰੀ ਨੇ ਤਾਂ ਮੈਨੂੰ ਦੱਸਿਆ ਹੀ ਨਹੀਂ ਏਦਾਂ ਦੀ ਗੱਲਬਾਤ ਹੋਈ ਹੈ ਜਾਂ ਮੇਰੇ ਤਾਂ ਭਾਜੀ ਸਾਹਮਣੇ ਨਹੀਂ ਲਾਈ ਮੈਂ ਪੰਚਾਇਤ ਲੈ ਕੇ ਗਈ। ਅੱਛਾ ਹੋਲਡ ਕਰੋ ਇੱਕ ਮਿੰਟ ਜੀ, ਹੋਲਡ ਕਰੋ। ਆਪਣੇ ਮਨਪ੍ਰੀਤ ਤੁਸੀਂ ਲਾਈਨ ਤੇ ਹੋ? ਹਾਂਜੀ ਸਰ। ਮਨਪ੍ਰੀਤ ਜਿਹੜੀ ਗੱਲ ਕਰ ਰਹੇ ਸੀਗੇ ਇਹ ਤੁਹਾਡੀ ਸੱਸ ਹੈ? ਹਾਂਜੀ। ਤੇ ਤੁਸੀਂ ਕਹਿੰਦੇ ਸਾਨੂੰ ਤਾਂ ਪਤਾ ਹੀ ਨਹੀਂ ਇਸ ਗੱਲ ਦਾ, ਤੁਸੀਂ ਕਹਿੰਦੇ ਤੁਹਾਡੀ ਮੇਰੀ ਸੱਸ ਨੂੰ ਪਤਾ। ਬੋਲੋ ਸਰ। ਪਤਾ ਮੈਂ ਦੱਸਿਆ ਇਹ ਝੂਠ ਬੋਲਦੇ ਪਏ ਆ। ਇਹ ਕੀ ਆਈ ਸੀ ਪੰਚਾਇਤ ਇਹਨਾਂ ਦੀ ਭਰਜਾਈ ਵੀ ਸੀ ਆ ਦੋਨੋਂ, ਤੇ ਭਰਾ ਵੀ ਸੀ ਇਹਨਾਂ ਦਾ। ਭਰਾ ਵੀ ਸੀਗਾ? ਨਹੀਂ ਤਾਂ ਤੁਸੀਂ ਉਹਨਾਂ ਦੇ ਨਾਲ ਵੀ ਗੱਲ ਕਰ ਸਕਦੇ ਹੋ। ਇਹ ਕਹਿੰਦੇ ਆ ਕਿ ਤੇਰੇ ਕੋਲ ਕੋਈ ਬॉयਫ੍ਰੈਂਡ ਸੀਗਾ ਜਿਹੜਾ ਕਿ ਉਹਨਾਂ ਨੇ ਤੇਰੇ ਸਨੈਪਚੈਟ ਵਿੱਚੋਂ ਜਾਂ ਫਿਰ ਉਹਨਾਂ ਰਿਕਾਰਡਿੰਗ ਕਢਾਈ ਹੈ। ਮਨਪ੍ਰੀਤ ਇਹ ਸੱਚੀ ਗੱਲ ਹੈ? ਸਰ ਮੇਰੀ ਇੱਕ ਸਹੇਲੀ ਹੈ, ਮੈਂ ਆਪਣੀ ਸਹੇਲੀ ਨੂੰ ਸਿਰਫ ਇੰਨੀ ਗੱਲ ਕਹੀ, ਮੇਰੇ ਸਹੁਰੇ ਨੇ ਮੇਰਾ ਫੋਨ ਖੋਲਿਆ, ਫਿਰ ਇਹਨਾਂ ਨੇ ਮੈਨੂੰ ਹੱਥ ਫੜ ਕੇ ਮੈਨੂੰ ਆਪਣੇ ਵੱਲ ਖਿੱਚ ਕੇ ਜੱਫੀਆਂ ਪਾਉਣੀਆਂ ਸ਼ੁਰੂ ਕੀਤੀਆਂ। ਫਿਰ ਉਹਨਾਂ ਨੇ ਉਹੀ ਗੰਦੀਆਂ ਹਰਕਤਾਂ ਕੀਤੀਆਂ ਉਸ ਟਾਈਮ ਤੇ। ਤੁਸੀਂ ਗੱਲ ਆਪਣੀ ਸੱਸ ਨੂੰ ਦੱਸੀ ਸੀਗੀ? ਇਹਨਾਂ ਨੂੰ ਕੀ ਪਤਾ ਮੇਰੇ ਨਾਲ ਹੋਏ, ਮੈਂ ਸਰ ਦੱਸਦੀ ਪਈ ਆ ਤੁਹਾਨੂੰ। ਨਹੀਂ ਤੁਸੀਂ ਆਪਣੇ ਸੱਸ ਨੂੰ ਦੱਸਿਆ ਕਿ ਇਦਾਂ ਮੇਰੇ ਸਹੁਰੇ ਨੇ ਕੀਤੀ ਹੈ? ਹਾਂਜੀ ਸਰ ਮੈਂ ਦੱਸਿਆ, ਇਹਨਾਂ ਨੂੰ ਵੀ ਦੱਸਿਆ, ਗੁਰਪ੍ਰੀਤ ਨੂੰ ਵੀ ਦੱਸਿਆ, ਆਈ ਸੀ ਮਾਮਾ ਜੀ ਨੂੰ ਵੀ ਦੱਸਿਆ ਸੀ। ਆਪਣੇ ਕਮਲਜੀਤ ਤੁਹਾਡੀ ਨੂੰਹ ਕਹਿ ਰਹੀ ਦੱਸਿਆ, ਤੁਸੀਂ ਮੁੱਕਰ ਰਹੇ ਹੋ? ਨਹੀਂ ਭਾਜੀ ਪਹਿਲਾਂ ਤਾਂ ਮੈਨੂੰ ਦੱਸੋ ਇੰਨੀ ਗੱਲ ਦੱਸੋ ਕਿ ਤੁਸੀਂ ਬੋਲਦੇ ਕੌਣ, ਕਿੱਥੋਂ ਬੋਲਦੇ? ਇੰਡੀਆ ਤੋਂ ਬੋਲਦੇ ਜਾਂ ਕੈਨੇਡਾ ਤੋਂ ਬੋਲਦੇ ਆ? ਅਸੀਂ ਕੈਨੇਡਾ ਤੋਂ ਬੋਲ ਰਹੇ ਹਾਂ ਔਰ ਅਸੀਂ BBC ਟੋਰਾਂਟੋ ਤੋਂ ਇੱਕ ਸਟਿੰਗ ਆਪਰੇਸ਼ਨ ਕੀਤਾ ਹੈ। ਸਟਿੰਗ ਆਪਰੇਸ਼ਨ ਹੁੰਦਾ ਜੀ ਬਿਲਕੁਲ ਜੀ, ਆਪਾਂ ਕਮਲਜੀਤ ਜੀ ਨੂੰ ਪੁੱਛਣਾ ਚਾਹਾਂਗੇ ਤੁਸੀਂ ਆਪਣੀ ਨੂੰਹ ਨੂੰ ਇੱਥੇ ਇਟਲੀ ਬੁਲਾਉਣ ਦਾ, ਕਿਉਂਕਿ ਇਟਲੀ ਦੀ ਇਮੀਗ੍ਰੇਸ਼ਨ ਜਲਦੀ ਮਿਲ ਜਾਂਦੀ ਹੈਗੀ ਜੇ ਨੂੰਹ ਨੂੰ ਬੁਲਾਉਣਾ ਹੋਵੇ, ਤੁਸੀਂ ਉਹਨੂੰ ਬੁਲਾਉਣ ਦੀ ਟਰਾਈ ਕੀਤੀ ਤੇ ਨਾਲ ਹੀ ਮਨਪ੍ਰੀਤ ਨੂੰ ਅਸੀਂ ਪੁੱਛਣਾ ਚਾਹਾਂਗੇ ਤੁਸੀਂ ਜਾਣਾ ਨਹੀਂ ਚਾਹੁੰਦੇ ਇਟਲੀ?
ਮਨਪ੍ਰੀਤ ਤੁਹਾਡੇ ਸਹੁਰੇ ਨੇ ਤੁਹਾਨੂੰ ਸੱਦਣ ਦੀ ਕੋਸ਼ਿਸ਼ ਕੀਤੀ ਸੀ ਜਾਂ ਨਹੀਂ? ਤੇ ਸਾਨੂੰ ਤਾਂ ਇਹੀ ਕਹਿੰਦੇ ਕਿ ਅਸੀਂ ਮਹੀਨੇ ਦੇ ਅੰਦਰ ਪੇਪਰ ਬਣਾ ਕੇ ਲਿਆਉਣੇ, ਅਸੀਂ 2 ਮਹੀਨੇ ਦੇ ਵਿੱਚ ਪੇਪਰ ਬਣਾ ਕੇ ਲਿਆਉਣੇ। ਸਾਨੂੰ ਬਸ ਸਾਰੇ ਇਹੀ ਕਹਿੰਦੇ ਰਹੇ। ਅੱਛਾ, ਪੇਪਰ ਨਹੀਂ ਬਣਾ ਕੇ ਲੈ ਕੇ ਆਏ? ਹਾਂਜੀ। ਆਈ ਸੀ। ਕਮਲ ਜੀ, ਤੁਹਾਡੀ ਨੋ ਤੁਹਾਡੇ ਤੇ ਦੋਸ਼ ਲਾ ਰਹੀ ਹੈ, ਤੁਹਾਡੇ ਘਰ ਵਾਲੇ ਦੋਸ਼ ਲਾਈ ਇੱਥੋਂ ਤੱਕ ਕਿ ਇਹ ਵੀ ਕਹਿ ਰਹੀ ਹੈ ਕਿ ਮੇਰੇ ਘਰ ਵਾਲੇ ਗੁਰਪ੍ਰੀਤ ਨੇ ਕਿਹਾ ਹੈ ਕਿ ਜੇ ਮੇਰਾ ਜਿਹੜਾ ਡੈਡੀ ਹੈ ਸੁਰਿੰਦਰ ਹੈ ਤੇਰੇ ਨਾਲ ਰਿਲੇਸ਼ਨ ਬਣਾਉਣਾ ਤੂੰ ਬਣਾ ਹੀ ਰੱਖ, ਤੇ ਮੇਰੀ ਮਾਂ ਦੀ ਰਿਲੇਸ਼ਨ ਮੇਰੇ ਦਾਦੇ ਨਾਲ ਸੀ 10 ਸਾਲ। ਇਹਦੇ ਬਾਰੇ ਵਿੱਚ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਇਹ ਕੀ ਹੋ ਰਿਹਾ? ਭਾਜੀ ਇੱਕ ਮਿੰਟ ਮੇਰੀ ਗੱਲ ਸੁਣਿਓ। ਤੁਸੀਂ ਮੈਨੂੰ ਨਾ ਇੱਥੇ ਤੁਹਾਡੀ ਮੈਨੂੰ ਆਵਾਜ਼ ਥੋੜੀ ਜਿਹੀ ਮੈਨੂੰ ਨਾ ਪ੍ਰੋਬਲਮ ਹੁੰਦੀ ਥੋੜੀ ਜਿਹੀ। ਜੀ ਮੈਂ ਨਾ ਮੇਰਾ ਬੇਟਾ ਵੀ ਹੈ ਨਹੀਂ ਇੱਥੇ, ਮੇਰਾ ਬੇਟਾ ਵਾਲਾ ਹੁੰਦਾ ਤਾਂ ਤੁਸੀਂ ਮੈਨੂੰ ਇਹੀ ਆ ਜਿਹੜਾ ਨੰਬਰ ਵਿੱਚ ਸ਼ਾਇਦ ਐਡ ਹੋਇਆ ਹੋਵੇਗਾ, ਮੈਂ ਇਸ ਨੰਬਰ ਤੇ ਫੋਨ ਲਾ ਸਕਦੀ ਤੁਹਾਨੂੰ? ਤੁਸੀਂ ਲਾ ਸਕਦੇ ਹੋ, ਔਰ ਅਸੀਂ ਇਹ ਨੰਬਰ ਤੁਹਾਨੂੰ ਥਰੂ ਨਹੀਂ ਹੋਣਾ। ਕਮਲਜੀਤ ਜੀ, ਤੁਹਾਡੀ ਆਵਾਜ਼ ਸਾਨੂੰ ਸਾਫ਼ ਸੁਣ ਰਹੀ ਹੈ, ਪਲੀਜ਼ ਤੁਸੀਂ ਗੱਲ ਕਰੋ। ਜਿਵੇਂ ਵੀ ਸੁਣ ਰਹੀ ਹੈ ਤੁਹਾਨੂੰ ਆਵਾਜ਼, ਉਨੀ ਆਵਾਜ਼ 'ਚ ਹੀ ਗੱਲ ਕਰੋ। ਤੁਸੀਂ ਉਨੀ ਆਵਾਜ਼ 'ਚ ਆਪਾਂ ਗੱਲ ਭਾਜੀ ਇੱਕ ਮਿੰਟ, ਮੇਰੀ ਤਾਂ ਬਾਤ ਤੁਹਾਨੂੰ ਸੁਣ ਸਕਦੀ, ਤੁਹਾਡੀ ਆਵਾਜ਼ 'ਚ ਵੀ ਥੋੜੀ ਪ੍ਰੋਬਲਮ ਆਉਂਦੀ, ਮੈਂ ਤਾਂ ਕਰਕੇ ਮੈਨੂੰ ਥੋੜਾ ਜਿਹਾ ਸੁਣਦਾ ਮੈਨੂੰ ਪੂਰੀ ਗੱਲ ਮੈਨੂੰ ਸੁਣੀ ਠੀਕ ਹੈ। ਤੁਸੀਂ ਸਾਡੀ ਗੱਲ ਜ਼ਰੂਰ ਗੱਲ ਜ਼ਰੂਰ ਮੈਨੂੰ ਜਾ ਮੈਨੂੰ ਜੀ ਠੀਕ ਹੈ ਕਮਲਜੀਤ ਜੀ, ਤੁਹਾਡੀ ਗੱਲ ਨਾਲ ਐਗਰੀ ਕਰ। ਤੁਹਾਡੇ ਪਿੰਡ ਦਾ ਪੂਰਾ ਨਾਮ ਕੀ ਹੈ ਜੀ? ਹਾਂਜੀ, ਤੁਹਾਡੇ ਪਿੰਡ ਦਾ ਪੂਰਾ ਨਾਮ ਕੀ ਹੈ ਜੀ? ਮੇਰੇ ਪਿੰਡ ਦਾ ਨਾਲਪਰੀ ਨੂੰ ਪਤਾ ਹੀ ਹੈ, ਮੈਂ ਨਹੀਂ ਦੱਸ ਦਿੰਦੀ, ਨਾਰਾਇਣਗੜ੍ਹ ਪਿੰਡ ਹੈ। ਹਾਂਜੀ, ਤੁਹਾਨੂੰ ਆਵਾਜ਼ ਪ੍ਰੋਪਰ ਸੁਣ ਰਹੀ ਹੈ, ਫਿਰ ਤੁਸੀਂ ਗੱਲ ਕਰੋ ਨਾ। ਤੁਸੀਂ ਆਪਣੀ ਸਟੋਰੀ ਦੱਸੋ। ਤੁਹਾਡੇ ਭਾਜੀ ਬਾਅਦ ਚ ਮੈਨੂੰ ਥੋੜੀ ਕਿਤੇ ਪ੍ਰੋਬਲਮ ਹੁੰਦੀ ਸੁਣਦੀ ਹੈ, ਮੈਂ ਇਹ ਝੂਠ ਨਹੀਂ ਬੋਲਦੀ, ਮੈਨੂੰ ਨਹੀਂ ਸੁਣਦੀ, ਮੈਨੂੰ ਬਾਤ ਸੁਣਦੀ ਪਈ ਮੈਨੂੰ ਗੱਲ ਕਰ ਤੁਸੀਂ ਸਾਡੇ ਸਤਿਕਾਰਯੋਗ ਭੈਣ ਜੀ, ਤੁਹਾਡੀ ਬਹੁਤ ਸਤਿਕਾਰ ਹੈ ਪਿੰਡ ਦੇ ਵਿੱਚ ਵੀ, ਇਲਾਕੇ ਦੇ ਵਿੱਚ ਵੀ ਤੁਹਾਡੀ ਬੜੀ ਇੱਜ਼ਤ ਹੈ ਔਰ ਤੁਹਾਡਾ ਸਤਿਕਾਰ ਕਰਦੇ ਆ। ਤੁਸੀਂ ਦੱਸੋ ਕਿ ਤੁਹਾਡੀ ਨੋ ਘਰ ਵਿੱਚ ਨਾ ਰਹਿਣ ਦਾ ਕਾਰਨ ਕੀ ਹੈ? ਇਹ ਨੋ ਜਿਹੜੀ ਹੈ ਗਲਤ ਦੋਸ਼ ਲਾ ਰਹੀ ਹੈ ਆਪਣੇ ਸਹੁਰੇ ਤੇ, ਤੁਹਾਡੇ ਘਰ ਵਾਲੇ ਤੇ। ਤੁਸੀਂ ਕਹਿਣਾ ਕੀ ਚਾਹੁੰਦੇ ਖੁੱਲ ਕੇ ਭੈਣ ਜੀ? ਤੁਸੀਂ ਬੋਲੋ। ਭਾਜੀ ਸਾਰਾ ਕੁਛ ਭਾਜੀ ਗਲਤ ਹੈਗਾ, ਮੇਰਾ ਘਰ ਦਾ ਹੈ ਨਹੀਂ, ਕਿਉਂਕਿ ਭਾਜੀ ਮੇਰੀਆਂ ਭਾਣਜੀਆਂ ਨਾ, ਮੈਂ ਸਾਰੇ ਪਰਿਵਾਰ ਤੋਂ ਛੋਟੀ ਹੈ ਤੇ ਮੇਰੀਆਂ ਅਸੀਂ 5 ਭੈਣਾਂ ਤੇ 2 ਭਾਈ ਆ ਅਸੀਂ, ਤੇ ਮੇਰੀਆਂ ਭਾਣਜੀਆਂ ਉੱਥੇ ਆਉਂਦੀਆਂ ਰਹੀਆਂ, ਮੇਰੀਆਂ ਇੱਥੇ ਚਾਚੇ ਸਹੁਰੇ ਦੀਆਂ ਕੁੜੀਆਂ ਪਰਿਵਾਰ ਵਿੱਚ, ਇੱਕ ਮੇਰੀ ਤਾਏ ਸਹੁਰੇ ਵੀ ਮੁੰਡਾ ਵਿਆਹ, ਉਸ ਤੋਂ ਬਾਅਦ ਮੇਰਾ ਵਿਆਹ ਹੋਇਆ, ਬਾਕੀ ਸਾਰੇ ਚਾਚੇ ਸਹੁਰੇ ਦੇ ਕੁੜੀਆਂ ਮੁੰਡੇ ਸਾਰੇ ਛੋਟੇ ਸੀਗੇ ਠੀਕ ਹੈ। ਉਹਨਾਂ ਦੀਆਂ ਕੁੜੀਆਂ ਹੈਗੀਆਂ, ਮੇਰੇ ਭਾਣਜੀਆਂ ਵੀ ਕੁੜੀਆਂ ਮਤਲਬ ਇੰਨੀ ਛੋਟੀਆਂ ਭਤੀਜੀਆਂ ਵੀ ਆਉਂਦੀ ਹੁੰਦੀ ਸੀਗੀ, ਇਹੀ ਜਨ ਵਿਚੋਲਾ ਬਣਿਆ ਸੀ ਮੇਰਾ ਭਰਾ, ਤੇ ਇਹਨਾਂ ਦੀ ਕੁੜੀ ਵੀ ਆਉਂਦੇ ਰਹੇ ਜੇ ਅੱਧਾ ਦੀ ਪਿੰਡ ਵਿੱਚ ਵੀ ਸਾਰੇ ਤੁਸੀਂ ਪੁੱਛ ਕੇ ਦੇਖ ਲਓ ਸੋਤਲੇ ਵਿੱਚ। ਹੁਣ ਮੇਰੀਆਂ ਭਰਜਾਈਆਂ ਆਉਂਦੇ ਰਹੀਆਂ, ਮੇਰੀਆਂ ਭੈਣਾਂ ਆਉਂਦੀਆਂ ਰਹੀਆਂ, ਕਿਉਂਕਿ ਤੁਹਾਨੂੰ ਤੇ ਆਪਣੇ ਸਾਰੇ ਕੋਈ ਵੀ ਕਿਸੇ ਤਰ੍ਹਾਂ ਦੀ ਗੱਲ, ਇਹ ਸਿਰਫ ਅਸੀਂ ਭਾਜੀ ਨੌ ਨਹੀਂ, ਅਸੀਂ ਧੀ ਬਣਾ ਕੇ ਵਿਆਹ ਕੀਤਾ ਸੀਗਾ। ਜੇ ਨੌ ਕੀਤਾ ਹੁੰਦਾ ਅਸੀਂ ਦਾਜ ਦੂਸਰਾ ਕੋਲ ਲੈਣੇ, ਅਸੀਂ ਦਾਜ ਦੀ ਇੱਕ ਮੰਗ ਨਹੀਂ ਕੀਤੀ, ਨਾ ਅਸੀਂ ਪੁੱਛ ਕੇ ਦੇਖ ਲਿਓ। ਅਸੀਂ ਤੇ ਇਹਨਾਂ ਨੂੰ ਇਹ ਕਿਹਾ ਅਸੀਂ ਗੁਰਦੁਆਰੇ ਸਾਹਿਬ ਜਾਣਾ, ਤੇ ਗੁਰਦੁਆਰਾ ਸਾਹਿਬ 5 ਬੰਦੇ ਲੈ ਕੇ ਅਸੀਂ ਘਰ ਹੀ ਪ੍ਰੋਗਰਾਮ ਕਰਨਾ। ਕਮਲ ਜੀ ਇੱਕ ਮਿੰਟ, ਨਹੀਂ ਅਸੀਂ ਨਹੀਂ ਕੀਤਾ, ਇਹਨਾਂ ਪੈਰਲਸ ਵੀ ਆਪ ਕੀਤਾ, ਸਾਰਾ ਕੁਛ ਆਪ ਕੀਤਾ। ਬਸ ਜੀ ਬਾਕੀ ਦੀਆਂ ਗੱਲਾਂ ਛੱਡ ਕੇ ਕਮਲ ਜੀ ਨੂੰ ਅਸੀਂ ਇਹ ਪੁੱਛਣਾ ਚਾਹਾਂਗੇ, ਤੁਸੀਂ ਹਜੇ ਤੱਕ ਆਪਣੀ ਨੂੰਹ ਨੂੰ ਇਟਲੀ ਬੁਲਾਉਣ ਦਾ ਪ੍ਰਬੰਧ ਕਿਉਂ ਨਹੀਂ ਕੀਤਾ, ਕਿਉਂ ਨਹੀਂ ਉਹਨੂੰ ਬੁਲਾਇਆ? ਭਾਜੀ ਅਸੀਂ ਤਾਂ ਇਟਲੀ ਪੁੱਛ ਕੇ ਦੇਣਾ, ਦੂਜੇ ਦਿਨ ਹੀ ਵਿਆਹ ਤਾਂ ਕੋਈ ਦੂਸਰੇ ਦਿਨ ਹੀ ਅਸੀਂ ਸਭ ਕੋਰਟ ਮੈਰਿਜ ਕੀਤਾ ਹੋਇਆ, ਉਹ ਜਿਹੜਾ ਕੋਰਟ ਮੈਰਿਜ ਹੁੰਦਾ ਪਾਸਪੋਰਟ ਵਗੈਰਾ ਸਾਰਾ ਕੁਛ ਬਣਾਇਆ, ਪੁੱਛ ਕੇ ਦੇਖ ਲਓ। ਮਤਲਬ ਤੁਹਾਡੇ ਗੱਲਾਂ ਸੁਣਦੀ ਪਈ ਹੋਏਗੀ ਤਾਂ ਉਹਨੂੰ ਪੁੱਛ ਕੇ ਦੇਖ ਲਓ ਵੀ ਸਾਰਾ ਕੁਛ ਤਿਆਰੀ ਕਰਦੇ ਪਏ। ਇਹਦਾ ਇੱਕ ਦਸੂਰ ਹੈ, ਚਾਚਾ ਇੱਥੇ ਮੇਰੇ ਹਿਸਾਬ ਨਾਲ ਨਾਗਰਾ ਸਗਾ ਚਾਚਾ ਨਹੀਂ ਮੇਰਾ, ਉਹਦਾ ਪਿੰਡ ਦੀ ਦੂਸਰੀ ਜਿਹੜੇ ਡੈਡੀ ਦਾ, ਤੇ ਉਹਦੇ ਘਰ ਸਭ ਕੋ ਗੱਲਾਂ ਬਾਤਾਂ ਹੋਈਆਂ, ਸਭ ਕੁਛ ਹੋਇਆ ਇਹਦੇ ਨਾਲ ਸਭ ਗੱਲਾਂ। ਓਕੇ ਕਮਲਜੀਤ ਜੀ, ਮਨਪ੍ਰੀਤ ਝੂਠ ਬੋਲਦੀ ਪਈ। ਅੱਛਾ ਕਮਲਜੀਤ ਜੀ, ਤੁਹਾਡੇ ਘਰ ਵਾਲੇ ਨੇ ਆਪਣੇ ਸੁਰਿੰਦਰ ਸਿੰਘ ਨੇ ਅੰਮ੍ਰਿਤਪਾਨ ਕਦੋਂ ਛਕਿਆ? ਕਿੰਨੇ ਸਾਲ ਪਹਿਲਾਂ ਛਕਿਆ? 2 ਸਾਲ ਪਹਿਲਾਂ ਜਾਂ 3 ਸਾਲ ਪਹਿਲਾਂ ਜਾਂ 4 ਸਾਲ ਪਹਿਲਾਂ? ਅਸੀਂ 12 ਸਾਲ ਚ ਸਕਿਆ ਭਾਜੀ। ਅਸੀਂ ਪਹਿਲਾਂ ਵੀ ਆਪਣੇ ਘਰ ਹੀ ਸੀਗੇ, ਤੇ ਉਹ ਬੇਚੈਨ ਦਵਾਈ ਜਾਣ ਕਰਕੇ ਥੋੜਾ ਜਿਹਾ ਇਹਨਾਂ ਕੋ ਭੰਗ ਗਿਆ ਹੋ ਗਿਆ, ਫੇਰ ਅਸੀਂ ਆ ਕੇ ਹੁਣ ਸਹੀ 12 ਸਾਲ ਦਾ ਸਕਿਆ ਹੋਇਆ। ਅਸੀਂ ਤੁਹਾਡੀ ਘਰ ਵਾਲਾ ਪਹਿਲਾਂ ਸ਼ਰਾਬ ਦਾਦੀ ਸੀਗਾ? ਭਾਜੀ ਸ਼ੁਰੂ ਤੋਂ ਮੱਕਾ ਘਰ ਹੀ ਸੀ, ਬਾਬੇ ਸਰੂਪ ਸੇ ਨਾਲ ਰਹਿੰਦੇ, ਚੰਡੀਗੜ੍ਹ ਬਾਬੇ ਸਰੂਪ ਸੇ ਨਾਲ ਗੁਰਦੁਆਰਾ ਸਾਹਿਬ ਰਹਿੰਦੇ ਹੁੰਦੇ ਸੀ, ਕੁਆਰੇ ਹੁੰਦੇ। ਆਈ ਸੀ। ਸੋ ਇਹ ਕਹਿ ਰਹੀ ਹੈ ਕਿ ਇਹਨਾਂ ਨੇ ਸ਼ਰਾਬ ਪੀਂਦੇ ਹੁੰਦੇ ਸੀ ਜ਼ਿਆਦਾ, ਤੇ ਤੁਹਾਡਾ ਮੁੰਡਾ ਗੁਰਪ੍ਰੀਤ ਕਹਿੰਦਾ ਹੈ ਕਿ ਜਿਹੜੀ ਮੇਰੀ ਮਦਰ ਆ ਉਹ ਮੇਰੇ ਦਾਦੇ ਨਾਲ 10 ਸਾਲ ਰਹੀ ਹੈ। ਇਹ ਕਿਸ ਹੱਦ ਤੱਕ ਤੁਹਾਡੇ ਤੇ ਝੂਠ ਲੜਕੀ ਬੋਲ ਰਹੀ ਹੈ? ਕੀ ਕਹਿਣਾ ਚਾਹੁੰਦੇ ਹੋ? ਇਹ ਸਾਨੂੰ ਅਜੀਬ ਲੱਗਦਾ ਹੈ ਜੀ। ਭਾਜੀ ਮੇਰੀ ਭਾਜੀ ਸੱਸ ਹੈ ਨਹੀਂ, ਉਹ ਤੇ ਮੇਰਾ ਸਹੁਰਾ ਸੀਗਾ, ਤੇ ਇੱਕ ਮੇਰੀ ਨਨਾਣ ਵਿਆਹੀ ਤੇ ਇੱਕ ਮੇਰੀ ਨਨਾਣ ਮੇਰੀ ਕੁਆਰੀ, ਉਹ ਮੈਂ ਆ ਕੇ ਵਿਆਹੀ ਹੈ। ਕੋਈ ਸ਼ਰਾਬ ਨਹੀਂ, ਸ਼ਰਾਬ ਮੇਰਾ ਸਹੁਰਾ ਜ਼ਰੂਰ ਪੀਂਦਾ ਹੁੰਦਾ ਸੀਗਾ,
ਤੇ ਆਪਣਾ ਉਹਨਾਂ ਰਾਤ ਨੂੰ ਬਹਿ ਕੇ ਇੱਕ ਅੱਧਾ ਪੈਸੇ ਰੋਟੀ ਖਾਣ ਲੱਗੇ ਉਹਨਾਂ ਨੇ ਮਤਲਬ ਪੀ ਲੈਣਾ, ਬਾਕੀ ਏਦਾਂ ਦੀ ਕੋਈ ਨਹੀਂ ਉਹਨਾਂ ਦੀ ਗੱਲਬਾਤ ਹੋਈ ਸੀਗੀ। ਇਹ ਤੁਹਾਡੀ ਸੱਸ ਮਤਲਬ ਮੇਰਾ ਤਾਂ ਘਰ ਦਾ ਪੀਂਦਾ ਹੀ ਨਹੀਂ ਸੀਗਾ। ਅੱਛਾ, ਆਪ ਜੀ ਦੀ ਜਿਹੜੀ ਸੱਸ ਜੀ ਆ ਉਹ ਕਦੋਂ ਪੂਰੇ ਹੋਏ ਆ, ਕਿੰਨਾ ਸਾਲ ਹੋ ਗਏ ਉਹਨਾਂ ਨੂੰ ਪੂਰੇ ਹੋਇਆ ਨੂੰ? ਉਹ 92 ਸਾਲ ਚ ਹੋਏ ਸੀਗੇ ਪੂਰੇ, 10 ਦੇ ਘਰ ਦੇ ਨਾ 92 ਸਾਲ ਚ ਕਹਿੰਦੇ ਆ ਹੋਏ। ਨਹੀਂ ਤੁਹਾਡੀ ਸ਼ਾਦੀ ਹੋਣ ਕਿੰਨਾ ਚਿਰ ਹੋਇਆ ਸੀ ਉਦੋਂ? ਤੁਹਾਡੀ ਸ਼ਾਦੀ ਵੇਲੇ ਸੀਗੇ ਉਹ? ਨਹੀਂ ਸਾਡਾ ਵਿਆਹ ਹੋਇਆ 95 ਸਾਲ ਚ। ਅੱਛਾ, ਉਹ 92 ਚ ਮਤਲਬ ਉਹ ਪੂਰੇ ਹੋ ਗਏ? ਹਾਂਜੀ ਹਾਂਜੀ, ਮਤਲਬ ਤੁਹਾਡੀ ਸ਼ਾਦੀ ਤੋਂ ਪਹਿਲਾਂ ਪੂਰੇ ਹੋਏ ਸੀਗੇ ਤੁਹਾਡੀ ਸੱਸ ਜੀ? ਹਾਂਜੀ, ਉਹ 92 ਚ ਭਾਜੀ, ਸਾਡਾ ਵਿਆਹ 95 ਚ ਪਹਿਲਾਂ ਹੀ ਹੋ ਗਏ। I see. So I understand that. So situation is there. Please note it down. ਹਾਂਜੀ, ਸਿਲਸਾ ਪਲੀਜ਼ ਨੋਟ ਕੀਤੇ ਜਾਵੇ। ਇਹ ਜਿਹੜੇ ਦੋਸ਼ ਤੁਹਾਡੀ ਨੋ ਲਾ ਰਹੀ ਹੈ, ਇੰਨੇ ਸਖਤ ਇਲਜ਼ਾਮ ਲਾ ਰਹੀ ਹੈ ਤੁਹਾਡੇ ਘਰ ਵਾਲੇ ਤੇ ਤੁਹਾਡੇ ਬੱਚੇ ਤੇ, ਔਰ ਤੁਸੀਂ ਕਹਿਣਾ ਕੀ ਚਾਹੁੰਦੇ ਹੋ ਸਮਾਜ ਨੂੰ? ਇਹ ਆਪਣੀ ਮਨਪ੍ਰੀਤ ਹੈ, ਤੁਸੀਂ ਕਹਿਣਾ ਕੀ ਚਾਹੁੰਦੇ ਹੋ ਅੰਤ ਦੇ ਵਿੱਚ? ਆਪਣੀ ਸੱਸ ਜਿਹੜੀ ਹੁੰਦੀ ਹੈ, ਮਾਂ ਹੁੰਦੀ ਹੈ, ਕੀ ਕਹਿਣਾ ਚਾਹੁੰਦੇ ਹੋ? ਹਾਲੇ ਵੀ ਡੁੱਲੇ ਬੇਰਾਂ ਨਾਲ ਕੁਝ ਨਹੀਂ ਵਿਗੜਿਆ, ਤੁਸੀਂ ਆਪਣੀ ਨੋ ਨੂੰ ਸੱਦਣਾ ਚਾਹੁੰਦੇ ਇਟਲੀ ਵਿੱਚ ਜਾਂ ਨਹੀਂ? ਤੁਹਾਡਾ ਫਾਈਨਲ ਡਿਸੀਜਨ ਕੀ ਹੈ? ਆਪਣੇ ਕਮਲਜੀਤ ਬੋਲੋ। ਭਾਜੀ ਅਸੀਂ ਤਾਂ ਕੋਈ ਬੰਦਾ ਦਾ ਸਦੇ ਜਿਹੜਾ ਜਿਵੇਂ ਤੁਹਾਨੂੰ ਵੀ ਸੁਣਿਆ ਕਹਿਣ ਦਾ, ਤੇ ਆਪਾਂ ਮੈਂ ਕੱਲ ਨੂੰ ਆ ਜਾਵੇ ਉੱਥੇ, ਮੇਰਾ ਸਹੁਰਾ ਉੱਥੇ ਹੀ ਹੈ। ਹਾਂ ਪਿੰਡ ਆ ਜੇ ਉੱਥੇ। ਤੇ ਇਹ ਆਉਣਾ ਗੱਲ ਉੱਥੇ ਪਿੰਡ ਆਉਣ ਦੀ ਨਹੀਂ ਭੈਣ ਜੀ, ਤੁਸੀਂ ਆਪਣੀ ਨੂੰਹ ਨੂੰ, ਇਹਨੂੰ ਕੀ ਨਾ ਕੁੜੀ ਦਾ, ਮਨਪ੍ਰੀਤ ਨੂੰ ਬੁਲਾਉਣਾ ਚਾਹੁੰਦੇ ਹੋ ਤੁਸੀਂ ਇਟਲੀ? ਭਾਜੀ ਪਹਿਲਾਂ ਤਾਂ ਪਿੰਡ ਤੇ ਆਵੇ, ਪਿੰਡ ਆ ਕੇ ਇਟਲੀ ਬੁਲਾ ਲਾਂਗੇ। ਪਿੰਡ ਉੱਥੇ ਕੱਲੀ ਕੀ ਕਰੇ ਜੀ? ਤੁਸੀਂ ਸੱਸ ਸਹੁਰਾ, ਤੁਸੀਂ ਉਹਦੇ ਕਰਤਾ ਧਰਤਾ, ਉਹਦਾ ਹਸਬੈਂਡ ਆ ਜਿਹੜਾ ਉਹ ਇਟਲੀ, ਉਹਨੇ ਕੱਲੀ ਨੂੰਹ ਰਾਣੀ ਨੂੰ ਕਿਉਂ, ਕਿਸੇ ਦੀ ਕੁੜੀ ਨੂੰ ਮਟਿਆਰ ਨੂੰ ਆਪਾਂ ਛੱਡਣਾ ਕੱਲੀ ਨੂੰ? ਤੁਸੀਂ ਇਟਲੀ ਬੁਲਾਉਣਾ ਚਾਹੁੰਦੇ ਹੋ ਜੀ ਉਹਨੂੰ? ਮੈਂ ਵੀ ਭਾਜੀ, ਮੈਂ ਵੀ ਨੌ ਹੀ ਕਿਸੇ ਦੀ ਕੱਲੀ ਰਹਿੰਦੀ ਰਹੀ। ਮੇਰਾ ਤਾਂ ਸਹੁਰਾ ਪਤਾ ਸਗੋਂ ਪੈਗ ਵੀ ਲਾ ਲੈਂਦਾ ਹੁੰਦਾ ਸੀਗਾ, ਮੈਂ ਤਾਂ ਫਿਰ ਕੱਲੀ ਰਹੀ। ਭੈਣ ਜੀ ਸਿੱਧਾ ਸਵਾਲ, ਹਾਂ ਜਾਂ ਨਾ, ਹਨਾ? ਤੁਸੀਂ ਉਹਨੂੰ ਇਟਲੀ ਬੁਲਾਉਣਾ ਚਾਹੁੰਦੇ ਹੋ? ਭਾਜੀ ਤੇ ਪਿੰਡ ਵਾਲੀ ਇਟਲੀ ਬੁਲਾ ਲਾਂਗੇ। ਇਟਲੀ ਬਣਾਉਣ ਵਾਸਤੇ ਕਾਗਜ਼ ਭੇਜੇ ਸੀ, ਮੰਗਾਏ। ਦੂਜੇ ਦਿਨ ਕੌਣ ਮੈਰਿਜ ਕਰਾਉਂਦਾ? ਮੇਰਾ ਵਿਆਹ ਹੋਇਆ ਸੀ ਭਾਜੀ, ਮੇਰਾ ਮੁੰਡਾ 10 ਸਾਲ ਦਾ ਹੋ ਗਿਆ ਸੀਗਾ ਰਾਜਾ। ਹਾਂਜੀ ਭੈਣ ਜੀ ਇੱਕ ਸੈਕਿੰਡ, ਮਨਪ੍ਰੀਤ ਤੁਸੀਂ ਇਟਲੀ ਜਾਣਾ ਚਾਹੁੰਦੇ ਹੋ ਆਪਣੇ ਹਸਬੈਂਡ ਕੋਲ, ਆਪਣੇ ਸੱਸ ਸਹੁਰੇ ਕੋਲ? ਮਨਪ੍ਰੀਤ ਤੁਸੀਂ ਆਪਣੇ ਸਹੁਰੇ ਪਰਿਵਾਰ ਕੋਲ ਜਾਣਾ ਚਾਹੁੰਦੇ ਹੋ, ਹਾਂ ਜਾਂ ਨਾ? ਹਾਂਜੀ ਸਰ। ਤੁਸੀਂ ਆਪਣੇ, ਤੁਹਾਡੀ ਸੱਸ ਜੀ ਕਹਿ ਰਹੇ ਨੇ ਕਿ ਅਸੀਂ ਉਹਨਾਂ ਨੂੰ ਸੱਦਣ ਨੂੰ ਤਿਆਰ ਹੈ, ਤੁਸੀਂ ਜਾਣ ਨੂੰ ਤਿਆਰ ਹੋ ਜਾਂ ਨਹੀਂ? ਸਰ ਇੱਥੇ ਆ ਕੇ ਪਹਿਲਾਂ ਸਾਹਮਣੇ ਗੱਲ ਕਰਨ, ਇੱਥੇ ਆ ਕੇ ਫੈਸਲਾ ਕਰਨ। ਫੈਸਲਾ ਕਿਸ ਚੀਜ਼ ਦਾ ਤੁਸੀਂ ਚਾਹੁੰਦੇ ਹੋ? ਹਾਂਜੀ ਸਰ। ਤੁਹਾਡੇ ਘਰਦਿਆਂ ਨੇ ਜ਼ਬਰਦਸਤੀ ਵਿਆਹ ਕੀਤਾ ਤੁਹਾਡਾ ਮਨਪ੍ਰੀਤ, ਔਰ ਤੁਸੀਂ ਕਿਤੇ ਹੋਰ ਸ਼ਾਦੀ ਚਾਹੁੰਦੇ ਸੀਗੇ, ਸੱਚ ਹੈ? ਨਾ ਨਹੀਂ ਸਰ, ਝੂਠ ਬੋਲਦੇ। ਮੇਰੇ ਘਰਦਿਆਂ ਨੇ ਮੇਰਾ ਜ਼ਬਰਦਸਤੀ ਵਿਆਹ ਕਾਹਤੋਂ ਕਰਨਾ ਹੁੰਦਾ? ਆਈ ਸੀ। ਐਨੀਵੇ ਅਸੀਂ ਕੁਝ ਕਾਲ ਪ੍ਰੋਸੀਡ ਕਰਦੇ ਹਾਂ, ਸਾਡੇ ਜਿਹੜੇ ਸੋਤੇ ਨੇ ਉਹ ਗੱਲਬਾਤ ਕਰਨਗੇ ਇਹਨਾਂ ਵਿੱਚੋਂ, ਚਾਹੇ ਸੱਸ ਨਾਲ ਚਾਹੇ ਨੋ ਨਾ। ਹਾਂਜੀ ਪ੍ਰੋਸੀਡ ਕਰੋ ਕਾਲਰ ਨੂੰ ਪਲੀਜ਼। ਹਾਂਜੀ ਕਾਲਰ ਪ੍ਰੋਸੀਡ ਕਰੋ। ਹਾਂਜੀ ਕਾਲਰ ਸਤਿ ਸ਼੍ਰੀ ਅਕਾਲ ਜੀ। 872 79 40 ਤੇ ਗੱਲ ਕਰੋ ਜੀ। ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਵੀਰ ਜੀ। ਹਾਂਜੀ ਤੁਸੀਂ ਗੱਲ ਕਰੋ, ਸੱਸ ਨਾਲ ਜਨੋ ਨਾਲ ਦੋਨਾਂ ਵਿੱਚੋਂ ਗੱਲ ਕਰੋ, ਜਲਦੀ ਕਰੋ ਭੈਣ ਜੀ। ਹਾਂਜੀ ਮੈਂ ਪੁੱਛਣਾ ਚਾਹੁੰਦੀ ਵੀ ਇਹਨਾਂ ਦੀ ਬੇਟੀ ਹੈਗੀ ਹੈ ਜੀ ਜਿਹੜੇ ਇਟਲੀ ਵਾਲੇ ਨੇ? ਕਰਮਜੀਤ ਜੀ ਤੁਹਾਡੇ ਕੋਲ ਲੜਕੀ ਵੀ ਹੈ, ਧੀ ਵੀ ਤੁਹਾਡੀ ਆਪਣੀ ਹੈ ਕੋਈ? ਨਹੀਂ ਮੇਰੇ ਬੇਟਾ ਹੀ ਹੈ, ਦੋ ਵਾਰੀ। ਅੱਛਾ ਜੀ, ਤੁਸੀਂ ਓਕੇ। ਹਾਂ ਵੀਰ ਜੀ, ਮੈਨੂੰ ਇਹ ਕਹਿਣਾ ਨਹੀਂ ਚਾਹੀਦਾ। ਹਾਂਜੀ ਕਰੋ ਗੱਲ ਤੇ ਨਹੀਂ ਆ ਰਹੀ। ਸਿੱਧੂ ਸਾਹਿਬ ਪੁੱਛਦੇ ਆ ਵੀ ਤੁਸੀਂ ਇਹਨਾਂ ਨੂੰ ਇਟਲੀ ਬੁਲਾਉਣਾ ਚਾਹੁੰਦੇ ਆ, ਉਹ ਹਾਂ ਨਹੀਂ ਕਰ ਰਹੀ ਹੈਗੀ। ਤੇ ਜੇ ਹੁਣ ਬੱਚੇ ਵੱਲ ਆਪਾਂ ਧਿਆਨ ਕਰਦੇ ਆ, ਕੋਈ ਆਪਣਾ ਢਿੱਡ ਨੰਗਾ ਕਰੂਗਾ ਜਾਂ ਆਪਣਾ ਬਦਨਾਮੀ ਕਰਵਾਊਗਾ ਆ ਕੇ, ਉਹਨੇ ਵਿਚਾਰੀ ਨੇ ਸਾਰੀ ਸਟੋਰੀ ਦੱਸੀ ਆ, ਤੇ ਉਹਦੀ ਵੀ ਤਾਂ ਬੇਇੱਜ਼ਤੀ ਹੁੰਦੀ ਹੈ ਇਹਦੇ ਵਿੱਚ, ਤੇ ਇਹਨਾਂ ਦੀ ਕੱਲਿਆਂ ਦੀ ਥੋੜੋ ਬੇਇੱਜ਼ਤੀ ਹੁੰਦੀ ਆ। ਤੇ ਮੈਨੂੰ ਕੁੜੀ ਦੇ ਵਿੱਚ ਮੈਨੂੰ ਇਹ ਨਹੀਂ ਪਤਾ ਵੀ ਕਿੰਨਾ ਕੁ ਝੂਠ ਬੋਲੀਏ, ਕਿੰਨਾ ਸੱਚ ਬੋਲੇ, ਪਰ ਕੋਈ ਸੱਚਾਈ ਹੈ ਜੀ ਜ਼ਰੂਰ। ਇਹਦੇ ਇਨਲਾਦ ਨੇ ਜਿਹੜੇ, ਇਹਨਾਂ ਨੂੰ ਐਕਸ਼ਨ ਲੈਣਾ ਚਾਹੀਦਾ ਜਦੋਂ ਉਹਨਾਂ ਨੇ ਵਿਆਹੀ ਆ, ਕਿਉਂਕਿ ਇਹਨਾਂ ਦੇ ਬੇਟੀ ਨਹੀਂ ਹੈਗੀ, ਇਹਨਾਂ ਨੂੰ ਇਸ ਚੀਜ਼ ਦਾ ਨਾ ਪਤਾ ਨਹੀਂ ਹੈਗਾ ਵੀ ਕਿੰਨਾ ਉਹਨਾਂ ਨੂੰ ਦੁੱਖ। ਮਿਹਰਬਾਨੀ, ਅਗਲੀ ਕਾਲ ਪ੍ਰੋਸੀਡ ਕਰੋ। ਹਾਂਜੀ ਕਾਲਰ ਦੀ ਜਜਮੈਂਟ ਕੀ ਹੈ, ਔਰ ਨੋ ਸੱਸ ਨਾਲ ਗੱਲ ਕਰੋ। ਹਾਂਜੀ ਕਾਲਰ ਗੋ ਹੈਡ। ਸਤਿ ਸ਼੍ਰੀ ਅਕਾਲ ਸਰ, ਮੈਂ ਹਰਜਿੰਦਰ ਬੋਲਦਾ। ਜੀ ਜੀ ਬੋਲੋ ਹਰਜਿੰਦਰ ਜੀ। ਸਰ ਤੇਰੀ ਮਨਪ੍ਰੀਤ ਦੀ ਸੱਸ ਆ, ਉਹ ਪਹਿਲਾਂ ਤੁਹਾਨੂੰ ਸਰ ਕਹਿੰਦੀ ਦੀ ਮਨਪ੍ਰੀਤ ਇਟਲੀ ਨਹੀਂ ਆ ਰਹੀ, ਜਿਹਨੂੰ ਵੀਜ਼ਾ ਨਹੀਂ ਹੈਗਾ, ਉਹ ਬੱਸ ਚੜ੍ਹ ਤੇ ਅੱਜ ਵੀ ਇਟਲੀ। ਜਿਹਨੂੰ ਬੰਦੇ ਤੋਂ ਵੀਜ਼ਾ ਨਹੀਂ, ਬੰਦਾ ਕਿੱਦਾਂ ਆਊ ਇਟਲੀ? ਇੱਕ ਪਾਸੇ ਉਹ ਕਹਿ ਰਹੀ ਆ ਮੇਰੇ ਘਰੇ ਆ ਜਾਵੇ, ਫੇਰ ਤਾਂ ਅਸੀਂ ਪੇਪਰ ਲਾਵਾਂਗੇ। ਠੀਕ ਹੈ ਜੀ, ਮਿਹਰਬਾਨੀ ਜੀ। ਔਰ ਤੇ ਸਰ ਬਹੁਤ ਬਹੁਤ ਧੰਨਵਾਦ ਸਾਰੀ। ਹਾਂਜੀ ਅਗਲੀ ਕਾਲਰ ਗੋ ਹੈਡ ਪਲੀਜ਼। ਹਾਂਜੀ ਸਤਿ ਸ਼੍ਰੀ ਅਕਾਲ ਸਰ ਜੀ। ਜੀ ਕੀ ਕਹਿਣਾ ਚਾਹੁੰਦੇ, ਬੋਲੋ।
ਸਰ ਮੈਂ ਜਿੰਨੀ ਕਿ ਮੈਂ ਸਟੋਰੀ ਸੁਣੀ ਹੈ ਮੈਨੂੰ ਮੇਰੇ ਅਕੋਰਡਿੰਗ ਸਰ ਥੋੜੀ ਕੁੜੀ ਗਲਤ ਲੱਗ ਰਹੀ ਮੈਨੂੰ 7 ਸਾਲਾ ਬਾਸਾ ਸਹੀ ਲੱਗ ਰਹੀ। ਅੱਛਾ ਜੀ, ਮਤਲਬ ਕੁੜੀ ਗਲਤ ਹੈ, ਸੱਸ ਠੀਕ ਹੈ। ਮਿਹਰਬਾਨੀ ਜੀ। ਹਾਂਜੀ ਸਰ ਮੈਨੂੰ ਲੱਗਦਾ ਨਹੀਂ ਕਿ ਇੰਨਾ ਜਿੰਨਾ ਉਹ ਇਲਜ਼ਾਮ ਲਗਾ ਰਹੇ ਨੇ ਇੰਨਾ ਪੋਸੀਬਲ ਹੈਗਾ ਵੀ ਸਹੁਰਾ ਵੀ ਆਏ ਆ ਜਾਂ ਮਤਲਬ ਸੱਸ ਵੀ ਰਹਿੰਦੀ ਰਹੀ ਸਹੁਰੇ ਨਹੀਂ ਪੋਸੀਬਲ ਨਹੀਂ ਜੀ। ਆਈ ਸੀ। ਅਗਲੀ ਕਾਲ ਪਲੀਜ਼। ਹੈਲੋ ਹਾਂਜੀ ਬੋਲੋ ਜੀ, ਬੋਲੋ। ਇਹਨੂੰ ਕਹੋ ਜੀ। ਹਾਂਜੀ ਅਗਲੀ ਕਾਲ। ਹਾਂਜੀ ਸਰ ਲਾਈਨ ਕੱਟ ਦੋ। ਹਾਂਜੀ ਅਗਲੀ ਕਾਲ ਪਲੀਜ਼। ਹੈਲੋ ਕਾਲ ਤੁਸੀਂ ਲਾਈਨ ਤੇ ਹੋ ਜੀ 647। ਸਿੱਧੂ ਸਾਹਿਬ ਤੁਸੀਂ ਹੋਲਡ ਕਰਕੇ ਕਹੋ ਤੁਸੀਂ ਲਾਈਨ ਤੇ ਜਾਣਾ, ਔਰ ਜਦੋਂ ਲਾਈਨ ਤੇ ਲੋਕੀ ਕੱਟ ਜਾਂਦੇ ਨੇ, ਦਿਸ ਇਜ਼ ਆਵਰ ਫਾਲਟ। ਸਾਡੇ ਪਾਸ 2 ਮਿੰਟ ਬਾਕੀ ਨੇ। ਇਸ ਵੇਲੇ ਜਜਮੈਂਟ ਜਿਹੜੀ ਹੈ ਅਧੂਰੀ ਹੈ, ਔਰ ਜਜਮੈਂਟ ਤੁਹਾਡੀ ਕਿਸ ਦੋਨਾਂ ਅਸੀਂ ਪਾਰਟੀਆਂ ਲਿਆ ਚੁੱਕੇ ਹਾਂ। ਪਲੀਜ਼ ਸਾਨੂੰ ਤੁਸੀਂ ਕਾਲ ਕਰੋ ਔਰ ਤੁਹਾਡੇ ਮੁਤਾਬਕ ਕੌਣ ਸਹੀ ਕੌਣ ਗਲਤ ਹੈ we.know, ਔਰ ਅਸੀਂ ਤੁਹਾਨੂੰ ਗੱਲਬਾਤ ਕਰ ਰਹੇ। ਇਸ ਵੇਲੇ ਸਾਡੇ ਸਤਿਕਾਰਯੋਗ ਭੈਣ ਜੀ ਕਮਲਜੀਤ ਕੌਰ ਜੀ ਨੇ ਇਟਲੀ ਤੋਂ, ਅਤੇ ਦੂਜੇ ਪਾਸੇ ਇਹਨਾਂ ਦੀ ਨੋ ਰਾਣੀ ਜਿਹੜੀ ਆ ਔਰ ਉਹ ਇਸ ਵੇਲੇ ਸਾਡੀ ਲਾਈਨ ਤੇ ਪੰਜਾਬ ਤੋਂ ਨੇ। ਅੱਛਾ ਜੀ ਕਾਲਰ ਸਤਿ ਸ਼੍ਰੀ ਅਕਾਲ ਜੀ। ਹੈਲੋ ਹਾਂਜੀ ਬੋਲੋ ਜੀ, ਕੀ ਸਵਾਲ ਤੁਹਾਡਾ? ਗੱਲ ਕਰੋ, ਕਿਸ ਨੇ ਗੱਲ ਕਰਨੀ ਚਾਹੁੰਦੇ ਬੋਲੋ। ਹੈਲੋ ਕਾਲਰ ਸਪੀਕ ਯੋਰ ਮਾਈਂਡ ਪਲੀਜ਼। ਹਾਂਜੀ ਮੈਂ ਤਾਂ ਇਹ ਕਹਿਣਾ ਚਾਹੁੰਦਾ ਜੀ ਵੀ ਮੈਨੂੰ ਤਾਂ ਮਾਂ ਗਲਤ ਲੱਗਦੀ ਹੈ ਮੁੰਡੇ ਦੀ ਤੇ ਕੁੜੀ ਠੀਕ ਲੱਗਦੀ ਹੈਗੀ। ਅੱਛਾ ਜੀ ਮਿਹਰਬਾਨੀ। ਅਗਲੀ ਕਾਲ ਪਲੀਜ਼। ਹਾਂਜੀ ਮਿਸਟਰ ਮਾਰ ਗੋ ਹੈਡ ਪਲੀਜ਼। ਮਾਨ ਜੀ ਗਲਤ ਕਰੋ। ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ। ਜੀ ਬੋਲੋ ਬੋਲੋ। ਹਾਂਜੀ ਮੇਰੇ ਹਿਸਾਬ ਨਾਲ ਤਾਂ ਕੁੜੀ ਠੀਕ ਲੱਗਦੀ ਹੈ। ਉਹਦੀ ਮਾਂ ਨੇ ਇੱਕ ਗੱਲ ਤੇ ਖੜਦੀ ਹੈਗੀ, ਕਹਿੰਦੀ ਹੈ ਮੇਰੇ ਇੱਥੇ ਪੇਕੀ ਜੋ ਸਹੁਰੀ ਆਵੇ ਸਹੁਰੀ ਗੱਲ ਕੀ ਕਰੂਗੀ, ਜਾਂ ਉਹਦੇ ਉਹ ਸਾਰੇ ਇਟਲੀ ਵਿੱਚ ਆ ਤੇ ਉਹ ਕੁੜੀ ਇਕੱਲੀ ਕਿੱਦਾਂ ਇੱਥੇ ਰਹਿ ਸਕਦੀ ਆ? ਸੋਚਣ ਵਾਲੀ ਗੱਲ ਆ। ਅੱਜ ਕੱਲ ਤਾਂ ਚੰਗੇ ਭਲੇ ਤੁਰੇ ਜਾਂਦੇ, ਰੋਡ ਤੇ ਨਹੀਂ ਕੋਈ ਰਹਿਣ ਦਿੰਦਾ, ਤਾਂ ਘਰ ਚ ਇਕੱਲੀ ਨੂੰ ਕਿੱਦਾਂ ਕੋਈ ਰਹਿ ਲੂਗਾ? ਤੇ ਮਾਂ ਗਲਤ ਹੈ ਮੁੰਡੇ ਦੀ। ਆਈ ਸੀ। ਹਾਂਜੀ ਅਗਲੀ ਕਾਲ ਪਲੀਜ਼। ਨੈਕਸਟ ਕਾਲ। ਸਤਿ ਸ਼੍ਰੀ ਅਕਾਲ ਜੀ। ਕਾਲ ਤੁਸੀਂ ਲਾਈਨ ਤੇ ਹੋ 416 676 2700 ਤੁਸੀਂ ਲਾਈਨ ਤੇ ਜੀ। ਬੋਲ ਜੀ ਬੋਲੋ ਜੀ, ਬੋਲਿਆ ਕਰੋ ਬੋਲੋ। ਸੌਰੀ ਸਰ ਮੈਨੂੰ ਪਤਾ ਨਹੀਂ ਲੱਗਾ ਜੀ, ਬੋਲੋ ਕਰੀ। ਬਸ ਸਭ ਗੱਲ ਹੈ ਉਹ ਕੁੜੀ ਥੀ ਥੋੜਾ ਜਿਹਾ ਨਾ ਗਲਤ ਲੱਗ ਰਹੀ ਹੈ, ਕਿਉਂਕਿ ਦੇਖੋ ਕੋਈ ਵੀ ਸਰ ਇੰਨੀ ਕੁ ਬਦਨਾਮੀ ਮੇਰਾ ਖਿਆਲ ਨਹੀਂ ਚੱਲ ਸਕਦਾ, ਤੇ ਥੋੜਾ ਜਿਹਾ ਕਿਉਂਕਿ ਇਹ ਇਲਜ਼ਾਮ ਲਾਉਣਾ ਸੌਖਾ ਬਹੁਤ ਹੈ ਬਾਸੀ ਸਾਹਿਬ, ਇਹ ਤੇ ਪ੍ਰੂਵ ਕਰਨਾ ਵੀ ਬਹੁਤ ਔਖਾ ਆ। ਹਾਂਜੀ ਕਿਉਂਕਿ ਕੁੜੀ ਜੇ ਤੁਸੀਂ ਨਾ ਇੱਕ ਆਪਣਾ ਜਿਹੜਾ ਵੇ ਆਫ ਟਾਕ ਹੈ ਨਾ ਉਹਨੂੰ ਜ਼ਰੂਰ ਕੈਚ ਕਰੋ। ਨਹੀਂ ਅਸੀਂ ਦੇਖੋ ਸੁਣੋ ਗੱਲ, ਟਰਾਈ ਟੂ ਅੰਡਰਸਟੈਂਡ ਦੀ ਵੇ ਆਫ ਟਾਕ ਇਜ਼ ਡਿਫਰੈਂਟ ਸਟੋਰੀ, ਕਿਉਂਕਿ ਇਸ ਵੇਲੇ ਤੁਸੀਂ ਬਾਡੀ ਪਰਫਾਰਮੈਂਸ ਮੇਰੀ ਵੇਖ ਸਕਦੇ ਹੋ, ਅਸੀਂ ਇਹਨਾਂ ਨੇ ਨਹੀਂ ਵੇਖ ਸਕਦੇ, ਕਿਉਂਕਿ ਇਹ ਵਿਜ਼ੀਬਲ ਡਿਵੀਜ਼ਨ ਤੇ ਨਹੀਂ ਹੈ, ਇਹ ਬ੍ਰੌਡਕਾਸਟ। ਸੁਣੋ ਗੱਲ ਬੇਟਾ, ਸੁਣੋ ਗੱਲ। ਦੋ ਚੀਜ਼ਾਂ ਹੁੰਦੀਆਂ ਨੇ, ਇੱਕ ਬਾਡੀ ਲੈਂਗੁਏਜ ਤੇ ਇੱਕ ਲੈਂਗੁਏਜ। ਸੋ ਇਸ ਵੇਲੇ ਤੁਸੀਂ ਮੇਰੀ ਬਾਡੀ ਲੈਂਗੁਏਜ ਯੂਜ਼ ਕਰ ਸਕਦੇ ਹੋ, ਮੇਰੀ ਵਾਚ ਕਰ ਸਕਦੇ ਹੋ, ਦੇ ਵੇ ਆਈ ਐਕਟ ਐਂਡ ਡਾਇਰੈਕਟ, ਪਰ ਇਹਨਾਂ ਦੀ ਬਾਡੀ ਲੈਂਗੁਏਜ ਸਿਰਫ ਲੈਂਗੁਏਜ ਹੀ ਵਾਚ ਕਰ ਸਕਦੇ ਹਾਂ। ਥੈਂਕਸ, ਮਾਈ ਐਕਸਪੀਰੀਅੰਸ ਇਜ਼ देयर। ਬਾय नाउ। अगली कॉल बरिंदर, गो हेड प्लीज, एक्शन लाओ। ਬਸ ਸਾਹਿਬ ਸਤਿ ਸ੍ਰੀ ਅਕਾਲ ਜੀ। ਜੀ ਬਾਸੀ ਸਾਹਿਬ ਮੈਂ ਇਹ ਕਹਿਣਾ ਚਾਹਣਾ, ਦੇਖੋ ਸੱਸ ਤਾਂ ਆਉਂਦੀ ਨਹੀਂ ਕਿਸੇ ਗੱਲ ਤੇ, ਉਹ ਕਹਿੰਦੀ ਆ ਵੀ ਇਹ ਇੱਧਰ ਪਹਿਲਾਂ ਸਾਡੇ ਪਿੰਡ ਆ ਜੀ ਨਾ, ਇਹਨੇ ਕੱਲੀ ਨੇ ਪਿੰਡ ਆ ਕੇ ਉੱਥੇ ਕੀ ਅੱਗ 'ਚ ਫੂਕਾ ਮਾਰਨੀਆਂ ਗਈਆਂ ਕੁੜੀ ਨੇ ਵੀ ਜਿਹੜੀ ਇਹ ਕੱਲੀ ਪਿੰਡ ਆ ਜੇ, ਹਨਾ ਜੀ। ਬਾਕੀ ਜੀ ਕੋਈ ਕੁੜੀ ਨਹੀਂ ਹੁੰਦੀਗੀ ਜਿਹੜੀ ਲੱਖਾਂ ਲੋਕਾਂ ਦੇ ਸਾਹਮਣੇ ਆ ਕੇ ਐਂ ਆਖੂਗੀ ਵੀ ਮੇਰੇ ਨਾਲ ਮੇਰਾ ਸਹੁਰਾ ਐਂ ਕਰਦਾ ਰਿਹਾ। ਹਰ ਇੱਕ ਨੂੰ ਆਪਦੀ ਇੱਜ਼ਤ ਪਿਆਰੀ ਹੁੰਦੀ ਆ, ਹਨਾ ਜੀ। ਤਾਂ ਕਰਕੇ ਜੀ ਮੈਨੂੰ ਤਾਂ ਸੱਸ ਵਾਲਿਆਂ ਵਾਲੇ ਇਹਨਾਂ ਵਾਲੇ ਪਾਸੇ ਥੋੜੀ ਜਿਹੀ ਗੜਬੜ ਲੱਗਦੀ ਹੈ। ਇਹ ਕੁੜੀ ਠੀਕ ਬੋਲ ਰਹੀ ਹੈ। ਬਾਕੀ ਜਿਹੜੇ ਲੋਕ ਕਹਿੰਦੇ ਆ ਜੀ ਵੀ ਗੱਲ ਨਹੀਂ ਬਣੀ ਹਨਾ ਜੀ, ਪਹਿਲਾਂ ਕੁਝ ਲੋਕ ਕਹਿ ਕੇ ਗਏ ਆ ਵੀ ਗੱਲ ਬਣਾਉਣ ਨੂੰ ਕੁੜੀ ਕਿਹੜੇ ਚੁਟਕਲੇ ਸੁਣਾ ਰਹੀ ਹੈਗੀ ਇੱਥੇ, ਜਿਹੜੀ ਗੱਲ ਨਹੀਂ ਬਣੀਗੀ ਆਪਣੀ ਹੱਡ ਵੀ ਤਾਂ ਸੁਣਾ ਰਹੀ ਹੈ। ਹੁਣ ਅਸੀਂ ਕਮਲਜੀਤ ਜੀ ਬਹੁਤ ਵੱਡਾ ਦੋਸ਼ ਹੈ ਕਿ ਤੁਹਾਡੇ ਘਰ ਵਾਲੇ ਨੇ ਤੁਹਾਡੀ ਨੂੰਹ ਦੇ ਨਾਲ ਸੰਬੰਧ ਜ਼ਬਰਦਸਤੀ ਬਣਾਏ ਆ, ਔਰ ਇਹ ਦੋਸ਼ ਜਿਹੜੇ ਨੇ ਬਹੁਤ ਸਾਡੇ ਸਮਾਜ ਦੇ ਵਿੱਚ ਇੱਕ ਬਹੁਤ ਵੱਡੀ ਲਾਹਨਤ ਆ। ਕਰਮਜੀਤ ਜੀ ਤੁਸੀਂ ਕਹਿ ਰਹੇ ਹੋ ਕਿ ਤੁਹਾਨੂੰ ਪਤਾ ਨਹੀਂ ਹੈ, ਤੁਹਾਡੀ ਨੂੰਹ ਕਹਿੰਦੀ ਕਿ ਤੁਹਾਨੂੰ ਦੱਸਿਆ ਗਿਆ ਆ, ਔਰ ਤੁਹਾਡੇ ਭਰਾ ਨੂੰ ਪਤਾ ਆ, ਔਰ ਤੁਹਾਡੇ ਕਹਿਣ ਦੇ ਮੁਤਾਬਕ ਤੁਹਾਡੇ ਭਰਾ ਨੇ ਗਰਕ ਕਰ ਦਿੱਤਾ। ਇਹਦਾ ਮਤਲਬ ਤੁਸੀਂ ਆਪਣੇ ਭਰਾ ਤੋਂ ਵੀ ਸੰਤੁਸ਼ਟ ਨਹੀਂ ਹੋ। ਇਹ ਚੱਕਰ ਕੀ ਹੈ ਕਮਲਜੀਤ ਜਾਂ ਕਰਮਜੀਤ? ਹੈਲੋ ਭਾਜੀ ਇੱਕ ਮਿੰਟ ਮੇਰੀ ਗੱਲ ਸੁਣੋ, ਵੀ ਜੋ ਵੀ ਇਹ ਕਹਿੰਦੀ ਨਾ ਉਹ ਤਾਂ ਇਹ ਕਹਿੰਦੀ ਕਿ ਮੈਂ ਸਾਰਾ ਕੁਝ ਸੱਚ ਬੋਲਦੀ ਪਈ ਹੈ। ਠੀਕ ਹੈ ਨਾ, ਮੈਂ ਤੁਹਾਨੂੰ ਕਿਹਾ ਮੈਨੂੰ 1 ਘੰਟਾ ਤੋਂ ਮੇਰਾ ਮੁੰਡਾ ਆਉਣੇ ਵਾਲਾ ਹੀ ਆ, ਉਹ ਤੁਹਾਨੂੰ ਸਾਰਾ ਕੁਝ ਗੱਲ ਦੱਸੂਗਾ। ਠੀਕ ਹੈ ਨਾ ਜੀ। ਤੇ ਮੈਂ ਥੋੜਾ ਹੁਣ ਥੋੜੇ ਕੰਮ ਚ ਬਿਜੀ ਹਾਂ, ਮੇਰਾ ਮੁੰਡਾ ਆਉਣਾ ਘੰਟੇ ਚ, ਤੁਸੀਂ ਏਦਾਂ ਕਰੋ ਮੈਨੂੰ ਨੰਬਰ ਜਾਂ ਮੈਂ ਇਹੀ ਨੰਬਰ ਤੇ ਫੋਨ ਲਾ ਦਾਂ, ਤੁਹਾਨੂੰ ਮੇਰਾ ਮੁੰਡਾ ਆਉਣੇ ਵਾਲਾ ਹੀ ਹੈ ਗੁਰਪ੍ਰੀਤ ਸਿੰਘ ਨਾਲ, ਉਹਨਾਂ ਸਾਰਾ ਕੁਝ ਬੀਤਿਆ, ਉਹ ਤੁਹਾਨੂੰ ਸਾਰੀ ਗੱਲ ਕਲੀਅਰ ਕਰਕੇ ਦੱਸੇਗਾ। ਠੀਕ ਹੈ ਨਾ ਜੀ। ਇਹ ਕਹਿ ਰਹੀ ਹੈ ਤੁਹਾਡੇ ਮੁੰਡੇ ਤੇ ਵੀ, ਤੁਹਾਡੇ ਮੁੰਡੇ ਸਾਡੇ ਨਾਲ ਕੁੜੀ ਨਾਲ ਕੋਈ ਨਾ ਗੱਲਬਾਤ ਹੋਈ, ਇਹਨਾਂ ਦੋਵਾਂ ਜਾਣੇ ਦੀ ਗੱਲਬਾਤ ਹੋਈ ਹੈ, ਭਾਜੀ ਸਾਡੇ ਨਾਲ ਕੋਈ ਗੱਲਬਾਤ ਨਹੀਂ ਹੋਈ ਏਦਾਂ ਦੀ। ਮੈਂ ਤਾਂ ਦੋ ਵਾਰੀ ਲੈਣ ਵੀ ਗਈ, ਮੈਂ ਤਾਂ ਕੁੜੀ ਚੱਲ ਸਾਡਾ ਪਿੰਡ ਦਾ ਮਸਲਾ ਤੂੰ ਆ ਜਾ, ਇਹਨਾਂ ਨੇ ਇਹਦੇ ਮਾਂ ਪੁੱਛ ਕੇ ਦੇਖ ਲਾ, ਮੇਰੇ ਸਾਹਮਣੇ ਕੀਤੀ ਪੰਜਾਬ ਵਿੱਚ।
ਇਹ ਤੁਹਾਡੇ ਮੁੰਡੇ ਜਦੋਂ ਕਹਿੰਦਾ ਨਹੀਂ ਇਹ ਮੁੰਡੇ ਤੇਰੇ ਨਾਲ ਨਹੀਂ ਭੇਜਣੀ, ਮੁੰਡੇ ਦਾ ਭੇਜਣੀ, ਮੁੰਡੇ ਨੂੰ ਲੈ ਕੇ ਮੈਂ ਤਾਂ ਭਾਜੀ ਫੇਰ ਮੁੰਡਾ ਚੱਕਦਾ। ਮੈਂ ਕਿਹਾ ਮੈਂ ਫੇਰ ਇੱਧਰ ਨੂੰ ਆ ਗਈ ਤੇ ਮੁੰਡਾ ਪਹਿਲਾਂ ਭੇਜਿਆ ਤੇ ਇਹਨਾਂ ਮੁੰਡੇ ਨੂੰ ਪੁੱਛ ਕੇ ਦੇਖੋ ਕਿੱਦਾਂ ਕੁੱਟਮਾਰ ਸਭ ਕੁਛ ਕੀ ਇੰਨਾ ਮਤਲਬ ਉੱਥੇ ਥਾਣੇ ਪਹੁੰਚਾ ਦਿੱਤਾ ਕਿ ਮੈਂ ਕਿਹਾ ਤੁਸੀਂ ਤਾਂ ਕਹਿੰਦੇ ਫਿਰ ਮੁੰਡੇ ਦਾ ਤੋੜ ਨਹੀਂ ਤੇ ਫਿਰ ਥਾਣੇ 'ਚ ਲੈ ਕੇ ਬੈਠੇ। ਪੁੱਛ ਕੇ ਦੇਖ ਲਿਓ ਇਹਨਾਂ ਨੂੰ, ਪੂਰੇ ਪਿੰਡ 'ਚ ਪੁੱਛ ਕੇ ਦੇਖ ਲਿਓ, ਪੰਚਾਇਤਾਂ ਦੋਨਾਂ ਕੋਲ ਸੋਤਲੇ ਪਿੰਡ ਪੁੱਛ ਕੇ ਦੇਖ ਲਿਓ, ਨਾਰਾਇਣਗੜ੍ਹ ਪੰਚਾਇਤ ਨੂੰ ਪੁੱਛ ਕੇ ਦੇਖ ਲਿਓ। ਤੇ ਇਹਨਾਂ ਮਤਲਬ ਕਿਤੇ ਬਾਹਰ ਵੀ ਬੰਦੇ ਖੜੇ ਕੀਤੇ ਆ, ਅੰਦਰ ਵੀ ਬੰਦੇ ਖੜੇ ਕੀਤੇ ਆ, ਮੁੰਡੇ ਨੂੰ ਮਾਰ ਦੇਣਾ। ਫਿਰ ਪੁਲਿਸ ਬੁਲਾ ਲਈ ਦਾ ਉਹਦਾ, ਇਹਨਾਂ ਪੁਲਿਸ ਬੁਲਾਉਣ ਦਾ ਮਤਲਬ ਥੋੜਾ ਜੇ ਕਹਿੰਦੇ ਮੁੰਡਾ ਮੈਂ ਇਹਨਾਂ ਨੂੰ ਫੇਰ ਮੈਂ ਇਹਨਾਂ ਕਹਿਣਾ ਤੁਰ ਗਈ, ਕਹਿੰਦੇ ਮੁੰਡਾ ਭੇਜ ਅਸੀਂ ਮੁੰਡੇ ਤੋੜਦਾ। ਚੱਲ ਠੀਕ ਹੈ ਮੁੰਡੇ ਤੋੜ ਦੋ ਤੁਸੀਂ, ਠੀਕ ਹੈ ਨਾ। ਅਸੀਂ ਫਿਰ ਮੁੰਡਾ ਭੇਜ ਦਿੱਤਾ ਚੱਕਦਾ ਵੀ। ਤੇ ਮੈਂ ਮੁੰਡੇ ਤੋਂ ਕੰਮ ਛਡਾ ਕੇ ਛੁੱਟੀਆਂ ਇੱਥੇ ਦਿੰਦਾ ਹੀ ਨਹੀਂ ਮਾਲਕ। ਮੈਂ ਕਿਹਾ ਭਾਈ ਹਫ਼ਤੇ ਗਵਾ ਤੇ ਗਿਆ ਸੀਗਾ ਇਹ, ਜਿੱਥੇ ਇਹਨਾਂ ਨੇ ਮਹੀਨਾ ਸਾਡਾ ਲਾ ਕੇ ਕਾਫੀ ਦਿਨ ਲਾ ਛੱਡੇ ਇਹਦੇ। ਆਪਣੇ ਤੁਹਾਡਾ ਨਾਮ ਕੀ ਹੈ? ਦੂਸਰੀ ਮਨਪ੍ਰੀਤ ਹੈ। ਤੁਸੀਂ ਪੁਲਿਸ ਕਿਉਂ ਸੱਦੀ ਜਾ ਕੇ ਤੁਹਾਡਾ ਹਸਬੈਂਡ ਜਿਹੜਾ ਹੈ ਤੁਹਾਡੇ ਘਰ ਆਇਆ, ਤੁਸੀਂ ਪੁਲਿਸ ਨੂੰ ਇਨਵੋਲਵ ਕੀਤਾ? ਵਾਈ ਯੂ ਡੂ ਦੈਟ? ਸਰ ਇਹ ਬੰਦੇ ਆਏ ਸੀਗੇ ਪਰ ਅਸੀਂ ਇਹਨਾਂ ਨੂੰ ਕੋਈ ਕੁੱਟਮਾਰ ਨਹੀਂ ਕੀਤੀ, ਉਲਟਾ ਇਹਨਾਂ ਨੇ ਦਾਦਾ ਜੀ ਤੇ ਦਾਦਾ ਜੀ ਦੇ ਭਰਾ ਤੇ ਗੁਰਪ੍ਰੀਤ ਮੈਨੂੰ ਮਾਰਨ ਪਏ। ਆਈ ਸੀ। ਸੋ ਪੰਚਾਇਤ ਜਿਹੜੀ ਇਕੱਠੀ ਹੋਈ ਸਰ। ਹਾਂਜੀ। ਫਿਰ ਅਸੀਂ ਪੁਲਿਸ ਨੂੰ ਫੋਨ ਕੀਤਾ। ਪੁਲਿਸ ਨੂੰ ਫੇਕ ਫੋਨ ਕੀਤਾ ਤੁਸੀਂ? ਹਾਂਜੀ। ਪੁਲਿਸ ਨੂੰ ਤੁਸੀਂ ਸਰ ਝੂਠੇ ਇਲਜ਼ਾਮ ਲਾਉਂਦੀ ਕਿ ਅਸੀਂ ਇਹਨਾਂ ਦੇ ਮੁੰਡੇ ਨੂੰ ਕੁੱਟਿਆ ਹੈਗਾ। ਇਹਨਾਂ ਦੇ ਮੁੰਡੇ ਨੂੰ ਤਾਂ ਹੱਥ ਤੱਕ ਵੀ ਨਹੀਂ ਲਾਇਆ। ਸਾਡੀ ਤਾਂ ਗੱਲ ਸ਼ੁਰੂ ਹੋਊਗੀ ਦਾਦਾ ਜੀ ਤੇ ਦਾਦਾ ਜੀ ਦੇ ਭਰਾ ਤੇ ਨਾਲ ਹੀ ਗੁਰਪ੍ਰੀਤ ਮੈਨੂੰ ਮਾਰਨ ਪੈ ਗਏ। ਮੇਰੇ ਡੈਡੀ ਜੀ ਨੇ ਅੱਗੇ ਹੋ ਕੇ ਮੈਨੂੰ ਛੁਡਾਈ, ਨਹੀਂ ਤਾਂ ਮੈਨੂੰ ਤੇ ਇਹਨਾਂ ਨੇ ਫੜ ਦੇਣੀ ਹੈਗੀ। ਤੁਸੀਂ ਮਨਪ੍ਰੀਤ ਆਪਣੀ ਸੱਸ ਨੂੰ ਦੱਸਿਆ ਸੀ ਕਿ ਤੁਹਾਡਾ ਲੜਕਾ ਠੀਕ ਨਹੀਂ ਫਿਜ਼ੀਕਲੀ? ਤੁਸੀਂ ਦੱਸਿਆ ਸੀ ਕਿ ਵਿਆਹ ਤੋਂ ਬਾਅਦ? ਸਰ ਮੇਰੀ ਇਹਨਾਂ ਨੇ ਗੱਲ ਸਿਰਫ ਗੁਰਪ੍ਰੀਤ ਦੇ ਨਾਲ ਹੁੰਦੀ ਸੀਗੀ ਫੋਨ ਤੇ ਗੁਰਪ੍ਰੀਤ ਹੋਣਾ ਨੇ ਇਹਨਾਂ ਨੂੰ, ਮੈਨੂੰ ਨਹੀਂ ਪਤਾ ਇਹਨਾਂ ਨੂੰ ਦੱਸਿਆ ਜਾਂ ਨਹੀਂ ਦੱਸਿਆ, ਪਰ ਮੈਨੂੰ ਕਹਿੰਦੇ ਕਿ ਤੂੰ ਮੇਰੇ ਆਪਣੇ ਘਰ ਨਹੀਂ ਦੱਸਣੀ ਗੱਲ। ਇਹਨਾਂ ਨੂੰ ਸਾਰਾ ਪਤਾ ਵਾ। ਜਦ ਮੈਨੂੰ ਜੇ ਇਹਨਾਂ ਨੇ ਕਿਹਾ ਹੀ ਨਹੀਂ, ਮਤਲਬ ਕਿ ਮੈਂ ਇਹਨਾਂ ਨੂੰ ਪੁੱਛਦੀ ਗੁਰਪ੍ਰੀਤ ਹੋਣਾ ਨੂੰ ਤਾਂ ਪੇਰੈਂਟਸ ਨੂੰ ਪਤਾ ਹੈਗਾ ਪਹਿਲਾਂ ਹੀ। ਆਈ ਸੀ। ਆਪਣੇ ਕਰਮਜੀਤ ਤੁਹਾਨੂੰ ਪਤਾ ਕਿ ਤੁਹਾਡੇ ਬੱਚੇ ਦੇ ਵਿੱਚ ਕੋਈ ਬੋਡੀ ਦੇ ਵਿੱਚ ਕੋਈ ਘਾਟ ਹੈ? ਭਾਜੀ ਪਹਿਲਾਂ ਤਾਂ ਮਾਫੀ ਦਿਓ ਮੈਨੂੰ, ਮੈਂ ਥੋੜਾ ਜਿਹਾ ਇੱਥੇ ਮੁੰਡਾ ਮੇਰਾ ਘੰਟਾ ਤੱਕ ਆਉਣ ਵਾਲਾ ਹੈ, ਉਹਨਾਂ ਨੇ ਫੇਰ ਦੁਬਾਰਾ ਜਾਣਾ। ਮੈਂ ਉਹਨਾਂ ਪ੍ਰਸ਼ਾਦਾ ਪਰ ਮੈਂ ਸੋਨੇ ਗੈਸ ਬੰਦ ਕਰਕੇ ਸਬਜ਼ੀ ਬਣਾਉਂਦੀ ਪਈ ਸੀਗੀ। ਜੀ ਜੀ। ਸਾਡੇ ਇੱਧਰ ਚੱਲੇ ਮਤਲਬ ਟਾਈਮ ਉਹ ਚੱਲਾ ਤੇ ਉਹਨੇ ਕੰਮ ਤੇ ਵੀ ਜਾਣਾ, ਮਤਲਬ ਕਿ ਉਹ ਇੱਥੇ ਬਾਜ਼ਾਰ ਗਿਆ ਇਹ ਹੈ। ਮੈਂ ਤੁਹਾਨੂੰ ਤੁਸੀਂ ਏਦਾਂ ਕਰਿਓ, ਮੈਨੂੰ ਘੰਟੇ ਬਾਅਦ ਤੁਹਾਨੂੰ ਮੈਂ ਜ਼ਰੂਰ ਫੋਨ ਲਾਵਾਂਗੀ। ਮੇਰਾ ਮੁੰਡਾ ਬਿਲਕੁਲ ਠੀਕ ਠਾਕ ਹੈ, ਕੋਈ ਗੱਲਬਾਤ ਨਹੀਂ ਹੈ ਸੀ, ਠੀਕ ਹੈ ਨਾ। ਤੇ ਮੈਨੂੰ ਮਾਫੀ ਦਿਓ। ਮੈਂ ਇਹ ਨਾ ਕਹਿੰਦੇ ਵੀ ਮੈਂ ਗੱਲਾਂ ਤੋਂ ਮੈਂ ਭੱਜੂਗਾ। ਮੈਂ ਭਾਜੀ ਉਹਨਾਂ ਮੁੰਡੇ ਮੇਰੇ ਨੇ ਕੰਮ ਤੇ ਜਾਣਾ। ਠੀਕ ਹੈ, ਮਿਹਰਬਾਨੀ ਜੀ। ਬਹੁਤ ਸ਼ੁਕਰੀਆ। ਇਸ ਕਰਕੇ ਮੈਂ ਉਹਦਾ ਬਸ ਪ੍ਰਸ਼ਾਦਾ ਪਾਣੀ ਤਿਆਰ ਕਰਦੀ ਪਈ ਆ। ਤਾਂ ਮੈਂ ਘੰਟੇ ਤੱਕ ਆਉਣਾ, ਤੁਸੀਂ ਏਦਾਂ ਕਰੇ ਨੰਬਰ ਮੈਂ ਇਸੇ ਨੰਬਰ ਤੇ ਫੋਨ ਮੈਂ ਮੁੰਡਾ ਮੇਰਾ ਆਏਗਾ, ਮੈਂ ਫੋਨ ਜ਼ਰੂਰ ਲਗਾ ਦਾਂਗੀ। ਫਿਰ ਤੁਸੀਂ ਗੱਲਬਾਤ ਮੈਂ ਕਰ ਸਕਦੀ, ਮੈਂ ਪ੍ਰਸ਼ਾਦਾ ਤਿਆਰ ਕਰ ਲਵਾਂ। ਕਰਮਜੀਤ ਜੀ ਕਰਮਜੀਤ ਤੁਸੀਂ ਸਾਡੇ ਸਤਿਕਾਰਯੋਗ, ਜਾਣ ਤੋਂ ਪਹਿਲਾਂ ਮੇਰੀ ਇੱਕੋ ਬੇਨਤੀ ਆਪ ਜੀ ਨੂੰ, ਕੀ ਤੁਸੀਂ ਹਾਲੇ ਵੀ ਆਪਣੀ ਨੂੰਹ ਨੂੰ ਧੀ ਸਮਝਦੇ ਹੋਏ ਇਟਲੀ ਵਿੱਚ ਮੰਗਾਉਣ ਨੂੰ ਤਿਆਰ ਹੋ? ਹਾਂਜੀ ਭਾਜੀ ਅਸੀਂ ਤਿਆਰ ਹਾਂ ਭਾਜੀ। ਮੇਰੇ ਬੇਟੇ ਦੋ ਮੈਂ ਹੀ ਬੇਟੀ ਕਰਕੇ ਅਸੀਂ ਵਿਆਹ ਕੀਤਾ ਹੈ ਵੀ ਮੇਰੀ ਧੀ ਆ, ਅਸੀਂ ਇਸੇ ਕਰਕੇ ਵਿਆਹ ਕੀਤਾ ਵਾ ਧੀ ਕਰਕੇ। ਤੁਸੀਂ ਸਰੋਪੇ ਪਾਈ, ਅਸੀਂ ਕੋਈ ਦਾਜ ਨਹੀਂ ਮੰਗ ਨਹੀਂ ਕਿਤੇ ਗਏ, ਧੀਆਂ ਕੋ ਦਾਜ ਲੈਣਾ ਸੀ। ਤੁਸੀਂ ਥੋੜੇ ਧੀ ਕਹਿੰਦੇ ਇੱਥੇ ਦਾਜ ਲਈਏ, ਅਸੀਂ ਇਸੇ ਕਰਕੇ ਅਸੀਂ ਸਾਰਾ ਕੁਝ ਕੀਤਾ। ਅਸੀਂ ਇੱਥੇ ਮੰਗਾਉਣ ਵਾਸਤੇ ਹੀ ਕੀਤਾ ਹੋਇਆ ਵਾ। ਇੱਥੇ ਇਟਲੀ ਅਸੀਂ ਲਿਆਵਾਂਗੇ, ਹੁਣ ਜੇ ਮੈਂ ਇੱਥੇ ਰਹਿਣਗੇ ਤਾਂ ਨੋ ਵੀ ਇੱਥੇ ਲਿਆਵਾਂਗੇ ਨਾ। ਆਈ ਸੀ। ਸੋ ਤੁਸੀਂ ਡਿਵੋਰਸ ਤਾਂ ਨਹੀਂ ਫਾਈਲ ਕੀਤਾ ਹਾਲੇ? ਕੱਲ ਹੀ ਕਰਾਈ ਪਾਸਪੋਰਟ, ਕੱਲ ਹੀ ਇੱਥੇ ਲਿਆਉਣ ਵਾਸਤੇ ਬਣਾਇਆ। ਇੰਡੀਆ ਛੱਡਣ ਵਾਸਤੇ ਥੋੜਾ ਬਣਾਇਆ ਵੀ ਇੰਡੀਆ ਰਹੇ ਤਾਂ ਪਾਸਪੋਰਟ ਸਭ ਕੁਝ ਆਪਣਾ ਕੋਡ ਕਰਾਇਆ ਹੋਇਆ। ਤੁਸੀਂ ਡਿਵੋਰਸ ਤਾਂ ਨਹੀਂ ਫਾਈਲ ਕੀਤਾ ਹਾਲੇ? ਤਿਆਰ ਕਰਦੇ ਪਏ ਆ। ਤੁਸੀਂ ਡਿਵੋਰਸ ਤਾਂ ਨਹੀਂ ਫਾਈਲ ਕੀਤਾ? ਹਾਂਜੀ ਮਨਪ੍ਰੀਤ ਕੀ ਕਹਿਣਾ ਚਾਹੁੰਦੇ ਹੋ? ਸਰ ਮੈਂ ਮਖਾਂ 2 ਮਿੰਟ ਗੱਲ ਕਰਿਓ ਜੀ। ਆਈ ਸੀ। ਹੈਲੋ ਹਾਂਜੀ ਬੋਲੋ ਜੀ। ਕੀ ਕਹਿਣਾ ਚਾਹੁੰਦੇ ਬੋਲੋ। ਸਤਿ ਸ਼੍ਰੀ ਅਕਾਲ ਵੀਰ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਵੀਰ ਜੀ, ਇਹਨਾਂ ਨੇ ਜਿੱਦਾਂ ਅਸੀਂ ਮਿਲਣੀ ਕਿ ਇਹਨਾਂ ਨੇ ਸੋਨਾ ਪਾਇਆ। ਇਹਨਾਂ ਨੇ ਸੋਨਾ ਮੰਗਿਆ, ਇਹਨਾਂ ਦੇ ਹੋਸਟਲ ਨੇ ਫੋਨ ਕੀਤਾ ਕਿ ਭੈਣ ਜੀ ਤੁਸੀਂ ਆਉਣਾ 12 ਤਰੀਕ ਨੂੰ, ਸੋਨਾ ਨਾਲ ਲੈ ਕੇ ਆਇਓ। ਜਦੋਂ ਦੇ ਘਰ ਗਏ ਜੀ ਪਾਣੀ ਪੀਤਾ ਸੀ, ਇਹ ਕਹਿੰਦੇ ਕਿ ਮੈਨੂੰ ਸੋਨਾ ਫੜਾ ਦੇ। ਮੈਂ ਕਿਹਾ ਸੋਨਾ ਸਾਰਿਆਂ ਸਾਹਮਣੇ ਫੜਾਉਣਾ। ਅਸੀਂ ਮੈਂ ਸਾਰੇ ਸਾਹਮਣੇ ਇਹਨਾਂ ਨੂੰ ਸੋਨਾ ਫੜਾਇਆ। ਇਹ ਸੋਨਾ ਲੈ ਕੇ ਫਿਰ ਸਾਹਿਬ ਪਾ ਕੇ ਸਰ ਮੁੱਕਰੀ ਜਾਂਦੇ। ਇਹ ਕਿੱਦਾਂ ਵੀ ਹੁੰਦੇ? ਤੁਸੀਂ ਸੋਨਾ ਕਿੰਨਾ ਪਾਇਆ ਸੀ? ਅਸੀਂ 2.5 ਤੋਲੇ ਸੋਨਾ ਪਾਇਆ ਨੂੰ। ਕਿੰਨੇ ਤੋਲੇ? ਕੁੜੀ ਦਾ ਸੋਨਾ ਨਹੀਂ, ਅਰਦਾਸ ਕਰਕੇ ਮੇਰੇ ਕੁੜਮ ਨੇ 6 ਸੋਨਾ ਪਾਇਆ, ਸੱਸ ਦੇ ਵੀ ਪਾਇਆ। ਕਿੰਨੇ ਸਿੱਧੂ ਸਾਹਿਬ ਪੁੱਛੋ ਇਹਦੇ ਮਾਮੇ ਵਿਚੋਲਿਆਂ ਨੂੰ ਪਾਇਆ ਤੇ ਮਾਮਿਆਂ ਨੂੰ ਪੁੱਛ ਲਿਓ ਮੁੰਡੇ ਜੀ ਨੂੰ।
ਜੀ ਹੋ ਸਕਦਾ ਜੀ ਜਿਹੜਾ ਗੱਲ ਮਨਪ੍ਰੀਤ ਦੇ ਮੰਮੀ ਜੀ ਕਹਿ ਰਹੇ ਹੈਗੇ ਕਿ ਠੀਕ ਹੈ ਚਲੋ ਤੁਸੀਂ ਉਦੋਂ ਆਪਦੀ ਖੁਸ਼ੀ ਨਾ ਪਾਇਆ ਹੋਣਾ, ਪਰ ਮਾਤਾ ਜੀ ਗੱਲ ਅੱਜ ਤੁਹਾਡੀ ਬੇਟੀ ਦੇ ਤੇ ਇਧਰ ਕਮਲਜੀਤ ਜੀ ਤੁਹਾਡੇ ਬੇਟੇ ਦੀ ਜ਼ਿੰਦਗੀ ਦਾ, ਇਹਨੂੰ ਲੋਕਾਂ ਦਾ ਮਜ਼ਾਕ ਨਾ ਬਣਾਓ। ਇਹ ਮਨਮਟਾਵ ਜਿਹੜੇ ਤੁਹਾਡੇ ਚ ਹੋਏ ਆ, ਜਦੋਂ ਇਹਦੀ ਕੁੜੀ ਦੀ ਸੱਸ ਕਹਿ ਰਹੀ ਕਿ ਅਸੀਂ ਉਹਨੂੰ ਬੁਲਾਉਣ ਨੂੰ ਖੁਸ਼ ਆ, ਕੁੜੀ ਜਾਣ ਨੂੰ ਖੁਸ਼ ਆ, ਵਿੱਚ ਗੱਲ ਸਿਰਫ ਇਹ ਹੈ ਕਿ ਕੁੜੀ ਕਹਿੰਦੀ ਇੱਕ ਵਾਰੀ ਮੈਨੂੰ ਇੱਥੋਂ ਲੈਣ ਆਓ। ਓਬਵੀਅਸ ਆ ਜੀ ਇਟਲੀ ਕੁੜੀ ਨੇ ਬੱਸ ਚੜ੍ਹ ਕੇ ਕੱਲੀ ਨੇ ਨਹੀਂ ਚੱਲ ਜਾਣਾ। ਕਮਲਜੀਤ ਜੀ ਤੁਸੀਂ ਰੈਡੀ ਹੋ ਕਿ ਜੇ ਉਹ ਕਹਿੰਦੇ ਕਿ ਇੰਡੀਆ ਆ ਕੇ ਤੁਸੀਂ ਉਹਦਾ ਵੀਜ਼ਾ ਲਵਾ ਕੇ ਆਪ ਆ ਕੇ ਨਾਲ ਲੈ ਕੇ ਜਾਓ? ਗੱਲ ਨੂੰ ਖਤਮ ਕਰੋ, ਬੱਚਿਆਂ ਦੀ ਜ਼ਿੰਦਗੀ ਦਾ ਸਵਾਲ ਹੈ ਜੀ ਇਹ। ਜੀ ਜ਼ਿੰਦਗੀ ਦਾ ਸਵਾਲ ਤਾਂ ਇਹ ਤੁਸੀਂ ਕਹਿੰਦਾ ਵੀ ਮਤਲਬ ਇੱਥੇ ਪਿੰਡ ਆ ਜੇ, ਪਿੰਡ ਆ ਕੇ ਅੱਗੇ ਵੀ ਤੇ ਪਿੰਡ ਪੁੱਛ ਲਓ, ਵਿਆਹ ਤੋਂ ਬਾਅਦ ਮਹੀਨਾ ਕੁ ਰਹੀ ਸੀਗੀ, ਵਿਆਹ ਉੱਥੇ ਰਹੀ ਦਾਦੇ ਕੋਲੇ। ਨਹੀਂ ਪਰ ਭੈਣ ਜੀ ਤੁਸੀਂ ਆਪਣੀ ਬੇਟੀ ਕਿਸੇ ਦੇ ਕੱਲਿਆਂ ਦੇ ਖਾਲੀ ਘਰ ਨਹੀਂ ਨਾ ਛੱਡ ਸਕਦੇ। ਤੁਸੀਂ ਉਸ ਗੱਲ ਤੇ ਕਿਉਂ ਨਹੀਂ ਆ ਰਹੇ ਕਿ ਤੁਸੀਂ ਉਹਨੂੰ ਜਾ ਕੇ ਲੈ ਕੇ ਆਓਗੇ? ਮਾਫ ਕਰਨਾ, ਸਾਡੇ ਇੱਧਰ ਇਟਲੀ ਦੇ 6 ਵੱਜ ਗਏ ਆ ਤੇ ਬੇਟੇ ਮੇਰੇ ਨੇ ਇੱਥੇ 8 ਵਜੇ। ਠੀਕ ਹੈ ਮਿਹਰਬਾਨੀ, ਆਈ ਅੰਡਰਸਟੈਂਡ, ਥੈਂਕ ਯੂ ਸੋ ਮਚ। ਮੈਂ ਦੁਬਾਰਾ ਫੋਨ ਤੇ ਤੁਹਾਨੂੰ ਜ਼ਰੂਰ ਜਦੋਂ ਆਉਂਗੀ ਤੁਹਾਡੇ ਨਾਲ। ਮਿਹਰਬਾਨੀ, ਬਹੁਤ ਸ਼ੁਕਰੀਆ। ਅਸੀਂ ਗੌਰਵ ਪੰਜਾਬ, ਥੈਂਕ ਯੂ ਸੋ ਮਚ। ਲਾਈਨ ਡ੍ਰੌਪ ਕਰਦਾ ਔਰ ਅਸੀਂ 5 ਮਿੰਟ ਦੇ ਵਾਸਤੇ ਸ਼ੋਅ ਨੂੰ ਬੈਲੈਂਸ ਕਰਨਾ ਚਾਹਾਂਗੇ। ਹੁਣ ਸਾਡੇ ਸਟੂਡੈਂਟ ਬਾਰੇ ਸੋਚਿਆ ਦੇ ਸਾਹਮਣੇ ਅਸੀਂ ਦੋਨਾਂ ਤਰ੍ਹਾਂ ਨੂੰ ਲੈ ਕੇ ਆਏ ਆ ਔਰ ਜਿਹੜੀ ਸਾਡੀ ਜੱਜਮੈਂਟ ਜਿਹੜੀ ਆ ਹਾਲ ਤੱਕ ਜਿਹੜੀ ਆ ਕੋਈ ਕਲੀਅਰ ਕੱਟ ਨਹੀਂ ਹੋਈ। ਸਰ ਸਾਨੂੰ ਕਾਲ ਕੇ ਦੱਸੋ ਕਿ ਤੁਹਾਡੇ ਮੁਤਾਬਕ ਸੱਸ ਵੀ ਬੋਲ ਚੁੱਕੀ ਆ, ਨੋ ਇਸ ਵੇਲੇ ਲਾਈਨ ਤੇ ਆ ਕੁੜੀ ਨੇ ਦੋਸ਼ ਲਾਏ ਨੇ ਔਰ ਤੁਹਾਡੇ ਮੁਤਾਬਕ ਕਿਹੜੀ ਪਾਰਟੀ ਸਹੀ ਹੈ ਤੇ ਕਿਹੜੀ ਗਲਤ ਹੈ? ਗਿਵ ਮੀ ਯੂਰ ਜੱਜਮੈਂਟ, ਕਿਉਂਕਿ ਹੁਣ ਵਨ ਸਾਈਡਡ ਸਟੋਰੀ ਨਹੀਂ ਹੈ, ਇਹ ਸਟੋਰੀ ਜਿਹੜੀ ਆਲਰੇਡੀ ਕੰਪਲੀਟ ਹੋ ਚੁੱਕੀ ਹੈ। ਜੱਜਮੈਂਟ ਕੀ ਹੈ ਲੋਕਾਂ ਦੀ? ਕੀ ਕੁੜੀ ਦੋਸ਼ ਲਾ ਰਹੀ ਹੈ ਹਾਲੇ ਵੀ ਜਾਂ ਫਿਰ ਇਹਨਾਂ ਵਿੱਚ ਕੋਈ ਦੋਸ਼ ਸੱਚੇ ਨੇ? ਆਓ ਤੁਸੀਂ ਸ਼ਾਰਟ ਆਪਣਾ ਮੈਸੇਜ 30 ਸੈਕਿੰਡ ਦੇ ਵਾਸਤੇ ਸਮਾਂ ਦੇਵਾਂਗੇ ਤੁਹਾਨੂੰ ਸਾਰਿਆਂ ਨੂੰ। ਹਾਂਜੀ ਕਾਲਰ, ਤੁਹਾਡੇ ਮੁਤਾਬਕ ਦੋਨੇ ਪਾਰਟੀਆਂ ਚੁੱਕੀਆਂ, ਤੁਸੀਂ ਕੀ ਮਹਿਸੂਸ ਕਰਦੇ ਹੋ? ਸਪੀਕ ਯਰ ਮਾਈਂਡ ਕਾਲਰ। ਸਤਿ ਸ੍ਰੀ ਅਕਾਲ ਵੀਰ ਜੀ। ਜੀ ਸਪੀਕ ਯਰ ਮਾਈਂਡ, ਭੈਣ ਜੀ ਕੀ ਕਹਿਣਾ ਚਾਹੁੰਦੇ ਬੋਲੋ। ਵੀਰ ਜੀ ਕੋਈ ਕੁੜੀ ਆਪਦੀ ਬੇਇੱਜ਼ਤੀ ਨਹੀਂ ਕਰਾਉਗੀ ਇੰਟਰਨੈਸ਼ਨਲ ਟੀਵੀ ਤੇ ਆ ਕੇ। ਕੁੜੀ ਸੱਚ ਬੋਲ ਰਹੀ ਹੈ, ਜਿਹੜੀ ਇਹਦੀ ਸੱਸ ਹੈ ਇਹਨੂੰ ਸਭ ਕੁਝ ਪਤਾ ਵੀਰ ਜੀ। ਇਹ ਲੁਕੋ ਰਹੀ ਹੈ, ਇਹਨਾਂ ਨੇ ਇਟਲੀ ਨਹੀਂ ਲਿਆਉਣਾ, ਜੇ ਲੈ ਵੀ ਆਏ ਕੁੜੀ ਨੂੰ ਰੱਖਣਾ ਨਹੀਂ। ਬਾਕੀ ਮੁੰਡਾ ਕਿੱਥੇ ਜਿਹਦੇ ਨਾਲ ਵਿਆਹ ਹੋਇਆ, ਇਹਦੀ ਮਾਂ ਕਾ ਤੋਂ ਮੂਹਰੇ ਆਉਂਦੀ, ਉਹਨੇ ਕੰਮ ਤੇ ਜਾਣਾ, ਇਹਨੂੰ ਫਿਕਰ ਆ ਸਬਜ਼ੀ ਦਾ। ਕੁੜੀ ਦੀ ਲਾਈਫ ਦਾ ਸਵਾਲ ਹੈ, ਉਹਨੂੰ ਉੱਥੇ ਛੱਡਿਆ, ਆਪ ਇੱਥੇ ਆ ਕੇ ਬਹਿ ਗਿਆ। ਵੀਰ ਜੀ ਇਹਨੂੰ ਸਭ ਪਤਾ, ਇਹਦੀ ਸੱਸਾਂ ਨੂੰ ਕਿਉਂ ਨਹੀਂ ਪਤਾ ਹੁੰਦਾ ਉਹਦਾ ਹਸਬੈਂਡ ਕਿਹੋ ਜਿਹਾ? ਮਿਹਰਬਾਨੀ ਜੀ, ਅਗਲੀ ਕਾਲ ਪਲੀਜ਼। ਹਾਂਜੀ 30 ਸੈਕਿੰਡ ਮੈਸੇਜ ਦਿਓ ਕਾਲਰ। ਸਪੀਕ ਯਰ ਮਾਈਂਡ। ਸਤਿ ਸਾਹਿਬ ਜਦ ਤੁਸੀਂ ਲਿਆਉਂਦੇ ਪਲੀਜ਼ ਮੇਰੀ ਬੇਨਤੀ ਹੈ ਕਿ ਉਹਨਾਂ ਨੂੰ ਅਟੈਂਡ ਕਰੀ ਜਾਓ। ਆਈ ਨੋ ਵੈਰੀ ਹਾਰਡ ਫॉर ਯੂ ਬਟ ਕਿਉਂਕਿ ਹਾਂਜੀ ਬੋਲੋ ਕਾਲਰ। ਹੈਲੋ ਹਾਂਜੀ ਭੈਣ ਜੀ ਪਿੱਛੇ ਆਵਾਜ਼ ਬੰਦ ਕਰੋਗੇ ਜਾਂ ਨਹੀਂ ਤੁਸੀਂ? ਓਕੇ ਜੀ ਓਕੇ। ਹਾਂ ਮਸਟ ਜਿਹੜਾ ਵੋਲਿਊਮ ਨੂੰ ਬੰਦ ਕਰੋ ਪਲੀਜ਼। ਜੀ ਹਾਂਜੀ ਬੋਲੋ ਜੀ ਕੀ ਕਹਿਣਾ ਚਾਹੋ? ਸਪੀਕ ਯਰ ਮਾਈਂਡ। ਜੀ ਕੁੜੀ ਬਿਲਕੁਲ ਸਹੀ ਹੈ ਤੇ ਇਹਦੇ ਸਹੁਰੇ ਸਾਰੇ ਕਰਦੇ ਬਿਲਕੁਲ। ਮੈਨੂੰ ਤਾਂ ਪਤਾ ਨਹੀਂ, ਉਹਨਾਂ ਦੀ ਸਮਝ ਨਹੀਂ ਲੱਗ ਰਹੀ ਕੀ ਨੇ, ਕੋਈ ਕਿਵੇਂ ਬੋਲਦਾ ਕੋਈ ਕਿਵੇਂ ਬੋਲਦਾ। ਲੜਕੀ ਇਜ਼ ਵੈਰੀ ਸਹੀ ਹੈ। ਅਗਲੀ ਕਾਲ ਪਲੀਜ਼। ਕਾਲਰ ਸਪੀਕ ਯਰ ਮਾਈਂਡ। ਹਾਂਜੀ ਬਸ ਜੀ ਕੁੜੀ ਸਹੀ ਕਹਿੰਦੀ ਹੈ ਸਾਰਾ ਕੁਝ। ਹਾਂ ਇੱਕ ਅੱਧੀ ਕੋਈ ਗੱਲ ਵੱਧ ਕੇ ਕਹਿੰਦੀ ਆਊਗੀ ਪਰ ਉਹਦਾ ਕੁਝ ਪੋਰਸ਼ਨ ਜਿਹੜਾ ਹੈਗਾ 90% ਉਹ ਤਾਂ ਸੱਚ ਹੀ ਬੋਲਦੀ ਪਈ ਆ। ਦੂਸਰੇ ਮੇਰੇ 2 ਕੁਐਸਚਨ ਹੈ ਜੀ, ਉਹਦੇ ਮਾੜੇ ਆਨਸਰ ਲੈ ਦੋ। ਬੋਲੋ। ਇੱਕ ਇਹ ਹੈ ਕਿ ਸਹੁਰੇ ਨੇ ਇਕੱਲੇ ਹੱਥ ਉੱਤੇ ਲਾਏ ਕਿ ਜਾਂ ਜਿੱਦਾਂ ਕੋਈ ਰਿਲੇਸ਼ਨ ਵੀ ਬਣਿਆ? ਅੱਛਾ ਇਹ ਤੁਸੀਂ ਉਹਨੂੰ ਪੁੱਛੋ, ਮੈਂ ਨਹੀਂ ਇਹਦੇ ਬਾਰੇ ਕਹਿ ਸਕਦਾ। ਹਾਂਜੀ ਮੈਂ ਉਹਨੂੰ ਹੀ ਪੁੱਛਦੀ ਹਾਂ ਕਿਉਂਕਿ ਇੱਕ ਮੁੰਡੇ ਦਾ ਪੁੱਛਣਾ ਇੱਕ ਉਹਦਾ। ਅੱਛਾ ਜੀ ਹਾਂਜੀ ਮਨਪ੍ਰੀਤ ਇਸ ਸਵਾਲ ਦਾ ਜਵਾਬ ਦਿਓ ਸਾਡੀ ਇੱਕ ਭੈਣ ਨੂੰ। ਬੋਲੋ। ਕਿ ਸਹੁਰੇ ਨਾਲ ਰਿਲੇਸ਼ਨ ਤਾਂ ਨਹੀਂ ਬਣਾਏ? ਮਨਪ੍ਰੀਤ ਬੋਲੋ। ਹਾਂਜੀ ਸਰ ਤੁਹਾਨੂੰ ਸਵਾਲ ਪੁੱਛ ਰਹੇ ਨੇ ਭੈਣ ਜੀ, ਸਵਾਲ ਕਰੋ ਇਹ ਲੜਕੀ ਨੂੰ। ਬੋਲੋ। ਮੇਰਾ ਸਵਾਲ ਮਨਪ੍ਰੀਤ ਇਹ ਹੈ ਕਿ ਤੁਹਾਡੇ ਸਹੁਰੇ ਨਾਲ ਹੱਥ ਤੁਹਾਨੂੰ ਟੱਚ ਕੀਤਾ ਤੇ ਉਹਦੇ ਤੋਂ ਬਾਅਦ ਤੁਹਾਡਾ ਜ਼ਬਰਦਸਤੀ ਰਿਲੇਸ਼ਨ ਤਾਂ ਨਹੀਂ ਬਣਾਏ? ਮਨਪ੍ਰੀਤ ਤੁਹਾਨੂੰ ਪੁੱਛਿਆ ਜਾ ਰਿਹਾ ਸਾਫ਼ ਸਪਸ਼ਟ ਕਿ ਤੁਹਾਨੂੰ ਟੱਚ ਹੀ ਕੀਤਾ, ਟੱਚ ਤੱਕ ਹੀ ਸੀਮਤ ਰਹੇ ਨੇ ਜਾਂ ਫਿਰ ਉਹਨਾਂ ਨੇ ਰਿਲੇਸ਼ਨ ਜ਼ਬਰਦਸਤੀ ਬਣਾ ਲਏ, ਤੁਹਾਡੇ ਨਾਲ ਸੰਬੰਧ ਬਣਾ ਲਏ ਉਹਨੇ ਸਹੁਰੇ ਨੇ ਤੁਹਾਡੇ ਨੇ? ਬੋਲੋ। ਵੈਰੀ ਹਾਰਡ ਕੁਐਸਚਨ ਟੂ। ਉਹਨੇ ਗਲਤ ਕੰਮ ਨਹੀਂ ਆਪਣੇ ਨਾਲ ਕਰਨ ਦਿੱਤਾ ਪਰ ਮੇਰੇ ਇੰਨੇ ਬੰਦੇ ਨੇ ਕੱਪੜੇ ਪਾੜੇ ਮੇਰੇ ਹੱਥੀ ਪਿਆ। ਠੀਕ ਆ। ਦੂਸਰਾ ਕੁਐਸਚਨ ਮੇਰਾ ਇਹ ਆ ਇੱਕ ਬੰਦੇ ਨੇ ਹੱਥ ਲਾਇਆ। ਠੀਕ ਆ ਮਨਪ੍ਰੀਤ ਬਸ। ਦੂਜਾ ਇਹ ਕੁਐਸਚਨ ਤੁਹਾਡੇ ਹਸਬੰਡ ਨੇ ਤੁਹਾਡੇ ਨਾਲ ਰਿਲੇਸ਼ਨ ਬਣਾਏ ਆ? ਹਾਂਜੀ ਮੈਡਮ ਇੱਕ ਮਿੰਟ ਥੋੜਾ ਜਿਹਾ ਆਵਾਜ਼ ਉੱਚੀ ਜੀ। ਤੁਹਾਡੇ ਹਸਬੰਡ ਨੇ ਤੁਹਾਡੇ ਨਾਲ ਵਿਆਹ ਵਾਲੇ ਰਿਲੇਸ਼ਨ ਸੰਬੰਧ ਬਣਾਏ ਆ? ਬਣੇ ਉਹਦੇ ਨਾਲ? ਮੇਰੇ ਹਸਬੰਡ ਦੇ ਨਾਲ ਮੈਡਮ? ਹਾਂਜੀ ਬਣੇ? ਨਹੀਂ ਮੈਡਮ। ਅੱਛਾ ਠੀਕ ਆ ਨਹੀਂ ਬਣੇ ਪਰ ਬਸ ਜੀ ਏਦਾਂ ਆ ਕਿ ਇੱਥੋਂ ਜੱਜਮੈਂਟ ਇਹ ਹੋ ਸਕਦੀ ਹੈ ਕਿ ਕਦੇ ਵੀ ਇਹਨਾਂ ਦਾ ਕੋਈ ਮੈਡੀਕਲ ਕਰਾ ਕੇ ਫਿਰ ਇਹ ਕਲੀਅਰ ਕੀਤਾ ਜਾ ਸਕਦਾ ਹੈ ਕਿ ਜੋ ਇਹ ਦੋਸ਼ ਲਾ ਰਹੀ ਆ ਪਰ ਹਸਬੈਂਡ ਤੇ ਕਿ ਮੇਰੇ ਨਾਲ ਸੰਬੰਧ ਨਹੀਂ ਬਣੇ ਉਹ ਤਾਂ ਫਿਰ ਨਹੀਂ ਬਣੇ ਹੋਏ ਰਹਿਣਗੇ, ਉਹ ਤੋਂ ਕਲੀਅਰ ਹੀ ਹੋ ਸਕਦਾ 100%। ਫਿਰ ਕੁੜੀ ਸੱਚ ਹੀ ਕਹਿੰਦੀ ਪਈ ਆ ਪਰ ਇਹਨੂੰ ਇਹ ਵੀ ਯਾਦ ਰੱਖਣਾ ਚਾਹੀਦਾ ਕੱਲ ਨੂੰ
ਜਦੋਂ ਇਹ ਦੋਸ਼ ਲਾ ਰਹੀ ਹੈ ਤੇ ਉਹਦੇ ਫਿਰ ਇਹਨੂੰ ਤੇ ਉਹਦੇ ਟੈਸਟਾਂ ਮੁਤਾਬਕ ਵੀ ਫਿਰ ਗਾਂ ਦੇ ਪਰਖ ਸਕਦੇ ਆ। ਪਰ ਉਹ ਇਹ ਵੀ ਦੋਸ਼ ਲਾ ਰਹੇ ਨੇ ਕਿ ਇਹਦੇ ਲੜਕੀ ਦੇ ਫੋਨ ਦੇ ਵਿੱਚੋਂ ਕਿਸੇ ਲੜਕੇ ਦੇ ਨਾਲ ਗੱਲਬਾਤ ਚੈਟ ਜਿਹੜੀ ਆ ਉਹ ਉਹਨਾਂ ਨੂੰ ਬਰਾਮਦ ਹੋਈ ਆ। ਇਹ ਲੜਕੀ ਨਹੀਂ, ਉਹ ਤਾਂ ਫਿਰ ਕਹਿਣ ਨੂੰ ਜੋ ਮਰਜ਼ੀ ਕਹਿ ਦੋ, ਇੱਕ ਦੂਜੇ ਨਾਲ ਮਾੜਾ ਮੋਟਾ ਕਈ ਵਾਰ ਜਾਣ ਪਛਾਣ ਹੁੰਦੀ ਆ, ਪਰ ਹੁਣ ਬੰਦੇ ਨੇ ਰਿਲੇਸ਼ਨ ਹੀ ਨਹੀਂ ਬਣਾਏ ਇਹਦੇ ਨਾਲ। ਜਾਂ ਤਾਂ ਇਹ ਕਹਿ ਦਿੰਦੀ ਮੇਰੇ ਨਾਲ ਰਿਲੇਸ਼ਨ ਬਣੇ ਹੋ ਆ, ਫਿਰ ਜਿਹੜੇ ਮੁੰਡੇ ਨੇ ਕਹੀ ਆ ਨਾ ਮੇਰੀ ਮਾਂ ਦੇ ਵੀ ਰਿਲੇਸ਼ਨ ਰਹੇ ਆ ਸਹੁਰੇ ਨਾਲ, ਇਹ 101% ਬਸ ਵੀ ਗੱਲ ਸੱਚ ਆ। ਕਿਉਂਕਿ ਹੁਣ ਉਹਨਾਂ ਨੂੰ ਪਤਾ ਲੱਗ ਗਿਆ ਸੀ ਵੀ ਕੁੜੀ ਹੱਥ ਨਹੀਂ ਲਾਉਣ ਦਿੰਦੀ ਸਹੁਰੇ ਨੂੰ, ਤਾਂ ਉਹਨੇ ਇਹਨੂੰ ਫਿਰ ਥੋੜਾ ਮੁੰਡੇ ਨੇ ਕਿਹਾ ਵੀ ਆਪਣੀ ਜਿੱਦਾਂ ਪਰਮਿਸ਼ਨ ਦੇਣ ਦੀ ਕੋਸ਼ਿਸ਼ ਕੀਤੀ ਆ ਵੀ ਜੇ ਕਰ ਲਓ, ਮੈਨੂੰ ਕੋਈ ਆਬਜੈਕਸ਼ਨ ਨਹੀਂਗਾ। ਇੱਥੋਂ ਇਹ ਜੱਜਮੈਂਟ ਹੋ ਰਹੀ ਆ। ਭੈਣ ਜੀ ਨਹੀਂ ਭੈਣ ਜੀ, ਇਦਾਂ ਨਹੀਂ ਹੋ ਸਕਦਾ। ਆਪਾਂ ਵੀ ਧੀਆਂ ਭੈਣਾਂ ਵਾਲੇ, ਇਹ ਵੀ ਤਾਂ ਹੋ ਸਕਦਾ ਕਿ ਉਹ ਕੁੜੀ ਦੇ ਸਮਝਣ 'ਚ ਕੋਈ ਫਰਕ ਰਹਿ ਗਿਆ ਹੋਵੇ। ਮੁੰਡੇ ਨੇ ਕਿਹਾ ਹੋਵੇ ਵੀ ਮੇਰੀ ਸੱਸ ਮਤਲਬ ਕਿ ਮੇਰੀ ਦਾਦੀ ਹੈ ਨਹੀਂ ਸੀ, ਮੇਰੀ ਮਾਂ ਵੀ ਦਾਦੇ ਨਾਲ ਇੰਨਾ ਟਾਈਮ ਰਹੀ ਹੈ ਵੀ ਉਹਨੇ ਤਾਂ ਕੋਈ ਐਲੀਗੇਸ਼ਨ ਨਹੀਂ ਲਾਏ। ਗੱਲ ਇਹ ਵੀ ਹੋ ਸਕਦੀ ਹੈ ਨਾ, ਇੰਨੀ ਗੋਲਮੋਲ ਗੱਲ ਨਾ ਆਪਾਂ ਕਰੀਏ। ਬੱਚੀ ਦੀ ਉਮਰ ਹਜੇ 14 ਸਾਲ ਦੀ, ਆਪਾਂ ਸਿੱਧੇ ਹੀ ਸਵਾਲ ਪੁੱਛੀ ਜਾਂਦੇ ਜੀ, ਚੰਗੀ ਗੱਲ ਨਹੀਂ ਇਹ। ਸੁਧ ਸਾਹਿਬ, ਫਰੀडम ਆਫ ਸਪੀਚ ਦੇ ਵਿੱਚ ਪੀਪਲ ਹੈਵ ਸਪੀਕ ਔਨ ਮਾਈਂਡ, ਸੋ ਵੀ ਹੈਵ ਨੋ ਆਬਜੈਕਸ਼ਨ, ਸੌਰੀ। ਸੋ ਪਹਿਲਾਂ ਕਹਿ ਰਿਹਾ ਕਿ ਨੋ ਲੈਟ them speak or let them ask, ਕਿਉਂਕਿ ਫਰੀडम ਆਫ ਸਪੀਚ ਸ਼ੋਅ ਦੇ ਵਿੱਚ ਸੁਧ ਸਾਹਿਬ we can't stop people, I'm sorry। next call please, ਅਗਲੀ ਕਾਲ ਜੀ, next call ਜੀ। ਹੈਲੋ ਭੈਣ ਜੀ ਜਾਂ ਭਾਜੀ, ਪਿੱਛੇ ਉਹਨਾਂ ਨੂੰ ਬੰਦ ਕਰੋ। ਸੁਧ ਸਾਹਿਬ ਚਾਹਤੇ ਮੇਰਾ ਦਿਮਾਗ ਖਰਾਬ ਹੈ, ਹਾਂਜੀ, ਚਾਹੇ ਕਾਲਰ ਸੀਟ ਸੁਣ ਨਹੀਂ ਰਹੇ। ਹਾਂਜੀ ਬੋਲੋ ਜੀ। हेलो जी, बोलो जी सर, मैं यही कहना चाहनी है कि दोनों साइड दी स्टोरी सुन के यही जजमेंट हो रही है कि जिवें लड़की कह रही है सारे दोष लाए आ, ਆਪਾਂ ਇਹ ਵੀ ਨਹੀਂ ਕਹਿ ਸਕਦੇ ਕਿ ਹਾਂਜੀ ਬੋਲੋ ਬੀਬਾ, ਤੁਸੀਂ ਬੋਲਣੋਂ ਹਟ ਗਏ ਹੋ। ਅਗਲੀ ਕਾਲ ਪਲੀਜ਼। ਹਾਂਜੀ ਬੋਲੋ ਜੀ ਮਿਸਟਰ ਪੁੱਲਰ, ਬੋਲੋ। ਅੱਛਾ ਬਾਸੀ ਸਾਹਿਬ ਜੀ ਗੱਲ ਕਰੋ, ਸਪੀਕ ਯਰ ਮਾਈਂਡ। ਬਾਸੀ ਸਾਹਿਬ, ਮੈਂ ਮਨਪ੍ਰੀਤ ਪੁੱਛਣਾ ਚਾਹੁੰਦਾ ਵਾ, ਇਹਨਾਂ ਇਲਜ਼ਾਮ ਲਾਏ ਆ ਇਹਨਾਂ ਨੇ, ਠੀਕ ਹੈ ਨਾ, ਪਰ ਇਹ ਹੁਣ ਵੀ ਚਾਹੁੰਦੇ ਇਟਲੀ ਜਾਣਾ? ਕਿਉਂ ਜੇ ਇਟਲੀ ਜਾਣਾ ਚਾਹੁੰਦੇ ਆ ਫਿਰ ਉੱਥੇ ਜਾ ਕੇ ਸਹੁਰਾ ਉਹ ਹਰਕਤਾਂ ਕਰੂਗਾ, ਉਹਦਾ ਫਾਇਦਾ ਕੋਈ ਨਹੀਂ, ਠੀਕ ਹੈ ਨਾ। ਮੇਰੇ ਹਿਸਾਬ ਨਾਲ ਤਾਂ ਇਹੋ ਹੀ ਆ। ਹੁਣ ਜਿਹੜੀ ਗੱਲ ਹੋ ਗਈ ਇਹਨਾਂ ਨਾਲ ਬਣਨੀ ਨਹੀਂ ਗਈ ਹੈਗੀ, ਨਾ ਜਾਣ ਦਾ ਫਾਇਦਾ ਇਟਲੀ 'ਚ। ਮੈਂ ਇੱਕੋ ਗੱਲ ਕਹਿਣਾ ਵਾ ਵੀ ਹੁਣ ਇਹਨਾਂ ਦਾ ਠੀਕ ਤੇ ਜਾ ਕੇ ਜੇ ਫੈਸਲਾ ਕਰ ਲੈਣ, ਆਪਣਾ ਦੇ ਲੈ ਕੇ ਕੰਮ ਨਿਬੇੜਨ, ਵਧੀਆ ਰਹਿਣਗੇ, ਗਾਂਹ ਵਿੱਚ ਲਾਈਫ ਸੈੱਟ ਹੋ ਜੂਗੀ। ਓਕੇ ਜੀ, ਉੱਥੇ ਦਾਲ ਨਹੀਂ ਗੱਲ ਨਹੀਂ। ਮਨਪ੍ਰੀਤ, ਟੈਲ ਮੀ ਟਰੂ, ਤੁਸੀਂ ਕਿਸੇ ਵੀ ਹਾਲਤ ਵਿੱਚ ਨੋ ਮੈਟਰ ਬਟ ਤੁਸੀਂ ਜਾਣ ਨੂੰ ਤਿਆਰ ਹੋ ਇਟਲੀ ਵਿੱਚ, ਜੇ ਘਰ ਦੇ ਸੱਦਦੇ ਆ ਜਾਂ ਨਹੀਂ? ਇੱਥੇ ਤਾਂ ਪਰ ਮੈਂ ਬਹੁਤ ਕੁਝ ਸਹਿ ਕੇ ਬਹੁਤ ਕੁਝ ਮੇਰੇ ਨਾਲ ਹੋਇਆ ਇੱਥੇ। ਮੈਂ ਫਿਰ ਜਾ ਕੇ ਇੱਥੇ ਆਪਣੇ ਮਾਪਿਆਂ ਨੂੰ ਦੱਸੀ, ਉੱਥੇ ਜਾ ਕੇ ਨਾ ਸਰ ਕਿਹਨੂੰ ਦੱਸੂਗੀ ਤੇ ਮੇਰੀ ਲਾਈਫ ਤੱਕ ਮੇਰੀ ਜ਼ਿੰਦਗੀ ਨਹੀਂ ਇੱਥੇ ਸੇਵ ਹੈਗੀ। ਸਿੱਧੂ ਸਾਹਿਬ, ਇਹ ਤਾਂ ਇੰਟੈਂਸ਼ਨ ਇਹ ਮੇਰੀ ਆ ਕਿ ਇਹ ਲੜਕੀ ਇਹ ਵੀ ਨਹੀਂ ਜਾਣਾ ਚਾਹੁੰਦੇ। ਸਿੱਧੂ ਸਾਹਿਬ ਪਲੀਜ਼ ਪ੍ਰੋਸੀਡ ਕਰੋ। ਜੀ ਬਿਲਕੁਲ ਜੀ, ਮੈਂ ਕਾਲਰ ਅਟੈਂਡ ਕਰ ਰਿਹਾ ਜੀ, ਬਸ ਆਓ। ਹਾਂਜੀ, ਇਹ ਕਹਿ ਰਹੀ ਹੈ ਕਿ ਮੈਂ ਉੱਥੇ ਜਾ ਕੇ ਜੀ ਮੇਰੇ ਨਾਲ ਇਹੋ ਜਿਹੀ ਹਰਕਤਾਂ ਹੋਈਆਂ, ਮੈਂ ਕਿਹਨੂੰ ਦੱਸੂਗੀ, ਤਾਂ ਮੇਰੇ ਖਿਆਲ ਕਿ ਇਹ ਜਾਣ ਨੂੰ ਤਿਆਰ ਨਹੀਂ ਹੈ। ਇਹ ਸਿੱਧਾ ਸਾਫ਼ ਨਹੀਂ ਕਹਿਣਾ ਚਾਹੁੰਦੀ, ਮੈਂ ਨਹੀਂ ਜਾਣਾ ਚਾਹੁੰਦੀ। She didn't want to go. I don't know why. Okay, next call please. Proceed ਕਰੋ ਅਗਲੀ ਕਾਲ ਨੂੰ। ਕਾਲਰ ਗੋ ਹੈਡ ਪਲੀਜ਼। ਹਾਂਜੀ, ਇਹ ਲਾਈਨ ਨੂੰ ਡ੍ਰੌਪ ਕਰ ਦਿਓ, ਫਾਰ ਐਵਰੀ ਨੂੰ ਬੈਨ ਕਰ ਦਿਓ, ਇਸ ਨੂੰ CRTC ਲੈਟਰ ਲਿਖ ਦਿਓ ਕਿ ਵੀ ਕਾਂਟ ਅਟੈਂਡ 444 ਵਾਲਾ। ਹਾਂਜੀ ਅਗਲੀ ਕਾਲ ਬੋਲੋ ਜੀ। ਹੈਲੋ ਬਾਸੀ ਸਾਹਿਬ। ਯੈਸ ਸਰ। ਮੇਰੇ ਹਿਸਾਬ ਨਾਲ ਤਾਂ ਕੁੜੀ ਠੀਕ ਕਹਿ ਰਹੀ ਹੈ ਜੀ, ਔਰ ਦੂਜੀ ਗੱਲ ਇਹ ਹੈ ਕਿ ਜੀ ਕੁੜੀ ਨੂੰ ਇਟਲੀ ਭੇਜਣਾ ਠੀਕ ਨਹੀਂ ਹੈ ਜੀ, ਬਿਲਕੁਲ ਠੀਕ ਹੈ ਜੀ। ਹਾਲਾਤ ਖਰਾਬ ਹੋਣ ਤੋਂ ਬਾਅਦ ਕੀ ਕੁੜੀ ਖੁਸ਼ ਰਹਿ ਸਕੇਗੀ ਜਾਂ ਉਹਨੂੰ ਸੁਖੀ ਰੱਖਣਗੇ ਉੱਥੇ? ਜੇ ਉੱਥੇ ਕੁਝ ਇਹੋ ਜਿਹਾ ਹੋ ਗਿਆ ਫਿਰ ਕੀ ਕਰਨਗੇ? ਦੇਖੋ ਜੀ, ਮੈਂ ਨਹੀਂ ਭੇਜਣ ਲੱਗਾ ਕਿਸੇ ਨੂੰ, ਮੈਂ ਤਾਂ ਸਿਰਫ ਗੱਲ ਕਰ ਰਿਹਾ। ਹਾਂਜੀ ਉਹ ਅੱਛਾ ਹਾਂਜੀ, ਹਾਂ ਮੈਂ ਸਿੱਧੂ ਸਾਹਿਬ ਪਲੀਜ਼, ਲੋਕ ਮਹਿਸੂਸ ਕਰ ਰਹੇ ਨੇ ਕਿ ਆਪਾਂ ਇਹਨੂੰ ਕੁੜੀ ਨੂੰ ਜ਼ਬਰਦਸਤੀ ਇਟਲੀ ਭੇਜ ਰਹੇ ਹਾਂ, ਆਪਾਂ ਤਾਂ ਭੇਜ ਨਹੀਂ ਰਹੇ। ਨਹੀਂ ਉਹ ਠੀਕ ਭੇਜਣਾ ਨਹੀਂ ਠੀਕ, ਜ਼ਬਰਦਸਤੀ ਭੇਜਣ ਵਾਲੀ ਕੋਈ ਗੱਲ ਨਹੀਂ ਜੀ। ਅਸੀਂ ਚਾਹੁੰਦੇ ਆ ਕਿ ਇਹ ਡਿਸਪਿਊਟ ਖਤਮ ਹੋਵੇ। ਸਾਡਾ ਕੋਈ ਇਹ ਨਹੀਂ ਕਿ ਇਹਨਾਂ ਨੂੰ ਰੇਡੀਓ ਟੀਵੀ ਤੇ ਲਿਆ ਕੇ ਇੱਕ ਸਟੋਰੀ ਬਣਾ ਕੇ ਛੱਡ ਦੇਣਾ। ਅਸੀਂ ਇਹ ਚਾਹੁੰਦੇ ਆ, ਵਾਰੀ-ਵਾਰੀ ਉਹਨਾਂ ਨੂੰ ਤਾਂ ਪੁੱਛ ਰਹੇ ਸੀ ਕਿ ਦੋਨਾਂ ਪਰਿਵਾਰਾਂ ਦਾ ਜੋ ਪਹਿਲਾਂ ਹੋ ਗਿਆ ਜੀ ਉਹ ਨਿਬੜ ਜਾਵੇ, ਕਿਉਂਕਿ ਮੁੰਡੇ ਕੁੜੀ ਦੀ ਲਾਈਫ ਦਾ ਸਵਾਲ ਆ। ਕਈ ਵਾਰੀ ਸੱਸ ਸਹੁਰਿਆਂ ਦੇ ਕੁੜਮ-ਕੁੜਮਣੀਆਂ ਦੇ ਆਪਸ ਚ ਝਮੇਲੇ ਹੁੰਦੇ ਆ ਤੇ ਜਵਾਕਾਂ ਦੀ ਲਾਈਫ ਖਰਾਬ ਹੋ ਜਾਂਦੀ ਹੈ। ਇਹ ਗੱਲ ਦੱਸਣੀ ਚਾਹੁੰਦੇ ਕਮਿਊਨਿਟੀ ਨੂੰ, ਸਭ ਲੋਕਾਂ ਨੂੰ, ਜਿਹੜੇ ਸਾਡੇ ਇੰਡਸਟਰੀ ਵਿੱਚ ਵੀ ਸਾਰੇ ਸਹੁਰੇ ਨਹੀਂ, ਉਹਨਾਂ ਨੂੰ, ਬੱਚਿਆਂ ਨਵਿਆਂ ਨੂੰ ਵੀ, ਕਿ ਸਟੋਰੀ ਲਿਆਉਣ ਦਾ ਮਕਸਦ ਕੀ, ਸਾਡੇ ਸਮਾਜ ਦੀਆਂ ਬਿਮਾਰੀਆਂ। ਜਦੋਂ ਕੋਈ ਵੀ ਵਿਅਕਤੀ ਬਿਮਾਰ ਹੁੰਦਾ ਤਾਂ ਜੇ ਜ਼ਿਆਦਾ ਬਿਮਾਰ ਹੋਵੇ, ਪੇਨਫੁਲ ਹੋਵੇ, ਤਾਂ ਉਹਦੇ ਵਾਸਤੇ ਅਸੀਂ ਐਂਬੂਲੈਂਸ ਨੂੰ ਕਾਲ ਕਰਦੇ ਆ। ਤਾਂ ਐਂਬੂਲੈਂਸ ਦੇਖਦੀ ਆ ਕਿ ਅਸੀਂ ਜਿਹੜਾ ਐਂਬੂਲੈਂਸ ਨੂੰ ਡਰਾਈਵ ਕਰਦਾ ਉਹ ਡਿਸਪੈਚ ਕਰਦਾ ਕਿ ਕਿੱਥੇ ਰਾਈਟ ਵੀ ਆਹ ਪ੍ਰੋਬਲਮ ਹੈ ਤਾਂ ਕਿੱਥੇ ਡਾਕਟਰ ਮਿਲ ਸਕਦਾ, ਕਿਹੜੇ ਹਸਪੀਟਲ ਵਿੱਚ। ਤਾਂ ਐਂਬੂਲੈਂਸ ਜਿਹੜੀ ਭਾਵੇਂ ਕਿ ਅੱਧੇ ਕਿਲੋਮੀਟਰ ਤੇ ਹਸਪੀਟਲ ਹੋਵੇ, ਉੱਥੇ ਨਾ ਸਪੇਸ ਹੋਵੇ, ਤਾਂ ਦੂਜੇ ਥਾਂ ਲੈ ਕੇ ਜਾਂਦੇ ਨੇ। ਸੋ ਅਸੀਂ ਇੱਕ ਐਂਬੂਲੈਂਸ ਦਾ ਕੰਮ ਕਰਦੇ ਹਾਂ, ਸਾਡੀਆਂ ਬਿਮਾਰੀਆਂ ਨੂੰ ਤੁਹਾਡੇ ਤੱਕ ਪਹੁੰਚਾਉਂਦੇ ਹਾਂ। ਉਸ ਤੋਂ ਬਾਅਦ
ਇਹ ਜੱਜਮੈਂਟ ਜਿਹੜੀ ਹੈ ਉਸ ਤੋਂ ਬਾਅਦ ਇਹ ਕੰਮ ਪਰਿਵਾਰਾਂ ਦਾ ਸਾਡਾ ਨਹੀਂ ਹੈ, ਸਾਡਾ ਸਰ ਅਵੇਅਰਨੈਸ ਦੇਣਾ ਹੈ, ਵੀ ਵਰਕ ਐਜ਼ ਏ ਐਂਬੂਲੈਂਸ। ਉਸ ਤੋਂ ਬਾਅਦ ਡਾਕਟਰ ਨੇ ਆਪਰੇਟ ਕਰਨਾ ਹੈ, ਮੈਡੀਸਨ ਦੇਣੀ ਹੈ, ਕਿਉਂ ਸਿੱਧੂ ਸਾਹਿਬ ਸਾਡਾ ਉਹਨਾਂ ਦੇ ਉੱਪਰ ਕੋਈ ਇਲਾਜ ਜਾਂ ਕੋਈ ਉਹਨਾਂ ਦੇ ਉੱਪਰ ਐਕਸ਼ਨ ਲੈਣਾ ਸਾਡਾ ਕੰਮ ਨਹੀਂ ਹੈ। ਸਾਡਾ ਕੰਮ ਤੇ ਟੁੱਟੇ ਹੋਏ ਦਿਲਾਂ ਨੂੰ ਜੋੜਨਾ ਹੈ, ਤਾਂ ਜਿਹੜਾ ਬੰਦਾ ਬਿਮਾਰ ਹੈ ਉਹਨੂੰ ਇੱਕ ਐਂਬੂਲੈਂਸ ਦਾ ਜ਼ਰੀਆ ਬਣ ਕੇ ਹਸਪੀਟਲ ਪਹੁੰਚਾਉਣਾ, ਅਸੀਂ ਇਹ ਕੰਮ ਕਰਦੇ ਹਾਂ, ਨਥਿੰਗ ਐਲਸ। ਹਾਂਜੀ, ਸਾਡੇ ਕੋਲ ਕੋਈ ਪਾਵਰ ਨਹੀਂ ਕੋਈ ਵੀ ਸਾਡੇ ਕੋਲ ਕਿ ਅਸੀਂ ਉਹਨਾਂ ਨੂੰ ਜ਼ਬਰਦਸਤੀ ਚੁੱਕ ਕੇ ਲੈ ਜਾਵਾਂਗੇ, ਜ਼ਬਰਦਸਤੀ ਜਿਸ ਤਰ੍ਹਾਂ ਕਹਿੰਦੇ ਕਿ ਅਸੀਂ ਪਹੁੰਚਾਵਾਂਗੇ ਇਟਲੀ। ਵੀ ਡੋਂਟ ਹੈਵ ਰਾਈਟਸ, ਸਾਡੇ ਕੋਲ ਕੋਈ ਹੱਕ ਨਹੀਂ ਹੈ। ਔਰ ਇੱਥੇ ਤੱਕ ਕਿ ਇੱਥੋਂ ਦਾ MP ਵੀ ਨਹੀਂ ਲਿਜਾ ਸਕਦਾ, ਨਾ ਲਿਆ ਸਕਦਾ। ਔਰ ਇੱਥੋਂ ਦਾ MP ਵੀ ਤੁਹਾਨੂੰ ਪ੍ਰਾਈਮ ਮਿਨਿਸਟਰ ਵੀ ਕੈਨੇਡਾ ਵਿੱਚ ਆਇਆ ਨੂੰ ਕੱਢ ਨਹੀਂ ਸਕਦਾ, ਉਹ ਕੱਢਣ ਵਾਲਾ ਡਿਪਾਰਟਮੈਂਟ ਇਮੀਗ੍ਰੇਸ਼ਨ ਵੱਖਰਾ ਆ। ਸੋ ਅਸੀਂ ਵੀ ਜਿਹੜੇ ਆ ਮੀਡੀਆ ਵਾਲੇ ਲੋਕ ਅਸੀਂ ਅਵੇਅਰਨੈਸ ਦੇ ਰਹੇ ਹਾਂ ਸ਼ੋਅ ਦੀ। ਅੱਛਾ, ਮੱਕੀ ਰੋਟੀ ਸਰੋਂ ਦਾ ਸਾਗ ਜਿਹੜਾ ਆ ਫਟਾਫਟ ਲੋਕ ਲਿਜਾ ਰਹੇ ਨੇ ਕਿਉਂਕਿ ਅੱਜ ਮੰਗਲਵਾਰ ਕਿਤੇ ਭੁੱਲ ਨਾ ਜਾਏ ਇਸ ਸਟੋਰੀ ਦੇ ਵਿੱਚ। ਹਾਂਜੀ ਕਾਲਰ ਗੋ ਹੈਡ ਜੀ, ਸੰਦੀਪ ਸਾਹਿਬ ਗੋ ਹੈਡ। ਹਾਂਜੀ ਅਸੀਂ ਸਾਹਿਬ ਸਤਿ ਸ਼੍ਰੀ ਅਕਾਲ ਜੀ। ਜੀ ਪ੍ਰੋਸੀਡ ਕਰੋ ਆਪਣੇ ਮੈਟਰ ਨੂੰ। ਮੈਂ ਤਾਂ ਇਹੀ ਕਹਿਣਾ ਚਾਹੁੰਦਾ ਜੀ, ਕੁੜੀ ਨੂੰ ਵੀ ਦੇਖੋ 24 ਸਾਲ ਦੀ ਉਮਰ ਆ ਉਹਨਾਂ ਦੀ, ਤੇ ਉਹ ਲਾਲਚ ਨਾ ਕਰਨ ਇਟਲੀ ਦਾ ਤੇ ਆਪਣਾ ਚੁੱਪ ਕਰਕੇ ਹੋਰ ਮੈਰਿਜ ਕਰਾਉਣ। ਉਹਨਾਂ ਦੀ ਸੱਸ ਨਾਲ ਨਹੀਂ ਬਣਦੀ ਤੇ ਉਹਨਾਂ ਦੀ ਸਹੁਰੇ ਨਾਲ ਨਹੀਂ ਬਣਦੀ, ਉਹਨਾਂ ਦੀ ਕਿਸੇ ਨਾਲ ਵੀ ਨਹੀਂ ਬਣਨੀ। ਜੇ ਇਟਲੀ ਚਲੇ ਗਏ ਕੱਲ ਉਹਨਾਂ ਨੂੰ ਇਟਲੀ ਦਾ ਲਾਲਚ ਕਰ ਰਹੇ ਨੇ, ਫੈਮਿਲੀ ਵੀ ਕਰ ਰਹੀ ਆ, ਉਹਨਾਂ ਦੇ ਡਿਵੋਰਸ ਕੇਸ ਫਾਈਲ ਕਰਕੇ ਆਪਣਾ ਡਿਵੋਰਸ ਲੈ ਕੇ ਹੋਰ ਜਗ੍ਹਾ ਮੈਰਿਜ ਕਰ ਲੈਣ। ਇਟਲੀ ਚ ਕੀ ਆ, ਮੁੰਡਾ ਉੱਥੇ ਮੱਝਾਂ ਦਾ ਕੰਮ ਕਰਦਾ ਹੋਣਾ ਤੇ ਗੋਆ ਚੁਕਾਉਣਗੇ ਇੱਥੇ ਜਾ ਕੇ। ਓਕੇ ਜੀ, ਨੈਕਸਟ ਬੈਟਰ ਆਪਣੀ ਲਾਈਫ ਵਧੀਆ ਤਰੀਕੇ ਨਾਲ ਕਿਸੇ ਹੋਰ ਨਾਲ ਲਾਈਫ ਬਣਾ। ਹਾਂਜੀ ਨੈਕਸਟ ਕਾਲ। ਹਾਂਜੀ ਕਾਲਰ ਗੋ ਹੈਡ ਪਲੀਜ਼। ਹਾਂਜੀ ਬਸ ਜੀ, ਮੈਂ ਇਹਨਾਂ ਨੂੰ ਪੁੱਛਣਾ ਚਾਹੁੰਦਾ ਵੀ ਵਿਆਹ ਤੋਂ ਬਾਅਦ ਇਹਨਾਂ ਚਿਰ ਕਿੰਨਾ ਚਿਰ ਉਹਨਾਂ ਦੇ ਨਾਲ ਰਹੇ ਆ, ਇਹ ਦੱਸ ਸਕਦੇ ਮਾੜਾ ਜੀ? ਹਾਂਜੀ ਤੁਸੀਂ ਲੇਟ ਆਨ ਕੀਤਾ, ਮੈਂ ਇਹ 15 ਦਿਨ ਰਹੇ ਨੇ ਵਿਆਹ ਤੋਂ ਬਾਅਦ ਲੜਕੇ ਨਾਲ। ਜੇ ਇਹਨਾਂ ਨੂੰ 15 ਦਿਨ ਜੇ ਪਤਾ ਲੱਗ ਗਿਆ ਸੀ ਵੀ ਮੇਰਾ ਹਸਬੈਂਡ ਫਿਜ਼ੀਕਲੀ ਨਹੀਂ ਆਪਣੇ ਪੂਰਾ ਹੈਗਾ, ਤੇ ਫਿਰ ਇਹਨਾਂ ਨੂੰ ਇਹ ਨਹੀਂਗਾ ਵੀ ਆਪਣੇ 15ਵੇਂ ਦਿਨ ਪਤਾ ਲੱਗਾ ਹੋਊਗਾ ਜਾਂ ਤੀਜੇ ਪਤਾ ਦਿਨ ਲੱਗਾ ਹੋਊਗਾ। ਕੱਲਾ ਆਪਾਂ ਮੁੰਡੇ ਦੇ ਨਾਲ ਬਲੇਮ ਦਈਏ, ਤਾੜੀ ਇੱਕ ਹੱਥ ਨਾਲ ਕਦੀ ਨਹੀਂ ਵੱਜਦੀ ਹੁੰਦੀ, ਤਾੜੀ ਵੱਜੂ ਤੇ ਦੋਨਾਂ ਹੱਥਾਂ ਨਾਲ ਵੱਜੂ। ਮਨਪ੍ਰੀਤ ਤੁਸੀਂ 15 ਦਿਨ ਰਹੇ ਹੋ ਔਰ ਤੁਸੀਂ ਪਹਿਲੇ ਦਿਨ ਹੀ ਤੁਹਾਨੂੰ ਪਤਾ ਲੱਗ ਗਿਆ ਹੋਣਾ ਕਿ ਤੁਹਾਡਾ ਹਸਬੈਂਡ ਠੀਕ ਨਹੀਂ ਹੈ, ਸੋ ਯੂ ਸ਼ੁਡ ਸ਼ੇਅਰ ਵਿਦ ਯੂਰ ਮਦਰ ਇਨ ਲਾਅ। ਤੁਸੀਂ ਆਪਣੀ ਮਦਰ ਇਨ ਲਾਅ ਨੂੰ ਸਿੱਧੂ ਸਾਹਿਬ ਦੱਸਦੇ। ਹਾਂਜੀ ਤੁਸੀਂ ਆਪਣੀ ਮਦਰ ਨੂੰ ਦੱਸੋ। ਇਹ ਕਹਿੰਦੇ ਕਿ ਮੈਨੂੰ ਸਹੁੰ ਖਿਲਾਤੀ ਮੇਰੇ ਭਰਾ ਦੀ ਕਿ ਤੈਨੂੰ ਭਰਾ ਦੀ ਕਸਮ ਤੋਂ ਦੱਸਣਾ ਨਹੀਂਗਾ। ਆਹ ਤਾਂ ਗੱਲ ਬਣਦੀ ਨਹੀਂਗੀ। ਤੁਸੀਂ ਇੰਨੀਆਂ ਗੱਲਾਂ ਹੁਣ ਦੱਸ ਰਹੇ ਹੋ ਤਾਂ ਆਹ ਗੱਲ ਤੁਸੀਂ ਸਹੁੰ ਕੀ ਹੁੰਦੀਆਂ ਤੁਹਾਡੇ ਮੁਤਾਬਕ? ਜਿਹੜੀ ਸਹੁੰ ਲੋਕ ਖਾਂਦੇ ਨੇ ਉਹ ਸੱਚੀ ਖਾਂਦੇ ਨੇ? ਸਹੁੰ ਉਸ ਵੇਲੇ ਵਿਅਕਤੀ ਖਾਂਦਾ ਜਦੋਂ ਬੰਦਾ ਝੂਠ ਬੋਲਦਾ। ਸਿੱਧੂ ਸਾਹਿਬ ਕੀ ਗੱਲ, ਤੁਹਾਡਾ ਐਕਸਪੀਰੀਅੰਸ ਕੀ ਆ? ਜੀ ਬਿਲਕੁਲ ਜੀ, ਜਿੱਥੇ ਰਿਸ਼ਤਿਆਂ ਦੀ ਕਦਰ ਨਾ ਹੋਵੇ ਜੀ ਉੱਥੇ ਸੌਹਾਂ ਦੀ ਕੋਈ ਵੈਲਿਊ ਨਹੀਂ ਹੁੰਦੀ। ਆਪਦੇ ਆਪ ਨੂੰ ਇੱਕ ਭਰੋਸਾ ਦੇਣ ਵਾਲੀ ਗੱਲ ਹੀ ਹੁੰਦੀ ਆ, ਸੌਹਾਂ ਸੂਹਾਂ ਦੀ ਗੱਲ ਹੀ ਨਹੀਂ ਹੁੰਦੀ। ਜੇ ਹੁਣ ਥੋੜੀ ਜੀ ਕਲੀਅਰ ਕੱਟ ਗੱਲ ਕਰੀਏ, ਬਾਕੀ ਡਿਸੀਜਨ ਇਹਨਾਂ ਦਾ ਆਪ ਦਾ। ਇਹਨਾਂ ਨੂੰ ਆਪਣੇ ਸੱਸ ਨਾਲ ਵੀ ਨਹੀਂ ਬਣਦੀ, ਆਪਣੇ ਹਸਬੈਂਡ 'ਚ ਵੀ ਇਹਨਾਂ ਦਾ ਨੁਕਸ ਲੱਗ ਰਿਹਾ, ਸਹੁਰੇ ਨੇ ਵੀ ਬਦਤਮੀਜ਼ੀ ਕੀਤੀ ਆ। ਇਹ ਕਹਿੰਦੇ ਨੇ ਵੀ ਡੋਟ ਨੋ, ਇਹ ਕਹਿੰਦੇ ਨੇ ਸਾਰੀਆਂ ਗੱਲਾਂ ਇਹਨਾਂ ਦੇ ਮੁਤਾਬਕ। ਅਸੀਂ ਨਹੀਂ ਇਹਨਾਂ ਨੂੰ ਪਰਸਨਲੀ ਜਾਣਦੇ, ਸੋ ਇੰਨੇ ਕਿ ਸਿਆਣੇ ਇਹ ਵੀ ਹੈਗੇ ਆ। ਫਿਰ ਇਹ ਝਮੇਲਿਆਂ 'ਚ ਨਾ ਪੈਣ। ਹੋ ਸਕਦਾ ਕਿ ਕਿਤੇ ਨਾ ਕਿਤੇ ਮਨ ਦੇ ਵਿੱਚ ਦੂਰ ਜਾ ਕੇ ਇਹ ਗੱਲ ਹੋ ਸਕਦੀ ਕਿ ਅਸੀਂ ਇਟਲੀ ਪਹੁੰਚ ਜਾਈਏ, ਤਾਂ ਰਾਜੇ ਇਟਲੀ ਜਾ ਕੇ ਹੋ ਸਕਦਾ ਤੈਨੂੰ ਹੋਰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਜੇ। ਹਜੇ ਉਮਰ ਦੇ ਮੁਤਾਬਕ ਤੂੰ ਕੋਈ ਹੋਰ ਫੈਸਲਾ ਵੀ ਕਰ ਸਕਦੀ ਹੈ। ਮਨਪ੍ਰੀਤ ਜਾਣੇ ਅਣਜਾਣੇ ਕੋਈ ਐਸੀ ਗਲਤੀ ਹੋਈ ਹੋਵੇ ਸਕੂਲ ਤੁਸੀਂ ਕਾਲਜ ਗਏ ਹੋ? ਨਹੀਂ ਸਰ। ਤੁਸੀਂ ਕਿੰਨਾ ਪੜ੍ਹੇ ਹੋ? ਜਾਣੇ ਅਣਜਾਣੇ ਲੜਕੇ ਲੜਕੀਆਂ ਇੱਕ ਦੂਜੇ ਨਾਲ ਰਿਸ਼ਤਾ ਕਾਇਮ ਕਰ ਲੈਂਦੇ ਨੇ ਵਿਆਹ ਤੋਂ ਪਹਿਲਾਂ। ਕੋਈ ਐਸੀ ਥਾਂ ਨਹੀਂ ਤੁਹਾਡੇ ਵਿੱਚ ਜ਼ਿੰਦਗੀ ਵਿੱਚ ਕੋਈ ਆਇਆ ਹੋਵੇ ਲੜਕਾ? ਨਹੀਂ। ਯੂ ਸ਼ੋਰ? ਹਾਂਜੀ। ਯੂ ਟੈਲਿੰਗ ਮੀ ਟਰੂਥ? ਤੁਸੀਂ ਸੱਚ ਦੱਸ ਰਹੇ ਹੋ? ਮੇਰੇ ਪਾਸ ਕੁਝ ਪ੍ਰੂਫ ਨਹੀਂ। ਮੇਰੇ ਪਾਸ ਕੁਝ ਰਾਈਟ ਵੇ ਉਹਨਾਂ ਵੱਲੋਂ ਟੈਕਸਟ ਮੈਸੇਜ ਆਏ ਨੇ, ਸਨੈਪਚੈਟ ਸਾਨੂੰ ਭੇਜੀ ਉਹਨਾਂ ਨੇ ਜਸਟ ਨਾਓ। ਟੈਲ ਮੀ ਟਰੂ, ਮੈਂ ਉਹ ਟੈਲੀਕਾਸਟ ਕਰਨ ਲੱਗਾ। ਤੁਸੀਂ ਦੇਖੋ ਤੁਹਾਡੀ ਸਟੋਰੀ ਇਹ ਨਾ ਹੋਵੇ ਕਿ ਜਾਂਦੀ ਜਾਂਦੀ ਵਿਗੜ ਜਵੇ। ਤੁਸੀਂ ਰਾਈਟ ਵੇ ਮੈਂ ਤੁਹਾਨੂੰ 10-30 ਸੈਕਿੰਡ ਦੇ ਰਹੇ ਸੋਚਣ ਲਈ। ਯੂ ਕੈਨ ਸੇ ਯੈਸ অর ਨੋ, ਅਦਰਵਾਈਜ਼ ਮੈਂ ਟੈਲੀਕਾਸਟ ਕਰਨ ਲੱਗਾ। ਜਿਹੜੇ ਸਾਨੂੰ WhatsApp ਤੇ ਤੁਹਾਡੇ ਮੈਸੇਜ ਆਏ ਨੇ, ਕਿਹਨੂੰ ਫੋਨ ਕੀਤਾ, ਕੌਣ ਸੀ ਉਹ, ਔਰ ਜਾਣੇ ਅਣਜਾਣੇ। ਜ਼ਰੂਰੀ ਨਹੀਂ ਕਿ ਤੁਹਾਡੇ ਨਾਲ ਬੈਡ ਰਿਲੇਸ਼ਨ ਹੁੰਦੇ ਨੇ। ਜਦੋਂ ਅਸੀਂ ਪੜ੍ਹਦੇ ਹੁੰਦੇ ਆ ਲੜਕੇ ਲੜਕੇ ਇੱਕ ਦੂਜੇ ਨਾਲ, ਉਂਝ ਵੀ ਤੁਹਾਡਾ ਪਵਿੱਤਰ ਰਿਸ਼ਤਾ ਹੁੰਦਾ ਭਰਾਵਾਂ ਭੈਣਾਂ ਵਾਲਾ। ਔਰ ਪਲੀਜ਼ ਟੈਲ ਮੀ ਤੁਸੀਂ ਜਿਸ ਨੰਬਰ ਤੇ ਕਾਲ ਕੀਤਾ ਉਹ ਕੌਣ ਸੀ? ਸਾਡੇ ਪਾਸ ਨੰਬਰ ਪਹੁੰਚਾਇਆ ਉਹ। ਸਰ ਉਹ ਮੇਰੀ ਨਾ ਸਹੇਲੀ ਆ। ਨੋ, ਤੁਸੀਂ ਉਹਨਾਂ ਨਾਲ ਗੱਲ ਕਰ ਸਕਦੇ ਹੋ, ਜੋਤ ਕੌਰ ਉਹਦਾ ਨਾਮ ਹੈ। ਨੋ, ਇਹ ਲੜਕੀ ਨਹੀਂ ਆ, ਲੜਕੇ ਦੀ ਗੱਲ ਹੈ। ਨਹੀਂ ਲੜਕਾ ਨਹੀਂ ਹੈ ਸਰ, ਲੜਕੀ ਹੈ। ਲੜਕੀ ਦੇ ਨਾਲ ਗੱਲ ਹੋਈ ਹੈ ਮੇਰੀ। ਉਸੇ ਟਾਈਮ ਮੇਰੇ ਸਹੁਰੇ ਨੇ ਫੋਨ ਖੋਲਿਆ ਮੇਰੇ ਕੋਲ, ਮੈਨੂੰ ਅੰਦਰ ਜਾ ਕੇ ਮੇਰੇ ਨਾਲ। ਮਨਪ੍ਰੀਤ ਜਿਸ ਨੰਬਰ ਤੇ ਗੱਲ ਹੋਈ ਹੈ ਫੋਨ ਨੰਬਰ ਲੜਕਾ ਚੁੱਕ ਰਿਹਾ। ਵਾਟ ਯੂ ਟਾਕਿੰਗ ਅਬਾਊਟ?
ਤੁਸੀਂ ਝੂਠ ਬੋਲ ਰਹੇ ਹੋ। ਆਈ ਐਮ ਟੈਲਿੰਗ ਯੂ ਸਾਡੇ ਪਾਸ ਮੇਰੀ ਕੁੜੀ ਨਾਲ ਹੋਈਏ। ਕਮ ਔਨ ਐਨੀਵੇ ਸੋ ਇਹ ਸਟੋਰੀ ਜਿਹੜੀ ਸਸਪੀਸ਼ੀਅਸ ਹੈ ਔਰ ਅਸੀਂ ਐਨੀਵੇ ਆਈ ਪ੍ਰੋਸੀਡ ਜਸਟ ਟੇਕ ਕਪਲ ਮੋਰ ਕਾਲ ਵਿਚ ਇਜ਼ ਨਾਟ ਰਾਈਟ। ਹਾਂਜੀ ਹਾਂਜੀ ਬਸ ਜੀ ਬੋਲੋ ਜੀ। ਦੇਖੋ ਹੁਣ ਅਸੀਂ ਪੰਚਾਇਤ ਕਰਦੀ ਸੀ ਨਾ ਤੇ ਮੇਰੀ ਸੱਸ ਕਹਿ ਰਹੀ ਆ ਹੁਣ ਤੁਹਾਡੇ ਨਾਲ ਗੱਲ ਕਰਕੇ ਕਿ ਅਸੀਂ ਕੋਈ ਪੰਚਾਇਤ ਚ ਨਹੀਂ ਗਏ ਜਾਂ ਅਸੀਂ ਮਾਫੀ ਕੋਈ ਨਹੀਂ ਮੰਗੀ। ਸਾਡੇ ਘਰ ਮੈਂਬਰ ਆਏ ਨੇ, ਤੁਸੀਂ ਉਹਨਾਂ ਨਾਲ ਗੱਲ ਕਰ ਸਕਦੇ ਹੋ। ਹੈਲੋ ਹਾਂਜੀ ਬੋਲੋ ਜੀ, ਬੋਲੋ ਕਾਲਰ। ਹਾਂਜੀ ਬਸ ਸਾਹਿਬ ਦੇਖੋ ਹੁਣ ਇੱਥੇ ਜਿਹੜੀ ਗੱਲਾਂ ਕਰ ਰਹੇ ਚਲੋ ਹੁਣ ਆਪਾਂ ਸੱਚ ਦਾ ਰੱਬ ਜਾਂਦਾ ਜੀ। ਦੇਖੋ ਕਿੰਨੀ ਮੈਂ ਕਸਮ ਖਾ ਕੇ ਦੱਸਿਆ ਵੀ ਮੈਨੂੰ ਮੇਰੇ ਘਰ ਵਾਲੇ ਨੇ ਸਹੁੰ ਖਾਧਾ ਜੀ। ਦੇਖੋ ਜੋ ਆਪਾਂ ਗੁਰੂ ਗ੍ਰੰਥ ਸਾਹਿਬ ਮੂਹਰੇ ਲਾਵਾਂ ਲਈਆਂ ਸੀ ਉਹ ਤਾਂ ਉਸ ਤੋਂ ਵੱਡੀਆਂ ਵੀ ਕਸਮਾਂ ਸਹੁੰ ਆਪਾਂ ਖਾਣੇ, ਠੀਕ ਹੈ, ਆਪਾਂ ਉਹਦੀ ਕਦਰ ਕੀਤੀ ਨਹੀਂ। ਤੇ ਦੂਜੀ ਗੱਲ ਸਰ ਇੱਕ ਮੈਂ ਤੁਹਾਨੂੰ ਹੋਰ ਰਿਕੁਐਸਟ ਕਰਨ ਚਾਹੁੰਦਾ, ਜਿਹੜੀ ਉਹ ਆਂਟੀ ਜੀ ਨੇ ਕੁਝ ਕੁਐਸਚਨ ਪੁੱਛੇ ਸੀ ਬੜੇ ਗਲਤ ਵੇ ਨਾਲ ਪੁੱਛੇ ਤੇ ਸਿੱਧੂ ਸਾਹਿਬ ਨੇ ਕਾਊਂਟਰ ਕਰਕੇ ਬਹੁਤ ਵਧੀਆ ਕੀਤਾ ਜੀ। ਮੈਂ ਤਾਂ ਬਸ ਤੁਹਾਨੂੰ ਇੰਨੀ ਰਿਕੁਐਸਟ ਕਰਨੀ ਸੀ। ਥੈਂਕ ਯੂ ਸਰ। ਦੇਖੋ ਜੀ ਕੁਐਸਚਨ ਉਹ ਪੁੱਛਣ ਜਿਹੜੇ ਚਾਹੁੰਦੇ ਸੀਗੇ ਸ਼ੀ ਹੈਵ ਰਾਈਟਸ ਟੂ ਆਸਕ ਦੈਟ ਕਿਉਂਕਿ ਉਹ ਕੁਝ ਜਾਣਨਾ ਚਾਹੁੰਦੇ ਆ ਔਰ ਫਰੀडम ਆਫ ਸਪੀਚ ਦੇ ਵਿੱਚ ਪੂਰੇ ਰਾਈਟਸ ਨੇ ਪੁੱਛਣ ਦੇ ਜੀ ਕਿਉਂ ਸਿੱਧੂ ਸਾਹਿਬ। ਸੋ ਵੀ ਗਿਵ ਰਾਈਟਸ ਕਿ ਪਬਲਿਕ ਨੂੰ ਰਾਈਟਸ ਦੇ ਰਹੇ ਆ। ਹਾਂਜੀ ਅਗਲੀ ਕਾਲ। ਹੈਲੋ ਸਤਿ ਸ਼੍ਰੀ ਅਕਾਲ ਜੀ। ਬਾਸੀ ਸਾਹਿਬ ਮੈਂ ਇੱਥੇ ਜੀ। ਕੈਪਟਨ ਸਾਹਿਬ ਤੁਹਾਡੀ ਆਵਾਜ਼ ਜਿਹੜੀ ਆ ਟੱਲੀ ਵਾਂਗ ਖੜਕ ਰਹੀ ਆ। ਬਾਸੀ ਸਾਹਿਬ ਮੈਂ ਇਹਦਾ ਸਾਰਾ ਹੀ ਨਿਚੋੜ ਕੱਢ ਲਿਆ, ਮੈਂ ਸੁਣੀ ਜਾਨਾ। ਲੜਕਾ ਜੋ ਹੈ ਅਨਫਿਟ ਹੈ, ਲੜਕੀ ਠੀਕ ਕਹਿ ਰਹੀ ਹੈ। ਸੱਸ ਉੱਥੋਂ ਬੈਠੀ ਇਹ ਕਹਿ ਰਹੀ ਹੈ ਕਿ ਇਹ ਉੱਥੇ ਘਰ ਆ ਜੇ। ਇਹ ਸੱਸ ਦਾ ਇੱਕ ਬਹਾਨਾ ਹੈ। ਸੱਸ ਇਹਨੂੰ ਸੱਦਣਾ ਨਹੀਂ ਚਾਹੁੰਦੀ। ਸਹੁਰੇ ਬਾਰੇ ਜੋ ਗੱਲ ਲੜਕੀ ਨੇ ਕਿਹਾ ਉਹ ਕੁਛ ਹੱਦ ਤੱਕ ਠੀਕ ਹੋ ਸਕਦੀ ਹੈ। ਲੜਕੀ ਵਿਚਾਰੀ ਉੱਥੇ ਜਾ ਕੇ ਕੀ ਕਰੂਗੀ? ਚੰਗਾ ਇਹੀ ਹੈ ਅਗਰ ਇਹਨਾਂ ਦੇ ਦਾਜ ਦਾ ਕੋਈ ਖਰਚਾ ਲੈਣ ਦੇਣ ਹੈਗਾ ਉਹ ਲੈ ਕੇ ਕਹਾਣੀ ਖਤਮ ਕਰਨ। ਲੜਕੀ ਨੌਜਵਾਨਾ ਵਿਚਾਰੀ ਹੋਰ ਕਿਤੇ ਵਿਆਹ ਕਰ ਲੈ। ਮੇਰਾ ਤਾਂ ਇਹੀ। ਮਿਹਰਬਾਨੀ। ਅਗਲੀ ਕਾਲ ਜੀ। ਸੋ ਸਾਹਿਬ ਨੰਬਰ ਤੀਜੀ ਲਾਈਨ ਤੇ ਪਹਿਲਾਂ ਚੈੱਕ ਕਰਕੇ ਫਿਰ ਲਾਈਨ ਤੇ ਲੈ ਕੇ ਆਓ। ਹਾਂਜੀ ਬੋਲੋ ਜੀ। ਹੈਲੋ ਸਤਿ ਸ਼੍ਰੀ ਅਕਾਲ ਜੀ। ਕਾਲ ਤੁਸੀਂ ਲਾਈਨ ਤੇ ਹੋ ਜੀ 1718 ਬੋਲੋ। ਹੈਲੋ ਹਾਂਜੀ ਲਾਈਨ ਡਿਸਕਨੈਕਟ ਕਰੋ। ਅੱਛਾ ਅਗਲੀ ਕਾਲ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ ਵਾਸੀ ਜੀ। ਜੀ ਬੋਲੋ ਜੀ। ਵਾਸੀ ਸਾਹਿਬ ਗੱਲ ਏਦਾਂ ਜੀ ਵੀ ਆਪਣੇ ਬੰਦੇ ਜਿਹੜੇ ਇੰਡੀਆ ਵਾਲੇ ਨੇ ਜੀ ਬਾਹਰ ਵਾਲੇ ਜਾ ਕੇ, ਬਾਹਰ ਵਾਲੇ ਸਾਰੇ ਨਹੀਂ, ਕੁਛ ਬੰਦੇ ਜੀ ਜਾ ਕੇ ਉੱਥੇ ਬੋਲੀ ਲਵਾਉਂਦੇ ਨੇ ਜੀ। ਉਹਨਾਂ ਦੇ ਮਾਂ-ਬਾਪ ਕੁੜੀਆਂ ਦੇ ਲਾਉਂਦੇ ਨੇ ਜੀ। ਇਸ ਕਰਕੇ ਕੰਮ ਹੁੰਦੇ ਨੇ। ਪੜ੍ਹੀਆਂ ਲਿਖੀਆਂ ਕੁੜੀਆਂ ਜੀ ਉੱਥੇ ਇਹ ਸ਼ੋਅ ਤੁਹਾਡਾ ਜਿਹੜਾ ਅੱਜ ਆਇਆ ਇਹ ਅਵੇਅਰਨੈਸ ਦਿੰਦਾ ਜੀ ਵੀ ਜੇ ਕੋਈ ਬਾਹਰੋਂ ਕੋਈ ਬਾਹਰ ਉੱਥੇ ਕੁੜੀਆਂ ਨੂੰ ਐ ਨਹੀਂ ਹੈਗਾ ਵੀ ਗੱਲਾਂ ਬਾਹਰ ਐਂ ਦੇਖਣ ਵੀ ਬਾਹਰ ਜਾਣਾ ਹੈ। ਮਾੜਾ ਮੋਟਾ ਮੁੰਡੇ ਬਾਰੇ ਵੀ ਦੇਖ ਲੈਣ ਜੀ ਵੀ ਕੀ ਹਿਸਾਬ ਕਿਤਾਬ ਆ, ਪਰਿਵਾਰ ਬਾਰੇ ਸਾਰੀਆਂ ਚੀਜ਼ਾਂ। ਲਾਲਚ ਭਰਿਆ ਹੁੰਦਾ ਜੀ ਬੇਨ ਵਾਸੀ ਜੀ, ਲਾਲਚ। ਮਿਹਰਬਾਨੀ ਜੀ, ਥੈਂਕ ਯੂ ਸੋ ਮਚ। ਅਗਲੀ ਲਾਲਚ ਕਰਕੇ ਕੰਮ ਹੁੰਦੇ ਨੇ ਜੀ। ਬਾਕੀ ਵਾਸੀ ਜੀ ਦੂਜੀ ਗੱਲ ਏਦਾਂ ਜੀ ਵਿਆਹ ਤੁਹਾਡਾ ਵੀ। ਥੈਂਕ ਯੂ ਸੋ ਮਚ। ਅਗਲੀ ਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹੈਲੋ ਅਗਲੀ ਕਾਲ। ਸਤਿ ਸ਼੍ਰੀ ਅਕਾਲ ਜੀ। ਹੈਲੋ ਹਾਂਜੀ ਬੋਲੋ ਜੀ। ਸਿੱਧੂ ਸਾਹਿਬ ਇਹ ਕਾਲਰ ਨੂੰ ਬਾਰ-ਬਾਰ ਮੈਂ ਬੇਨਤੀ ਕਰ ਰਿਹਾ ਆਪ ਜੀ ਨੂੰ ਵੀ ਕਿ ਇਹਨਾਂ ਨੂੰ ਗਾਈਡ ਕਰੋ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਹੈਲੋ ਕਾਲਰ ਤੁਸੀਂ ਲਾਈਨ ਤੇ ਹੋ ਜੀ। ਹੈਲੋ ਹਾਂਜੀ ਬੋਲੋ ਜੀ, ਬੋਲੋ। ਤੁਸੀਂ ਬੋਲੋਗੇ ਜੀ। ਹਾਂਜੀ ਬਾਸੀ ਸਰ ਲਾਈਨ ਡ੍ਰੌਪ ਕਰ ਦਿਓ ਪਲੀਜ਼, ਡ੍ਰੌਪ ਦਿਸ ਲਾਈਨ। ਹਾਂਜੀ ਅਗਲੀ ਕਾਲ। ਹਾਂਜੀ ਲੋ ਕਾਲਰ ਗੋ ਹੈਡ ਪਲੀਜ਼। ਹੈਲੋ ਹੈਲੋ ਬਾਸੀ ਸਾਹਿਬ ਸਤਿ ਸ੍ਰੀ ਅਕਾਲ ਜੀ। ਜੀ ਬੋਲੋ ਜੀ, ਪ੍ਰੋਸੀਡ ਕਰੋ। ਮੈਨੂੰ ਏਦਾਂ ਲੱਗਦਾ ਸਟੋਰੀ ਦੇਖ ਕੇ ਜਿੱਦਾਂ ਜਿਹੜੀ ਉਹਦੀ ਸੱਸ ਆ ਉਹ ਰੋਲ ਸਹੀ ਨਹੀਂ ਕਰ ਰਹੀ। ਕੁੜੀ ਦੀ ਨਿਆਣੀ ਉਮਰ ਹੈਗੀ ਆ ਔਰ ਉਹਨਾਂ ਨੂੰ ਚਾਹੀਦਾ ਵੀ ਦੋਨਾਂ ਪਰਿਵਾਰਾਂ ਨੂੰ ਮਿਲ ਕੇ ਨਾ ਇਹ ਚੀਜ਼ ਨੂੰ ਸੁਲਝਾਉਣਾ ਚਾਹੀਦਾ। ਵਿਗਾੜ ਰਹੇ ਨੇ ਕਿਉਂਕਿ ਬੱਚੀ ਦੀ ਉਮਰ ਕੁਛ ਨਹੀਂ, ਬੱਚੇ ਦੀ ਉਮਰ ਲੱਗਦੀ ਵੀ ਕੁਛ ਨਹੀਂ ਹੈ, ਮੈਚੋਰ ਨਹੀਂ ਹੈਗੇ ਔਰ ਇਹਨਾਂ ਨੂੰ ਇਹ ਜ਼ਰੂਰ ਸੋਚਣਾ ਚਾਹੀਦਾ। ਮੈਨੂੰ ਲੱਗਦਾ ਜਿਹੜੀ ਸੱਸ ਆ ਨਾ ਕਿਤੇ ਉਹ ਰੋਲ ਨਹੀਂ ਸਹੀ ਕਰ ਰਹੀ ਆਪਣਾ ਜਿੱਥੇ ਉਹਨੂੰ ਕਰਨਾ ਚਾਹੀਦਾ ਮਾਂ ਦਾ। ਤੇ ਕੁੜੀ ਦੇ ਪਰਿਵਾਰ ਚ ਕੌਣ ਹੈਗਾ ਮੈਨੂੰ ਪਤਾ ਨਹੀਂ ਹੈਗਾ। ਤੇ ਜੇ ਹੁਣ ਇਹਨਾਂ ਦੀ ਸੰਧੀ ਹੁੰਦੀ ਵੀ ਹੈ ਤੇ ਗੱਲ ਨਹੀਂ ਬਣਨੀ ਇਹਨਾਂ ਦੀ ਇਦੋਂ ਵਧੀਆ ਕਿ ਮਿਹਰਬਾਨੀ। ਥੈਂਕ ਯੂ ਸੋ ਮਚ। ਅਗਲੀ ਕਾਲ ਪਲੀਜ਼। ਹਾਂਜੀ ਸਤਿ ਸ਼੍ਰੀ ਅਕਾਲ ਜੀ ਕਾਲਰ। ਆਈ ਥਿੰਕ ਹੈਲੋ ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ। ਕੀ ਕਹਿਣਾ ਚਾਹੁੰਦੇ ਤੁਸੀਂ ਬੋਲੋ। ਮੈਂ ਇਹ ਕਹਿਣਾ ਚਾਹੁੰਦਾ ਜੀ ਵੀ ਜਿਹੜੇ ਲੜਕੇ ਵਾਲੇ ਆ ਵੀ ਉਹ ਵੀ ਲੜਕੀ ਨੂੰ ਇਟਲੀ ਮੰਗਾਉਣਾ ਨਹੀਂ ਚਾਹੁੰਦੀ ਜੋ ਸੁਣਨੇ ਚ ਆਇਆ, ਦੇਖਣ ਚ ਆਇਆ, ਸਮਝ ਚ ਆਇਆ। ਤੇ ਕਿਉਂਕਿ ਫਿਰ ਬਾਕੀ ਇਹ ਆ ਜੇ ਮੈਡੀਕਲ ਫਿੱਟੇ ਨਹੀਂ ਲੜਕਾ ਹੈਗਾ ਤਾਂ ਲੜਕੀ ਦੀ ਕਰੂ। ਬਾਕੀ ਜਿਹੜੀ ਇਹਨਾਂ ਚ ਜਿਹੜੇ ਵਿਚਾਰ ਇਹਨਾਂ ਦੇ ਰਲਦੇ ਨਹੀਂ ਹੈਗੇ ਨਾ ਰਲਣੇ ਹਨ। ਮਿਹਰਬਾਨੀ ਜੀ, ਬਹੁਤ ਸ਼ੁਕਰੀਆ। ਅਗਲੀ ਕਾਲ ਲੜਕੀ ਬਿਲਕੁਲ ਠੀਕ। ਥੈਂਕ ਯੂ ਸੋ ਮਚ। ਅਗਲੀ ਕਾਲ। ਹੈਲੋ ਹਾਂਜੀ ਮੈਂ ਲਾਈਵ ਹਾਂ ਇਸ ਵੇਲੇ। ਤੁਸੀਂ ਲਾਈਨ ਤੇ ਹੋ ਜੀ, ਜਲਦੀ ਕਰੋ ਔਰ ਸਪੀਕ ਯਰ ਮਾਈਂਡ। ਹਾਂਜੀ ਮੇਰੇ ਖਿਆਲ ਨਾਲ ਜੀ ਜੇ ਲੜਕਾ ਲੜਕੀ ਦੇ ਮੁਤਾਬਕ ਨਹੀਂ ਠੀਕ ਤੇ ਉਹਨਾਂ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਡਿਸਕੰਟੀਨਿਊ ਕਰ ਦੇਣਾ ਚਾਹੀਦਾ ਲੱਗਦਾ ਇਸ ਤਰ੍ਹਾਂ। ਮਿਹਰਬਾਨੀ। ਅਗਲੀ ਕਾਲ ਪਲੀਜ਼। ਹਾਂਜੀ ਨੈਕਸਟ ਅਮਨਦੀਪ ਲਾਈਨ ਤੁਸੀਂ ਬੋਲੋ। ਹਾਂਜੀ ਬਾਸੀ ਸਾਹਿਬ ਸਤਿ ਸ੍ਰੀ ਅਕਾਲ ਜੀ। ਜੀ ਅਮਨਦੀਪ ਜੀ ਬੋਲੋ।
ਮੈਂ ਇਹ ਕਹਿਣਾ ਚਾਹੁੰਦਾ ਵੀ ਇੱਕ ਵਾਰ ਤੁਹਾਨੂੰ ਮੁੰਡੇ ਓਕੇ ਜੀ, ਮਿਹਰਬਾਨੀ ਜੀ, ਬਹੁਤ ਬਹੁਤ ਸ਼ੁਕਰੀਆ। ਔਰ ਲਾਈਨ ਸਾਡੀ ਡਿਸਕਨੈਕਟ ਹੋ ਗਈ ਔਰ ਅਸੀਂ ਇਸ ਸਾਡਾ ਅੱਜ ਦਾ ਫਰੀडम ਆਫ ਸਪੀਚ ਸ਼ੋ। ਸੋ ਸਾਹਿਬ ਇਸ ਨੂੰ ਲਾਈਨ ਨੂੰ ਆਵੇ ਜਿਹੜੀ 에ਅਰ ਤੇ ਪਾਈ ਨੂੰ ਬੰਦ ਕਰੋ ਪਲੀਜ਼। ਹਾਂਜੀ, ਕੰਟੀਨਿਊ ਡਿਸਕੰਟੀਨਿਊ ਕਰ ਦਿਓ। ਮਨਪ੍ਰੀਤ ਜੀ ਬੜੀ ਮਿਹਰਬਾਨੀ। ਔਰ ਅਸੀਂ ਕੋਸ਼ਿਸ਼ ਕਰ ਰਹੇ ਹਾਂ ਸਿੱਧੂ ਸਾਹਿਬ ਪਲੀਜ਼ ਸਾਥ ਦਿਓ ਕਿ ਆਪਾਂ ਲੜਕੇ ਦੇ ਨਾਲ ਕੱਲ ਨੂੰ ਗੱਲਬਾਤ ਕਰੀਏ ਕੁਝ ਮਿੰਟ ਲਈ। ਹਾਂਜੀ ਜੀ ਬਿਲਕੁਲ ਜੀ, ਟਰਾਈ ਕਰਦੇ ਕਿਉਂਕਿ ਉਹਨਾਂ ਦੀ ਲਾਈਕ ਮਨਪ੍ਰੀਤ ਦੀ ਸੱਸ ਨੇ ਵੀ ਕਿਹਾ ਕਿ ਗੱਲਬਾਤ ਜਿਹੜਾ ਮੁੰਡਾ ਕਰੂਗਾ ਅਸੀਂ ਮੁੰਡੇ ਨਾਲ ਵੀ ਗੱਲਬਾਤ ਕਰਾਂਗੇ। ਅਸੀਂ ਵਾਪਸ ਆ ਰਹੇ ਹਾਂ ਔਰ ਏਸੀ ਮਨਪ੍ਰੀਤ ਸਾਨੂੰ ਦੁੱਖ ਹੈ ਤੁਹਾਡੇ ਨਾਲ ਜੋ ਕੁਛ ਬੀਤਿਆ ਤੁਸੀਂ ਆਪਣੇ ਮੁਤਾਬਕ ਦੱਸਿਆ, ਤੁਹਾਡੀ ਸੱਸ ਨੇ ਆਪਣੇ ਮੁਤਾਬਕ ਦੱਸਿਆ। ਜੱਜਮੈਂਟ ਜਿਹੜੀ ਹੈ ਸਾਡੇ BBC ਟਾਂਟੋ ਦੇ ਸੁਣਨ ਵਾਲੇ ਦੇਖਣ ਵਾਲੇ ਦਰਸ਼ਕਾਂ ਜਿਹੜੀ ਸੀਗੀ ਉਹ ਅਸੀਂ ਡਿਲੀਵਰ ਕੀਤੀ ਹੈ ਔਰ ਸਾਡੇ ਚੈਨਲ ਦਾ ਸਹਿਮਤ ਹੋਣਾ ਨਾ ਹੋਣਾ ਕੋਈ ਜ਼ਰੂਰੀ ਨਹੀਂ ਹੈ। ਜੱਜਮੈਂਟ ਤੁਹਾਡੀ ਕੀ ਹੈ, ਕੌਣ ਸੱਚਾ ਕੌਣ ਝੂਠਾ, ਇਹ ਅਸੀਂ ਆਪਣੇ ਸੁਣਨ ਵਾਲੇ ਮਿਲੀਅਨਸ ਲੋਕਾਂ ਤੇ ਛੱਡਦੇ ਹੋਏ ਇਸ ਸੈਗਮੈਂਟ ਨੂੰ ਬੰਦ ਕਰਦੇ ਆ। ਮਨਪ੍ਰੀਤ ਲੋਡ ਪੈਣ ਤੇ ਹੋ ਸਕਦਾ ਤੁਹਾਨੂੰ ਅਸੀਂ ਕੱਲ ਨੂੰ ਕਾਲ ਕਰੀਏ। ਕੱਲ ਨੂੰ ਅਸੀਂ ਤੁਹਾਡੇ ਹਸਬੈਂਡ ਦੇ ਨਾਲ ਗੱਲਬਾਤ ਕਰ ਰਹੇ ਹਾਂ। ਸਾਡੇ ਸਟੂਡੀਓ ਵਿੱਚ ਕੱਲ ਨੂੰ ਗੁਰਪ੍ਰੀਤ ਜੀ ਹੋਣਗੇ ਇਟਲੀ ਤੋਂ। ਗੁਰਪ੍ਰੀਤ ਦੀ ਲਾਈਨ ਤੇ ਆਏ ਤੇ ਤੁਸੀਂ ਉਹਨਾਂ ਨਾਲ ਗੱਲ ਕਰਨ ਨੂੰ ਤਿਆਰ ਹੋਵੋਗੇ? ਹਾਂਜੀ ਸਰ। ਜਿਹੜੇ ਤੁਸੀਂ ਦੋਸ਼ ਲਾ ਰਹੇ ਹੋ ਗੁਰਪ੍ਰੀਤ ਤੇ ਕੋਈ ਫਿੱਟ ਨਹੀਂ ਹੈ ਤਾਂ ਉਹ ਸਵਾਲ ਅਸੀਂ ਕਰੀਏ ਤੇ ਤੁਸੀਂ ਉਹਨੂੰ ਜਵਾਬ ਦੇਣ ਨੂੰ ਤਿਆਰ ਹੋ? ਹਾਂਜੀ ਸਰ। ਬੜੀ ਮਿਹਰਬਾਨੀ, ਬਹੁਤ ਬਹੁਤ ਸ਼ੁਕਰੀਆ। ਅਸੀਂ ਵਾਪਸ ਆ ਰਹੇ ਸਰ ਇੱਕ ਮਿੰਟ ਸਰ, ਮੇਰੀ ਗੱਲ ਸੁਣੋਗੇ? ਜੀ ਜੀ ਬੋਲੋ। ਸਰ ਜਿਹੜੇ ਪੰਚਾਇਤ ਮੈਂਬਰਾਂ ਦੇ ਵਿੱਚ ਇੱਕ ਮੈਂਬਰ ਮੇਰੇ ਘਰ ਇਸ ਵੇਲੇ ਆ ਚੁੱਕੇ ਨੇ, ਜੇ ਤੁਸੀਂ ਗੱਲ ਕਰਨਾ ਚਾਹੁੰਦੇ ਹੋ ਤੇ। ਹਾਂਜੀ ਲਾਈਨ ਨੂੰ ਹੋਲਡ ਰੱਖੋ ਫਿਰ। ਹਾਂਜੀ ਹਾਂਜੀ ਪ੍ਰੋਸੀਡ ਕਰੋ। ਹਾਂਜੀ ਜੀ ਬਿਲਕੁਲ, ਬਸ ਸਮੇਂ ਦੀ ਘਾਟ ਨੂੰ ਸਮਝਦੇ ਹੋਏ ਆਪਾਂ ਕੱਲ ਨੂੰ ਸਰਪੰਚ ਨਾਲ ਵੀ ਗੱਲ ਕਰਾਂਗੇ ਤੇ ਪੰਚਾਇਤ ਮੈਂਬਰ ਨਾਲ ਤੇ ਮੁੰਡੇ ਨਾਲ ਗੱਲ ਕਰਾਂਗੇ ਕਿਉਂਕਿ ਅਸੀਂ ਗੱਲ ਕਰਨ ਨੂੰ ਤਿਆਰ ਹਾਂ ਪਰ ਅਕੋਰਡਿੰਗ ਟੂ ਪੈਨਲ ਨੇ ਸਾਨੂੰ ਮਤਲਬ ਪੈਨਲ ਤੋਂ ਪੁੱਛਣਾ ਕਿਉਂਕਿ ਤੁਸੀਂ ਕਹਿ ਰਹੇ ਹੋ ਕਿ ਇਹ ਪੰਚਾਇਤ ਮੈਂਬਰ ਨਾਲ ਗਏ ਸੀ। ਵੀ ਡੋਟ ਨੋ ਕਿ ਇਹੀ ਹੀ ਪੰਚਾਇਤ ਮੈਂਬਰ ਜਿੰਨੇ ਚ ਅਸੀਂ ਨਾਮ ਕੀ ਇਸ ਪੰਚਾਇਤ ਮੈਂਬਰ ਦੇ ਨਾਲ ਗਏ ਸੀ? ਕੀ ਨਾਮ ਕੀ ਇਹਨਾਂ ਦਾ? ਲਓ ਨਾਮ ਪੁੱਛ ਲਈ ਕੀ? ਹਾਂਜੀ ਭੁਪਿੰਦਰ ਸਿੰਘ। ਮਨਪ੍ਰੀਤ ਤੁਸੀਂ ਮਾਈਂਡ ਨਹੀਂ ਕਰਨਾ, ਤੁਸੀਂ ਜਾਣ ਲੱਗੇ ਸ਼ੱਕ ਪਾ ਗਏ ਹੋ। ਸ਼ੱਕ ਦੀ ਸੂਈ ਜਿਹੜੀ ਘੁੰਮ ਰਹੀ ਤੁਹਾਡੇ ਆਲੇ ਦੁਆਲੇ ਵੀ। ਮੈਂ ਪੁੱਛਿਆ ਕਿ ਜਿਹੜਾ ਪੰਚਾਇਤ ਮੈਂਬਰ ਨਾਲ ਗਿਆ ਸੀ ਉਹਦਾ ਨਾਮ ਕੀ ਹੈ ਤੇ ਤੁਸੀਂ ਪੁੱਛ ਰਹੇ ਹੋ ਇਹ ਕਿਵੇਂ ਹੋ ਸਕਦਾ ਕਿ ਪੰਚਾਇਤ ਗਈ ਹੋਵੇ ਤੇ ਤੁਹਾਨੂੰ ਨਾ ਪਤਾ ਹੋਵੇ ਕਿ ਕੌਣ ਹੈ ਇਹ? ਆਈ ਐਮ ਸੌਰੀ, ਦਿਸ ਇਜ਼ ਟਰੂ ਐਂਡ ਫੈਕਟ। ਅਸੀਂ ਕੱਲ ਦੇ ਪ੍ਰੋਗਰਾਮ ਤੱਕ ਛੱਡਦੇ ਹੋਏ ਇਸ ਸੈਗਮੈਂਟ ਨੂੰ ਫਿਰ ਵਾਪਸ ਕਰਦੇ ਹਾਂ। ਮਿਹਰਬਾਨੀ, ਬਹੁਤ ਬਹੁਤ ਸ਼ੁਕਰੀਆ। ਅਸੀਂ ਵਾਪਸ ਆ